ਦਾਦੂਵਾਲ ਦੇ ਖਿਲਾਫ ਤੁਸੀਂ ਉਹਨਾਂ ਨੂੰ ਕਿਹਾ ਵਿੱਚ ਤੁਹਾਡੇ ਇਸ ਬਿਆਨ ਦਾ ਬੜਾ ਗਲਤ ਮੈਸੇਜ ਗਿਆ ਕਿ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਤੁਸੀਂ ਇੱਕ ਆਰਐਸਐਸ ਬੰਦੇ ਨਾਲ ਸੰਬੋਧਿਤ ਕੀਤਾ। ਪਹਿਲਾਂ ਤੇ ਜਾ ਕੇ ਸੀਐਮ ਨਾਲ ਮਿਲਿਆ, ਕਿਸਾਨ ਜਿਹੜਾ ਅੰਦੋਲਨ ਹੈ ਉਹਦੇ ਪ੍ਰਤੀ ਉਹ ਗਲਤ ਸੀ। ਦੂਜਾ ਅਸੀਂ ਜਿਹੜਾ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਕਰ ਰਹੇ ਹਾਂ, ਉਹ ਬੀਜੇਪੀ ਦੇ ਲੀਡਰ ਨੂੰ ਬੁਲਾ ਰਹੇ ਆ, ਨਹੀਂ ਬੁਲਾਉਣਾ ਚਾਹੀਦਾ। ਜੇ ਆਪਾਂ ਹੁਣ ਉਹਨੂੰ ਸਿੱਖ ਸਮਾਜ ਤੇ ਲੈ ਕੇ ਵੜ ਜਾਈਏ, ਉਹਨੂੰ ਧਰਮ ਪ੍ਰਚਾਰਕ ਤੇ ਲੈ ਕੇ ਵੜ ਜਾਈਏ, ਇਹ ਕੋਈ ਗੱਲ ਥੋੜ੍ਹਾ ਹੀ ਹੈ। ਉਹਨੇ ਪਰਚਾ ਦਰਜ ਕਰਾਤਾ ਹੈ, 600 ਕਿਸਾਨਾਂ ਦੇ ਪਰਚਾ ਦਰਜ ਹੋ ਗਿਆ ਹੈ, ਤੇ ਅਸੀਂ ਕਹਿ ਰਹੇ ਉਹਨੂੰ ਭਰਾਓ, ਉਹਨੂੰ ਵਾਪਸ ਕਰਾ ਪਰਚੇ ਨੂੰ। 32 ਕਿਸਾਨ ਜਥੇਬੰਦੀਆਂ ਦੀ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ, ਸਰਕਾਰ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗ ਕਰ ਰਹੀ ਹੈ। ਇਹਦਾ ਤੁਸੀਂ ਕੀ ਭਾਵ ਲੈਂਦੇ ਹੋ? ਸਿੱਖੀ ਦਾ ਮਤਲਬ ਕਿ ਮਸਲਾ ਕਿੱਥੋਂ ਆ ਗਿਆ ਵਿੱਚ? ਕਿਉਂਕਿ ਉਹ ਦਾਦੂਵਾਲ ਸਾਹਿਬ ਇੱਕ ਸਿੱਖ ਪ੍ਰਚਾਰਕ ਨੇ। ਸਾਡੇ ਸਮਾਜ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਛੋਟੀ ਜਿਹੀ ਗੱਲ ਨੂੰ ਜਾ ਕੇ ਧਰਮ ਤੇ ਵਾੜਦੇ ਨੇ, ਛੋਟੀ ਜਿਹੀ ਗੱਲ ਨੂੰ ਜਾ ਕੇ ਤੂਲ ਦਿੰਦੇ ਨੇ ਉਹਨੂੰ। ਜਦੋਂ ਜਿੰਨੀ ਵਾਰ ਉਹਨਾਂ ਨੇ ਬੁਲਾਏ ਉਨੀ ਵਾਰ ਗੱਲਬਾਤ ਵਾਸਤੇ ਗਏ, ਹੁਣ ਬੁਲਾਉਣਗੇ ਫਿਰ ਜਾਵਾਂਗੇ। ਪਰ ਉਹਦੇ ਜਿਹੜੇ ਬਿਆਨ ਨੇ ਉਹ ਬਿਆਨ ਲੋਕਤੰਤਰਿਕ ਨਹੀਂ ਹੈ। ਬਿਆਨ ਉਹ ਦੇ ਰਿਹਾ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ। ਭੀੜ ਇਕੱਠੀ ਕਰਨ ਦਾ ਸਰਕਾਰ ਬਦਲ ਜਾਂਦੀ, ਤੂੰ ਕਹਿੰਦਾ ਕਾਨੂੰਨ ਨਹੀਂ ਬਦਲੇ ਜਾਂਦੇ। ਉਹ ਕਹਿੰਦਾ ਹੈ ਜੀ ਇਹ ਕਾਨੂੰਨਾਂ ਨੂੰ ਤੇ ਅਸੀਂ ਰੱਦ ਕਰਨਾ ਨਹੀਂ, ਕੋਈ ਹੋਰ ਗੱਲ ਕਰਨੀ ਹੈ ਤੇ ਆ ਜਾਓ, ਫਿਰ ਹੋਰ ਕੀ ਮੱਥਾ ਟੇਕਣ ਜਾਈਏ। ਜੋਗਿੰਦਰ ਯਾਦਵ ਨੇ ਵੀ ਆਪਣੇ ਪੋਸਟਰ ਲਾਏ ਨੇ, ਪੋਸਟਰ ਬਣਾ ਕੇ ਵੀ ਸੰਯੁਕਤ ਮੋਰਚੇ ਦੁਆਰਾ ਸਮਰਥਿਤ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਫਲਾਣਾ ਸਿੰਘ ਉੱਤੇ ਜੋਗਿੰਦਰ ਯਾਦਵ ਦੀ ਫੋਟੋ ਲੱਗੀ ਹੈ, ਕੈਂਡੀਡੇਟ ਦੀ ਫੋਟੋ ਲੱਗੀ ਹੈ। ਠੀਕ ਹੈ, ਇਹ ਤੇ ਕਈ ਗਲਤ। ਸੰਯੁਕਤ ਮੋਰਚੇ ਨੇ ਕਿਹੜਾ ਸਮਰਥਨ ਕਰਤਾ, ਪਰ ਉਹ ਮਿਸਯੂਜ਼ ਕਰ ਰਹੇ ਨੇ, ਕੋਈ ਕਾਰਵਾਈ ਨਹੀਂ। ਰਾਜਨੀਤੀ ਦਾ ਮਤਲਬ ਹੁੰਦਾ ਹੈ ਰਾਜ ਕਰਨ ਦੀ ਨੀਤੀ। ਪਰ ਹੋਇਆ ਕੀ, ਚਾਣਕਿਆ ਨੇ ਵੀ ਕਿਹਾ ਜੇ ਚੰਗੇ ਲੋਕ ਰਾਜਨੀਤੀ ਤੋਂ ਦੂਰ ਰਹਿਣਗੇ ਤੇ ਬੁਰੇ ਲੋਕ ਤੁਹਾਡੇ ਤੇ ਰਾਜ ਕਰਨਗੇ। ਉਹ ਹੋ ਗਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ R19 ਨਿਊਜ਼ ਟੀਵੀ। ਮੈਂ ਹਾਂ ਸ਼ਰਨਜੀਤ ਬੈਂਸ। ਕਿਸਾਨੀ ਮਸਲਾ ਸਿਖਰਾਂ ਤੇ ਪਹੁੰਚਿਆ ਹੋਇਆ। ਸਿੰਘੂ ਬਾਰਡਰ ਤੇ ਕਿਸਾਨਾਂ ਨੇ 9 ਮਹੀਨਿਆਂ ਤੋਂ ਧਰਨੇ ਲਾਏ ਹੋਏ ਨੇ। ਦਿੱਲੀ ਦੀ ਬਰੂਹਾਂ ਤੇ ਕਿਸਾਨ ਆਗੂ ਰੋਜ਼ ਹੀ ਮੀਟਿੰਗਾਂ ਕਰਦੇ ਨੇ, ਪੀਸੀ ਕਰਦੇ ਨੇ। ਹੁਣ ਕਿਸਾਨ ਆਗੂ ਰੋਜ਼ ਜੰਤਰ ਮੰਤਰ ਤੇ ਜਾ ਕੇ ਸੰਸਦ ਲਾਉਂਦੇ ਨੇ। ਸਾਡੇ ਨਾਲ ਅੱਜ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਦੇ ਅਧਿਆਕਸ਼ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ। ਚੜੂਨੀ ਜੀ, R19 ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ। ਚੜੂਨੀ ਜੀ, ਅੱਜ ਤੁਸੀਂ ਮੱਤੇਵਾੜ ਦੇ ਜੰਗਲਾਂ ਵਿੱਚ ਜਾ ਕੇ ਆਏ ਹੋ, ਉਹਨਾਂ ਦੀ ਤੁਸੀਂ ਗੱਲਬਾਤ ਕੀਤੀ, ਮਸਲੇ ਸੁਣੇ ਨੇ। ਕੀ ਲੱਗਦਾ ਕਿ ਸਰਕਾਰ ਨੂੰ ਉੱਥੇ ਇੰਡਸਟਰੀ ਲਾਉਣੀ ਚਾਹੀਦੀ ਹੈ ਜਾਂ ਨਹੀਂ ਲਾਉਣੀ ਚਾਹੀਦੀ? ਦੇਖੋ, ਸਰਕਾਰ ਜਿਹੜੀ ਹੈ ਉਹ ਲੋਕਾਂ ਨੂੰ ਵਸਾਉਣ ਵਾਸਤੇ ਹੁੰਦੀ ਹੈ। ਉਸ ਜ਼ਮੀਨ 'ਤੇ ਜਿਹੜੇ ਲੋਕ ਖੇਤੀ ਕਰ ਰਹੇ ਨੇ, ਜਿਨ੍ਹਾਂ ਦਾ ਉੱਥੋਂ ਪਰਿਵਾਰ ਚੱਲ ਰਿਹਾ ਹੈ, ਇੱਕ ਤਾਂ ਉਹਨਾਂ ਵਾਸਤੇ ਕੋਈ ਮੁਆਵਜ਼ਾ ਤੈਅ ਨਹੀਂ ਕੀਤਾ। ਦੂਜੀ ਗੱਲ, ਜਿਹੜਾ ਪ੍ਰਦੂਸ਼ਣ ਹੈ ਉਹ ਪੰਜਾਬ ਦੇ ਵਿੱਚ ਜਿਸ ਕਦਰ ਫੈਲ ਰਿਹਾ, ਹਰ ਘਰ 'ਚ ਕੈਂਸਰ ਦਾ ਮਰੀਜ਼ ਹੋ ਗਿਆ। ਕਈ ਜ਼ਿਲ੍ਹੇ ਇਸ ਤਰ੍ਹਾਂ ਦੇ ਨੇ ਬਈ ਜਿੱਥੇ ਹਰ ਘਰ ਦੇ ਵਿੱਚ ਕੈਂਸਰ ਹੋ ਗਿਆ। ਅਤੇ ਆਹ ਜਿਹੜਾ ਫੈਕਟਰੀਆਂ ਦਾ ਜਿਹੜਾ ਪਾਣੀ ਥੱਲੇ ਜਾ ਰਿਹਾ ਹੈ, ਜਾਂ ਉਹਨੂੰ ਨਹਿਰਾਂ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ, ਨਦੀਆਂ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ, ਉਹ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਖਰਾਬ ਹੋ ਗਿਆ। ਜੇ ਪੀਣ ਵਾਲਾ ਪਾਣੀ ਹੀ ਖਰਾਬ ਹੋ ਗਿਆ, ਫਿਰ ਤੇ ਪ੍ਰਕਿਰਤੀ ਦਾ ਇੱਕ ਤੱਤ ਖਰਾਬ ਹੋ ਗਿਆ, ਅਤੇ ਫਿਰ ਪੰਜਾਬ ਬਚੇਗਾ ਕਿੱਥੇ? ਅਤੇ ਇਸ ਕਰਕੇ ਸਰਕਾਰ ਦਾ ਇਹਨਾਂ ਚੀਜ਼ਾਂ 'ਤੇ ਕੋਈ ਧਿਆਨ ਨਹੀਂ ਜਾ ਰਿਹਾ, ਅਤੇ ਉਹ ਲੋਕ ਵਿਚਾਰੇ ਅੰਦੋਲਨ ਕਰ ਰਹੇ ਨੇ ਅਤੇ ਸਰਕਾਰ ਨੂੰ ਉਹਦੀ ਸੁਣ ਨਹੀਂ ਰਹੀ। NGT ਵੀ ਜਿਹੜਾ ਹੈ, ਜਿੰਨਾ ਸਟੈਂਡ ਉਹਨੂੰ ਲੈਣਾ ਚਾਹੀਦਾ ਹੈ, ਉਹ ਵੀ ਜਿਹੜਾ ਹੈ ਪੂਰਾ ਉਹਨਾਂ ਨੂੰ ਨਿਸ਼ਚਿੰਤ ਨਹੀਂ ਕਰ ਰਹੇ। ਚੜੂਨੀ ਸਾਹਿਬ, ਇੱਕ ਤੁਹਾਡਾ ਬਿਆਨ ਆਇਆ ਦਾਦੂਵਾਲ ਦੇ ਖਿਲਾਫ। ਤੁਸੀਂ ਉਹਨਾਂ ਨੂੰ ਕਿਹਾ ਵਿੱਚ ਤੁਹਾਡੇ ਇਸ ਬਿਆਨ ਦਾ ਬੜਾ ਗਲਤ ਮੈਸੇਜ ਗਿਆ ਕਿ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਤੁਸੀਂ ਇੱਕ ਆਰਐਸਐਸ ਬੰਦੇ ਨਾਲ ਸੰਬੋਧਿਤ ਕੀਤਾ। ਕੀ ਕਹਿਣਾ ਚਾਹੋਗੇ ਜੀ? ਨਹੀਂ, ਸਿੱਖ ਸੰਗਤਾਂ ਦੇ ਵਿਰੁੱਧ ਮੈਂ ਕੁਛ ਨਹੀਂ ਕਿਹਾ ਜੀ। ਅਤੇ ਉਹਦਾ ਵੀ ਕੋਈ ਇਹ ਨਹੀਂ ਹੈ ਕਿ ਵੀ ਕੋਈ ਮੈਂ ਸਿੱਖ ਪ੍ਰਚਾਰਕ ਦੇ ਵਿਰੁੱਧ ਕੁਛ ਬੋਲਿਆ ਵਾਂ। ਪਰ ਗੱਲ ਇਹ ਹੈ ਕਿ ਉਹ ਪਹਿਲਾਂ ਤੇ ਜਾ ਕੇ CM ਨਾਲ ਮਿਲਿਆ, ਕਿਸਾਨ ਜਿਹੜਾ ਅੰਦੋਲਨ ਹੈ ਉਹਦੇ ਪ੍ਰਤੀ ਉਹ ਗਲਤ ਸੀ। ਦੂਜਾ ਅਸੀਂ ਜਿਹੜਾ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਕਰ ਰਹੇ ਹਾਂ, ਉਹ ਬੀਜੇਪੀ ਦੇ ਲੀਡਰ ਨੂੰ ਬੁਲਾ ਰਹੇ ਹੈ, ਨਹੀਂ ਬੁਲਾਉਣਾ ਚਾਹੀਦਾ। ਨਹੀਂ ਬੁਲਾਉਣਾ ਚਾਹੀਦਾ। ਜਿੱਧਰ ਸਮਾਜ ਜਾਂਦਾ ਹੈ, ਜੇ ਆਪਾਂ ਹੁਣ ਉਹਨੂੰ ਸਿੱਖ ਸਮਾਜ 'ਤੇ ਲੈ ਕੇ ਵੜ ਜਾਈਏ, ਉਹਨੂੰ ਧਰਮ ਪ੍ਰਚਾਰਕ 'ਤੇ ਲੈ ਕੇ ਵੜ ਜਾਈਏ, ਇਹ ਕੋਈ ਗੱਲ ਥੋੜ੍ਹਾ ਹੀ ਹੈ। ਇਹ ਉਹਨੇ ਪਰਚਾ ਦਰਜ ਕਰਾਤਾ ਹੈ,
600 ਕਿਸਾਨਾਂ ਦੇ ਪਰਚਾ ਦਰਜ ਹੋ ਗਿਆ ਹੈ ਤੇ ਅਸੀਂ ਕਹਿ ਰਹੇ ਉਹਨੂੰ ਭਰਾਓ, ਉਹਨੂੰ ਵਾਪਸ ਕਰਾ ਪਰਚੇ ਨੂੰ। ਪਰਚਾ ਵਾਪਸ ਕਰਾਉਣਾ ਨਹੀਂ ਬਣਦਾ। ਹੁਣ ਜਾਣ 600 ਕਿਸਾਨ ਜਿਹੜੇ 'ਚ ਕੀ ਗੁਨਾਹ ਕਰਤਾ ਉਹਨਾਂ ਨੇ, ਤੇ ਉਹ ਤੇ ਉੱਥੇ ਆਇਆ ਵੀ ਨਹੀਂ। ਨਹੀਂ, 32 ਕਿਸਾਨ ਜਥੇਬੰਦੀਆਂ ਦੀ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ, ਸਰਕਾਰ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗ ਕਰ ਰਹੀ ਹੈ, ਇਹਦਾ ਤੁਸੀਂ ਕੀ ਭਾਵ ਲੈਂਦੇ ਹੋ ਜੀ? ਜੇ ਸਿੱਖ ਪ੍ਰਚਾਰਕ ਤੇ ਸਿੱਖ ਪ੍ਰਚਾਰਕਾਂ ਨਾਲ ਮੀਟਿੰਗ ਕਰਨੀ ਤਾਂ ਕੋਈ ਮਾੜੀ ਨਹੀਂ। ਸਿੱਖ ਪ੍ਰਚਾਰ ਕਰਨਾ ਕੋਈ ਬੁਰਾ ਹੈ? ਕਰਨਾ ਚਾਹੀਦਾ ਹੈ। ਤੇ ਉਹ ਕਿਸਾਨ ਜਥੇਬੰਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵੀ ਸਿੱਖ ਪ੍ਰਚਾਰਕਾਂ ਨਾਲ ਹੋ ਰਹੀ ਹੈ ਨਾ, ਜਿਹੜੇ ਵੱਖ-ਵੱਖ ਸਿੱਖ ਪ੍ਰਚਾਰਕ ਨੇ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਨੇ, ਉਧਰ ਸਰਕਾਰ ਵੀ ਕਰ ਰਹੀ ਹੈ ਜੀ। ਮੈਨੂੰ ਨਹੀਂ ਪਤਾ ਉਹ ਕਰ ਰਹੇ ਨੇ ਕੀ ਕਰ ਰਹੇ ਨੇ। ਸਿੱਖ ਪ੍ਰਚਾਰਕਾਂ ਨਾਲ ਕਰ ਰਹੀ ਹੈ। ਸਿੱਖੀ ਦਾ ਮਤਲਬ ਕਿ ਮਸਲਾ ਕਿੱਥੋਂ ਆ ਗਿਆ ਵਿੱਚ? ਨਹੀਂ, ਕਿਉਂਕਿ ਉਹ ਦਾਦੂਵਾਲ ਸਾਹਿਬ ਇੱਕ ਸਿੱਖ ਪ੍ਰਚਾਰਕ ਨੇ, ਇੱਕ ਧਰਮ ਦੇ ਨਾਂ ਤੇ ਉਹ ਸਿੱਖ ਪ੍ਰਚਾਰ ਕਰਦੇ ਨੇ। ਗਲਤ ਐਜ਼ ਏ ਸਿੱਖ ਪ੍ਰਚਾਰਕ ਅਸੀਂ ਥੋੜਾ ਹੀ ਕੁਛ ਕਿਹਾ ਹੈ। ਉਸ ਗੱਲ ਨੂੰ ਘੁਮਾਓ ਨਾ, ਉਸ ਗੱਲ ਨੂੰ। ਇਹ ਤੇ ਸਾਡੇ ਸਮਾਜ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਛੋਟੀ ਜਿਹੀ ਗੱਲ ਨੂੰ ਜਾ ਕੇ ਧਰਮ ਤੇ ਬਾੜਦੇ ਨੇ, ਛੋਟੀ ਜਿਹੀ ਗੱਲ ਨੂੰ ਜਾ ਕੇ ਤੂਲ ਦਿੰਦੇ ਨੇ ਉਹਨੂੰ। ਮਸਲਾ ਉਹ ਨਹੀਂ ਹੈ। ਮਸਲਾ ਬੀਜੇਪੀ ਦੇ ਲੀਡਰ ਨੂੰ ਬੁਲਾਉਣ ਦਾ ਹੈ। ਆਪਾਂ ਇਸ ਦੇਸ਼ ਨੂੰ ਬਚਾਉਣ ਵਾਸਤੇ ਲੱਗੇ ਕਿ ਬਰਬਾਦ ਕਰਨ ਵਾਸਤੇ ਲੱਗੇ ਆ? ਧਰਮ ਦਾ ਮਸਲਾ ਵਿੱਚ ਕਿੱਥੋਂ ਆ ਗਿਆ? ਉਹ ਤੇ ਬੀਜੇਪੀ ਨੂੰ ਬੁਲਾਉਣ ਦਾ ਮਤਲਬ ਹੈ। ਧਰਮ ਦਾ ਮਸਲਾ ਕਿੱਥੋਂ ਆ ਗਿਆ ਵਿੱਚ? ਖੇਤੀ ਮੰਤਰੀ ਤੋਮਰ ਸਾਹਿਬ ਦਾ ਬਾਰ-ਬਾਰ ਅਖਬਾਰਾਂ 'ਚ ਬਿਆਨ ਆਉਂਦਾ, ਟੀਵੀ 'ਤੇ ਬਿਆਨ ਆਉਂਦਾ ਕਿ ਅਸੀਂ ਸਰਕਾਰ ਗੱਲਬਾਤ ਲਈ ਤਿਆਰ ਹੈ, ਸਰਕਾਰ ਗੱਲਬਾਤ ਲਈ ਤਿਆਰ ਹੈ। ਕੀ 32 ਕਿਸਾਨ ਜਥੇਬੰਦੀਆਂ ਜਾਂ ਤੁਸੀਂ ਵੀ ਉਹਨਾਂ ਨਾਲ ਰਾਬਤਾ ਕਾਇਮ ਕਰ ਰਹੇ ਹੋ ਕਿ ਅਸੀਂ ਆਵਾਂਗੇ, ਗੱਲਬਾਤ ਕਰਾਂਗੇ? ਅਸੀਂ ਤੇ ਗੱਲਬਾਤ ਤੋਂ ਕਦੇ ਮਨਾ ਹੀ ਨਹੀਂ ਕੀਤਾ। ਜਦੋਂ ਜਿੰਨੀ ਵਾਰ ਉਹਨਾਂ ਨੇ ਬੁਲਾਏ ਉਨੀ ਵਾਰ ਗੱਲਬਾਤ ਵਾਸਤੇ ਗਏ। ਹੁਣ ਬੁਲਾਉਣਗੇ ਫਿਰ ਜਾਵਾਂਗੇ। ਪਰ ਉਹਦੇ ਜਿਹੜੇ ਬਿਆਨ ਨੇ, ਉਹ ਬਿਆਨ ਲੋਕਤਾਂਤਰਿਕ ਨਹੀਂ ਹੈ। ਬਿਆਨ ਉਹ ਦੇ ਰਿਹਾ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ। ਭੀੜ ਇਕੱਠੀ ਕਰਨ ਦਾ ਸਰਕਾਰ ਬਦਲ ਜਾਂਦੀ ਹੈ, ਤੂੰ ਕਹਿੰਦਾ ਕਾਨੂੰਨ ਨਹੀਂ ਬਦਲੇ ਜਾਂਦੇ। ਉਹ ਕਹਿੰਦਾ ਹੈ ਜੀ ਇਹ ਕਾਨੂੰਨਾਂ ਨੂੰ ਤੇ ਅਸੀਂ ਰੱਦ ਕਰਨਾ ਨਹੀਂ, ਕੋਈ ਹੋਰ ਗੱਲ ਕਰਨੀ ਹੈ ਤੇ ਆ ਜਾਓ। ਫਿਰ ਹੋਰ ਕੀ ਮੱਥਾ ਟੇਕਣ ਜਾਈਏ? ਜੇ ਕਾਨੂੰਨਾਂ 'ਤੇ ਗੱਲ ਨਹੀਂ ਕਰਨੀ, ਜੇ ਕਾਨੂੰਨ ਵਾਪਸ ਹੀ ਨਹੀਂ ਕਰਨੇ, ਕਾਹਦੇ ਵਾਸਤੇ ਜਾਈਏ? ਹੋਰ ਫਿਰ 8 ਮਹੀਨੇ ਹੋਏ ਕਾਹਦੇ ਵਾਸਤੇ ਬੈਠੇ ਆ? ਤੇ ਉਹ ਖਾਲੀ ਲੋਕਾਂ ਦਾ ਇੱਕ ਜਿਵੇਂ ਗੁੰਮਰਾਹ ਕਰਨਾ ਹੁੰਦਾ ਹੈ, ਉਸ ਤਰ੍ਹਾਂ ਦੇ ਬਿਆਨ ਦਿੰਦੇ ਨੇ। 8-9 ਮਹੀਨੇ ਹੋ ਗਏ, ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ, ਚੱਲ ਰਿਹਾ ਹੈ। ਲੋਕੀ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਨੇ। ਹੁਣ ਜੰਤਰ ਮੰਤਰ 'ਤੇ ਜਾ ਕੇ ਸੰਸਦ ਵੀ ਤੁਸੀਂ ਲਾ ਰਹੇ ਹੋ, ਠੀਕ ਹੈ। ਕੀ ਸਮਝਦੇ ਹੋ ਕਿ ਹੁਣ ਕਿਸਾਨ ਅੰਦੋਲਨ ਕਿੱਥੇ ਖੜਾ ਹੈ? ਦੇਖੋ, ਸ਼ਾਂਤੀਪੂਰਵਕ ਕਿਸਾਨ ਅੰਦੋਲਨ ਚੱਲ ਰਿਹਾ ਹੈ। ਪਿਛਲੇ 8.5 ਮਹੀਨਿਆਂ ਤੋਂ ਚੱਲ ਰਿਹਾ ਹੈ। 600 ਕਿਸਾਨ ਸ਼ਹੀਦ ਵੀ ਧਰਨੇ 'ਤੇ ਬੈਠੇ ਹੋ ਗਏ ਨੇ। ਤੇ ਇੰਨਾ ਵੱਡਾ ਅੰਦੋਲਨ ਸ਼ਾਇਦ ਪਹਿਲੇ ਵਾਰੀ ਅਸੀਂ ਦੇਸ਼ ਦੇ ਵਿੱਚ ਦੇਖ ਰਹੇ ਹਾਂ। ਤੇ ਪਰ ਸਰਕਾਰ ਜਿਹੜੀ ਹੈ ਉਹ ਲੋਕਤੰਤਰ ਦੇ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਉਹ ਖਾਲੀ ਪੂੰਜੀਪਤੀਆਂ ਵਾਸਤੇ ਕਾਨੂੰਨ ਬਣਾ ਕੇ ਤੇ ਲੋਕਤੰਤਰ ਦੀ ਅਣਦੇਖੀ ਕਰ ਰਹੀ ਹੈ। ਤੇ ਅਸੀਂ ਇਹ ਅੰਦੋਲਨ ਉਦੋਂ ਤੱਕ ਚਲਾਉਂਦੇ ਰਹਾਂਗੇ ਜਦੋਂ ਤੱਕ ਆਪਾਂ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਾ ਲੈਂਦੇ। ਤੁਸੀਂ ਕਿਹਾ ਕਿ ਜੇ ਅਸੀਂ ਕਾਨੂੰਨ ਰੱਦ ਕਰਾਉਣੇ ਨੇ, ਜੇ ਅਸੀਂ ਆਪਣੀ ਕਿਸਾਨੀ ਨੂੰ ਬਚਾਉਣਾ ਹੈ ਜਾਂ ਆਪਣੇ ਮਜ਼ਦੂਰਾਂ ਨੂੰ ਬਚਾਉਣਾ ਹੈ, ਤਾਂ ਸਾਨੂੰ ਇਸ ਸਿਸਟਮ ਦੇ ਵਿੱਚ ਵੜਨਾ ਪਊਗਾ। ਤੁਸੀਂ ਇੱਕ ਮਿਸ਼ਨ ਪੰਜਾਬ ਚਲਾ ਰਹੇ ਹੋ, ਤੁਸੀਂ ਮਿਸ਼ਨ ਪੰਜਾਬ ਸ਼ੁਰੂ ਕੀਤਾ ਹੈ। ਇਸ ਬਿਆਨ 'ਤੇ ਤੁਹਾਨੂੰ 32 ਕਿਸਾਨ ਜਥੇਬੰਦੀਆਂ ਨੇ 1 ਹਫ਼ਤੇ ਲਈ ਸਸਪੈਂਡ ਵੀ ਕੀਤਾ। ਪਰ ਇਹ ਆ ਵੀ ਮਿਸ਼ਨ ਪੰਜਾਬ ਪਹਿਲਾਂ ਮਿਸ਼ਨ ਬੰਗਾਲ ਚਲਾਇਆ, ਸਾਂਝੇ ਤੌਰ 'ਤੇ ਚੱਲਿਆ ਸਾਰਾ ਮਿਸ਼ਨ ਬੰਗਾਲ। ਸਾਰੇ ਕਿਸਾਨ ਆਗੂ ਜਾ ਕੇ ਉੱਥੇ ਉਹਨਾਂ ਨੇ ਕਵਰੇਜ ਕੀਤੀ ਔਰ ਉਹਨਾਂ ਨੇ ਬੋਲੇ ਵੀ ਨੇ। ਹੁਣ ਮਿਸ਼ਨ ਉੱਤਰ ਪ੍ਰਦੇਸ਼ ਯੂਪੀ ਚਲਾ ਰਹੇ ਹੋ। ਜੋਗਿੰਦਰ ਯਾਦਵ ਜੀ ਆਪ ਚੋਣ ਲੜਦੇ ਨੇ, ਉਹਨਾਂ ਨੂੰ ਕਿਉਂ ਨਹੀਂ ਸਸਪੈਂਡ ਕੀਤਾ ਗਿਆ ਜਾਂ ਉਹਨਾਂ ਦੇ ਖਿਲਾਫ 32 ਕਿਸਾਨ ਜਥੇਬੰਦੀਆਂ ਨੇ ਕਿਉਂ ਨਹੀਂ ਐਕਸ਼ਨ ਲਿਆ ਜੀ? ਇਹ ਤਾਂ ਉਹਨਾਂ ਨੂੰ ਪੁੱਛੋ ਯਾਰ, ਕਿਉਂ ਨਹੀਂ ਲਿਆ? ਤੁਹਾਡੇ ਕੀ ਵਿਚਾਰ? ਨਹੀਂ, ਦੇਖੋ, ਅਸੂਲ ਸਾਰਿਆਂ ਵਾਸਤੇ ਇੱਕੋ ਜਿਹੇ ਹੋਣੇ ਚਾਹੀਦੇ ਨੇ। ਜਿਹੜਾ ਸੰਯੁਕਤ ਮੋਰਚੇ ਦੀ ਜਿਹੜਾ ਕਿਸਾਨ ਸੰਸਦ ਲਾਈ ਹੈ, ਉਹਦੇ 'ਚ ਬਿਹਾਰ ਦਾ ਇੱਕ ਪੂਰਵ ਮੰਤਰੀ ਬਿਠਾਇਆ ਗਿਆ। ਉਹਦਾ ਬੇਟਾ ਮੌਜੂਦਾ ਸਰਕਾਰ ਦੇ ਵਿੱਚ ਮੰਤਰੀ ਹੈ। ਕਾਰਵਾਈ ਤਾਂ ਉਹਨਾਂ 'ਤੇ ਹੀ ਬਣਦੀ ਹੈ, ਕਿਉਂ ਬਿਠਾਇਆ? ਮਤਲਬ ਤੁਸੀਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ 'ਤੇ ਸਵਾਲ ਕਰ ਰਹੇ ਹੋ? ਹੁੰਦਾ ਕੀ ਹੈ, ਗਲਤੀਆਂ ਹੁੰਦੀਆਂ ਨੇ ਜਾਂ ਜਾਣ ਕੇ ਕਰਦੇ ਨੇ। ਪਰ ਮੈਂ ਉਹਨਾਂ ਨੂੰ ਬਰਦਾਸ਼ਤ ਕਰ ਜਾਂਦਾ, ਮੈਂ ਉਹਨਾਂ ਨੂੰ ਜ਼ਿਆਦਾ ਚੱਕਦਾ ਨਹੀਂ। ਜੋਗਿੰਦਰ ਯਾਦਵ ਨੇ ਵੀ ਆਪਣੇ ਪੋਸਟਰ ਲਾਏ ਨੇ, ਪੋਸਟਰ ਬਣਾ ਕੇ ਵੀ ਸੰਯੁਕਤ ਮੋਰਚੇ ਦੁਆਰਾ ਸਮਰਥਿਤ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਫਲਾਣਾ ਸਿੰਘ ਉੱਤੇ ਜੋਗਿੰਦਰ ਯਾਦਵ ਦੀ ਫੋਟੋ ਲੱਗੀ ਹੈ, ਕੈਂਡੀਡੇਟ ਦੀ ਫੋਟੋ ਲੱਗੀ ਹੈ। ਠੀਕ ਹੈ, ਇਹ ਤੇ ਕਈ ਗਲਤ। ਸੰਯੁਕਤ ਮੋਰਚੇ ਨੇ ਕਿਹੜਾ ਸਮਰਥਨ ਕਰਤਾ? ਔਰ ਉਹ ਮਿਸਯੂਜ਼ ਕਰ ਰਹੇ ਨੇ, ਕੋਈ ਕਾਰਵਾਈ ਨਹੀਂ। ਠੀਕ ਹੈ, ਤੇ
ਮਤਲਬ ਅਸੀਂ ਜਿਹੜਾ ਹੈ ਗੱਲ ਨੂੰ ਤੋਲ ਨਹੀਂ ਦੇਣਾ ਚਾਹੁੰਦੇ। ਉਹਨੇ ਮੇਰੇ ਖਿਲਾਫ ਕਾਰਵਾਈ ਕੀਤੀ ਹੈ, ਕੋਈ ਗੱਲ ਨਹੀਂ, ਬਰਦਾਸ਼ਤ ਕਰ ਲਈ, ਪਰ ਆਪਾਂ ਇਸ ਮੋਰਚੇ ਨੂੰ ਤੋੜਨਾ ਨਹੀਂ ਚਾਹੁੰਦੇ। ਜਿਹੜਾ ਮੋਰਚਾ ਬਣਿਆ ਹੋਇਆ ਆਪਾਂ ਲੜਾਂਗੇ। ਕੋਈ ਉਹ ਮੇਰੇ ਖਿਲਾਫ ਹੀ ਕਰ ਜਾਣ, ਦੂਜੇ ਦਿਨ ਨਾ ਵੀ ਕਰਨ ਤਾਂ ਕੋਈ ਨਹੀਂ ਗੱਲ, ਆਪਾਂ ਬਰਦਾਸ਼ਤ ਕਰ। ਤੁਸੀਂ ਇਹ ਸਮਝਦੇ ਹੋ, ਮਤਲਬ ਨਿੱਜੀ ਤੌਰ ਤੇ ਸਮਝਦੇ ਹੋ ਕਿ ਇੱਕ ਪਾਸੜ ਕਾਰਵਾਈ ਕੀਤੀ ਗਈ ਹੈ? ਇੱਕ ਪਾਸੇ ਤੇ ਹੈ ਹੀ ਹੈ, ਪਰ ਕੋਈ ਗੱਲ ਨਹੀਂ, ਜੇ ਹੋਈ ਆਪਾਂ ਉਹਦੇ ਨਾਲ ਵੀ ਨਿਪਟਾਂਗੇ, ਕੋਈ ਦਿੱਕਤ ਨਹੀਂ। ਸਾਰਾ ਪੰਜਾਬ ਜਾਣਦਾ ਹੈ, ਸਾਰਾ ਸੰਯੁਕਤ ਮੋਰਚਾ ਵੀ ਜਾਣਦਾ ਕਿ ਤੁਸੀਂ ਇਕੱਲੇ ਹੀ ਪੰਜਾਬ ਮਿਸ਼ਨ ਪੰਜਾਬ ਚਲਾ ਰਹੇ ਹੋ। ਜੇ 32 ਕਿਸਾਨ ਜਥੇਬੰਦੀਆਂ ਬੰਗਾਲ ਵਿੱਚ ਸਾਂਝੇ ਤੌਰ ਤੇ ਉਹਨਾਂ ਨੇ ਜਿਹੜਾ ਮਿਸ਼ਨ ਚਲਾਇਆ, ਫਿਰ ਉਹ ਹੁਣ ਯੂਪੀ ਦੇ ਵਿੱਚ ਸਾਂਝੇ ਤੌਰ ਤੇ ਚਲਾ ਰਹੇ ਨੇ, ਤੁਹਾਡੇ ਨਾਲ ਕਿਉਂ ਨਹੀਂ ਪੰਜਾਬ ਦੇ ਵਿੱਚ ਉਹ ਆ ਰਹੇ? ਇਹ ਤੇ ਉਹਨਾਂ ਨੂੰ ਪਤਾ ਹੋਣਾ ਕਿਉਂ ਨਹੀਂ ਆ ਰਹੇ, ਪਰ ਆ ਜਾਣਗੇ ਹੌਲੀ ਹੌਲੀ, ਮੈਨੂੰ ਲੱਗਦਾ ਹੈ। ਪਰ ਜੇ ਸਾਰੇ ਮਨ ਨਾਲ ਲੱਗ ਜਾਣ ਨਾ, ਤੇ ਸਰਕਾਰ ਦਾ ਤਖਤਾ ਪਲਟਿਆ ਲੈ। ਪੰਜਾਬ ਦੀ ਗੱਲ ਕਰਦੇ ਹੋ? ਪੰਜਾਬ ਦੀ ਗੱਲ ਕਰ ਰਿਹਾ ਮੈਂ, ਕਹਿੰਦਾ 117 ਚੋਂ ਇਹਨਾਂ ਦੀ ਨਹੀਂ 17 ਵੀ ਆਉਣੀ ਆ। ਇੰਨਾ ਤਖਤਾ ਪਲਟ ਹੋਏਗਾ ਜੇ ਸਾਰੇ ਆ ਜਾਣ। ਤੇ ਦੂਜਾ, ਇਹਨਾਂ ਦਾ ਇਲਾਜ ਵੀ ਨਹੀਂ ਹੈ। ਜੇ ਆਪਾਂ ਸੋਚੀਏ ਵੀ ਆਪਾਂ ਅੰਦੋਲਨਾਂ ਨਾਲ ਕੋਈ ਸੁਧਾਰ ਕਰਾ ਲਿਆਂਗੇ, ਕੋਈ 20 ਸਾਲ ਤੋਂ ਲੜ ਰਿਹਾ, ਕੋਈ 30 ਸਾਲ ਤੋਂ ਲੜ ਰਿਹਾ, ਤੇ ਅੱਜ ਤੱਕ ਤੇ ਸੁਧਾਰ ਕੋਈ ਹੋਇਆ ਨਹੀਂ। ਸੁਸਾਈਡ ਪਹਿਲਾਂ ਤੇ ਹੈ ਵੀ ਨਹੀਂ ਸੀ, ਹੁਣ ਸੁਸਾਈਡ ਵੀ ਹੋ ਰਹੇ। ਹੁਣ ਲੋਕਾਂ ਦੀ ਜ਼ਮੀਨਾਂ ਹੀ ਵਿਕ ਰਹੀਆਂ, ਕਰਜ਼ੇ ਦੇ ਵਿੱਚ ਸਾਡੀ ਪੋਜੀਸ਼ਨ, ਕੀ ਹਾਲ ਸਾਡਾ ਹੋ ਗਿਆ ਹੈ। ਹੁਣ ਸਾਡੀ ਫਸਲਾਂ ਵੀ ਖਰੀਦ ਬੰਦ ਕਰਤੀ। ਹੁਣ ਸਾਡਾ ਖੇਤੀ ਕਾਨੂੰਨ ਜਿਹੜਾ ਆਪ ਸਾਰਾ ਕਾਰੋਬਾਰ ਕਾਰਪੋਰੇਟ ਨੂੰ ਦਿੱਤਾ। ਸੰਗਠਨਾਂ ਦੇ ਹੁੰਦੇ ਆ, 8 ਮਹੀਨੇ ਤੋਂ ਬੈਠੇ ਆ, ਕੋਈ ਕੱਖ ਵੀ ਨਹੀਂ ਅੱਜ ਤੱਕ ਕਿਸੇ ਨੇ ਸੁਣਿਆ। 600 ਬੰਦੇ ਮਰ ਗਏ, ਕੋਈ ਪਰਵਾਹ ਨਹੀਂ। ਤੇ ਇਹਦਾ ਦੂਜਾ ਇਲਾਜ ਨਹੀਂ ਹੈ। ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੁੰਦੀ ਹੈ। ਰਾਜਨੀਤੀ ਦਾ ਮਾਰਿਆ ਦੇਸ਼ ਰਾਜਨੀਤੀ ਨਾਲ ਹੀ ਬਚੇਗਾ। ਰਾਜਨੀਤੀ ਨਾਲ ਮਾਰਿਆ ਕਿਸਾਨ ਰਾਜਨੀਤੀ ਨਾਲ ਹੀ ਬਚੇਗਾ। ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੁੰਦੀ ਹੈ। ਇਸ ਕਰਕੇ ਇਹ ਰਾਜਨੀਤੀ ਨੇ ਖੇਤੀ ਸਾਡੀ ਤਬਾਹ ਕੀਤੀ ਹੈ। ਰਾਜਨੀਤੀ ਨੇ ਕਾਰਪੋਰੇਟ ਦੇ ਪੱਖ ਦੇ ਕਾਨੂੰਨ ਬਣਾਏ ਨੇ, ਖੇਤੀ ਦੇ ਵਿਰੁੱਧ ਕਾਨੂੰਨ ਬਣਾਏ ਨੇ। ਉਸੇ ਰਾਜਨੀਤੀ ਨਾਲ ਹੀ ਖੇਤੀ ਦੇ ਪੱਖ ਦੇ ਕਾਨੂੰਨ ਬਣਨਗੇ। ਉਹ ਤਾਂ ਬਣਨਗੇ ਜਿਹਦੇ ਵਿੱਚ ਇੰਟਰ ਕਰੋਗੇ। ਕੀ ਹੁਣ ਸਮਝ ਲਿਆ ਜਾਵੇ ਕਿ ਗੁਰਨਾਮ ਸਿੰਘ ਚੜੂਨੀ ਜੀ ਕਿਸਾਨ ਆਗੂ ਨਹੀਂ, ਇੱਕ ਸਿਆਸੀ ਲੀਡਰ ਬਣ ਗਏ ਨੇ? ਹਾਂਜੀ, ਗੁਰਨਾਮ ਸਿੰਘ ਚੜੂਨੀ ਜੀ ਕਿਸਾਨ ਆਗੂ ਨਹੀਂ ਰਹਿ ਗਿਆ, ਹੁਣ ਇੱਕ ਸਿਆਸੀ ਲੀਡਰ ਬਣ ਗਏ ਨੇ। ਤੁਸੀਂ ਸਿਆਸੀ ਲੀਡਰ ਕੀ ਮੰਨਦੇ ਹੋ? ਸਿਆਸੀ ਹੁੰਦਾ ਕੀ ਹੈ? ਸਿਆਸੀ ਕੀ ਹੁੰਦਾ ਹੈ? ਸਿਆਸੀ ਕੋਈ ਪਾਪ ਕਰਨ ਵਾਲਾ ਹੁੰਦਾ ਹੈ? ਆਪਾਂ ਉਹਦਾ ਅਰਥ ਗਲਤ ਕੱਢ ਲਿਆ। ਰਾਜਨੀਤੀ ਦਾ ਮਤਲਬ ਹੁੰਦਾ ਹੈ ਰਾਜ ਕਰਨ ਦੀ ਨੀਤੀ। ਪਰ ਹੋਇਆ ਕੀ, ਚਾਣਕਿਆ ਨੇ ਵੀ ਕਿਹਾ, ਜੇ ਚੰਗੇ ਲੋਕ ਰਾਜਨੀਤੀ ਤੋਂ ਦੂਰ ਰਹਿਣਗੇ ਤੇ ਬੁਰੇ ਲੋਕ ਤੁਹਾਡੇ ਤੇ ਰਾਜ ਕਰਨਗੇ। ਉਹ ਹੋ ਗਏ ਅਸੀਂ ਚੰਗੇ ਲੋਕਾਂ ਨੇ ਤੇ ਕਹਿਤਾ ਜੀ ਅਸੀਂ ਤਾਂ ਰਾਜਨੀਤੀ ਨਹੀਂ ਜਾਂਦੇ। ਸਿਆਸੀ ਬੜਾ ਇੱਕ ਪਾਪ। ਉਹ ਜਿਹੜਾ ਬੰਦਾ ਰਾਜਨੀਤੀ ਕਰ ਰਿਹਾ, ਉਹ ਕਹਿੰਦਾ ਅੱਛਾ ਇਹ ਰਾਜਨੀਤੀ ਕਰਨ ਵਾਸਤੇ ਅੰਦੋਲਨ ਕਰ ਰਹੇ ਸੀ। ਉਹ ਰਾਜਨੀਤੀ ਕਰਨ ਵਾਲਾ ਜਿਹੜਾ ਪਹਿਲਾ ਮੰਤਰੀ ਹੈ, ਜਿਹਦਾ ਬਾਪ ਮੰਤਰੀ ਸੀ, ਜਿਹਦਾ ਬਾਬਾ ਮੰਤਰੀ ਸੀ, ਉਹ ਕਹਿ ਰਿਹਾ ਅੱਛਾ ਇਹ ਕਿਸਾਨੀ ਨਾਲੇ ਰਾਜਨੀਤੀ ਵਾਸਤੇ ਕਰ ਰਹੇ। ਜਿਹੜਾ 20 ਸਾਲ ਤੋਂ ਅੰਦੋਲਨ ਕਰ ਰਿਹਾ, 30 ਸਾਲ ਤੋਂ ਅੰਦੋਲਨ ਕਰ ਰਿਹਾ, ਜੇ ਉਹ ਰਾਜਨੀਤੀ ਦੇ ਵਿੱਚ ਜਾਂਦਾ ਤੇ ਬੜਾ ਵੱਡਾ ਗੁਨਾਹ। ਜਿਵੇਂ ਡਾਕਾ ਮਾਰ ਲਿਆ, ਜਿਵੇਂ ਚੋਰ ਹੋਵੇ, ਤੇ ਜਿਹੜਾ ਰਾਜਨੀਤੀ 'ਚ ਲੁੱਟ ਕੇ ਖਾ ਗਿਆ, ਆਪਣੇ ਦੇਸ਼ ਨੂੰ ਲੁੱਟ ਕੇ ਵਿਦੇਸ਼ਾਂ 'ਚ ਪੈਸਾ ਜਮ੍ਹਾਂ ਕਰਾਤਾ, ਕਹਿੰਦਾ ਇਹ ਠੀਕ ਹੈ। ਤੇ ਜਦੋਂ ਤੱਕ ਆਪਾਂ ਇਹ ਸੋਚਾਂਗੇ, ਉਦੋਂ ਤੱਕ ਤਬਾਹੀ ਸਾਡੇ ਸਾਹਮਣੇ ਰਹੇਗੀ। ਤੁਸੀਂ ਕਿਹਾ ਅਸੀਂ ਸਿਸਟਮ ਦੇ ਵਿੱਚ ਆਵਾਂਗੇ, ਅਸੀਂ ਸਿਸਟਮ ਆਪ ਠੀਕ ਕਰਾਂਗੇ। ਕੀ ਤੁਸੀਂ 117 ਸੀਟਾਂ 'ਤੇ ਆਪਣੇ ਉਮੀਦਵਾਰ ਖੜੇ ਕਰਾਓਗੇ? ਅਜੇ ਤੇ ਆਪਾਂ ਇੱਕ ਆਵਾਜ਼ ਦੇ ਰਹੇ ਹਾਂ ਜੀ। ਅਜੇ ਤੇ ਆਪਾਂ ਇੱਕ ਗੱਲ ਛੱਡੀ ਹੈ। ਅਜੇ ਤੇ ਆਪਾਂ ਨਰਸਰੀ ਤਿਆਰ ਕਰ ਰਹੇ ਹਾਂ। ਆਪਾਂ ਪਹਿਲਾਂ ਕਿਵੇਂ ਕਹਿ ਦਈਏ ਵੀ ਆਪਾਂ ਕਿੰਨਾ ਬੀਜਾਂਗੇ। ਆਪਾਂ ਅਜੇ ਤੇ ਨਰਸਰੀ ਤਿਆਰ ਕਰ ਰਹੇ ਹਾਂ ਵੀ ਹੁੰਦਾ ਕੀ ਹੈ, ਲੋਕਾਂ ਦੀ ਭਾਵਨਾ ਕੀ ਆਉਂਦੀ ਹੈ, ਲੋਕ ਕੀ ਚਾਹੁੰਦੇ ਨੇ। 2022 ਦੇ ਇਲੈਕਸ਼ਨ ਤੁਸੀਂ ਲੜੋਗੇ ਜਾਂ ਆਪਣੇ ਉਮੀਦਵਾਰ ਖੜੇ ਕਰੋਗੇ? ਮੈਂ ਉਹੀ ਕਹਿ ਰਿਹਾ, ਤੇ ਅਸੀਂ ਵਿਚਾਰ ਛੱਡ ਰਹੇ ਹਾਂ ਲੋਕਾਂ ਦੇ ਵਿੱਚ। ਲੋਕ ਕਿੰਨਾ ਐਕਸੈਪਟ ਕਰ ਰਹੇ ਨੇ, ਉਸ ਚੀਜ਼ 'ਤੇ ਨਿਰਭਰ ਕਰੇਗਾ। ਲੋਕਾਂ ਦੀ ਆਵਾਜ਼ ਸੁਣਨ ਤੋਂ ਬਾਅਦ ਤੁਸੀਂ ਆਪਣੇ ਉਮੀਦਵਾਰ ਦਿਓਗੇ? ਲੋਕਾਂ ਦੀ ਆਵਾਜ਼ ਸੁਣਨ ਤੋਂ ਬਾਅਦ ਕਿੰਨਾ ਰਿਸਪੌਂਸ ਆਇਆ ਹੈ, ਕੀ ਲੋਕ ਚਾਹੁੰਦੇ ਨੇ, ਉਸ ਤੋਂ ਬਾਅਦ। ਜੇ ਤੁਸੀਂ ਉਮੀਦਵਾਰ ਖੜੇ ਕਰਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਪਾਰਟੀ ਪੰਜਾਬ ਦੇ ਵਿੱਚ ਤੁਸੀਂ ਉਹਨਾਂ ਨਾਲ ਗੱਠਜੋੜ ਕਰ ਸਕਦੇ ਹੋ, ਜਾਂ ਇਕੱਲੇ ਹੀ ਲੜਨਾ ਚਾਹੋਗੇ? ਕਿਉਂ ਗੱਠਜੋੜ ਕਰਨ ਦੀ ਕਿਹੜੀ ਲੋੜ ਪਏਗੀ? ਕਿਸਾਨਾਂ ਦੀ 80 ਲੱਖ ਵੋਟ ਤੋਂ 80 ਤੋਂ 90 ਲੱਖ ਵੋਟ ਦੇ ਵਿਚਕਾਰ ਕਿਸਾਨਾਂ ਦੀ ਹੈ। 59 ਲੱਖ ਵੋਟ ਨਾਲ ਸਰਕਾਰ ਬਣੀ ਹੈ। ਇਹ ਆਪਣੀ ਵੋਟ ਆਪਣੇ ਕੋਲ ਨਹੀਂ ਪਾ ਸਕਦੇ। ਸੜਕਾਂ 'ਤੇ ਅਸੀਂ ਜਿਹੜਾ ਹੈ ਹੱਡੀਆਂ ਘਸਾ ਰਹੇ ਹਾਂ।
2 ਡਿਗਰੀ ਟੈਂਪਰੇਚਰ ਦੇ ਵਿੱਚ ਬੈਠੇ ਆ, 45 ਡਿਗਰੀ ਟੈਂਪਰੇਚਰ ਦੇ ਵਿੱਚ ਬੈਠੇ, ਜਿੱਥੇ ਆਪਾਂ ਇੰਨੀ ਖੇਚਲ ਕਰ ਰਹੇ ਹਾਂ ਉੱਥੇ ਆਪਾਂ ਆਪਣੀ ਵੋਟ ਆਪਣੇ ਕੋਲ ਨਹੀਂ ਪਾ ਸਕਦੇ ਯਾਰ। ਜੇ ਆਪਣੀ ਵੋਟ ਆਪਣੇ ਕੋਲ ਪਾ ਲੈਣ ਤੇ ਤੁਹਾਡੀ ਸਰਕਾਰ ਆਉਂਦੀ ਹੈ, ਲੈ ਰੌਲਾ ਖਤਮ ਹੋ ਗਿਆ। ਇੰਨੀ ਤੇ ਗੱਲ ਹੈ। ਉਹ ਤੇ ਆਪਾਂ ਕਦੇ ਉਸ ਦੇ ਪਿੱਛੇ ਲੱਗੇ, ਕਦੇ ਉਸ ਦੇ ਤਲਵੇ ਚੱਟੇ, ਕਦੇ ਉਸ ਦੇ ਤਲਵੇ ਚੱਟੇ। ਉਸ ਟਾਈਮ ਤੇ ਆਪਾਂ ਤਲਵੇ ਚੱਟੇ ਆ ਰਾਜਨੀਤਿਕ ਪਾਰਟੀਆਂ ਦੇ, ਤੇ ਆਪਣੀ ਵੋਟ ਆਪਣੇ ਕੋਲ ਹੀ ਤੇ ਪਾਣੀ ਹੈ। ਸਾਰਾ ਮਜ਼ਦੂਰ ਤੁਹਾਡੇ ਨਾਲ ਲੱਗਣ ਵਾਸਤੇ ਤਿਆਰ ਬੈਠਾ ਹੈ। ਤੇ ਅੱਜ ਦੇ ਤੁਹਾਡੇ ਸਾਹਮਣੇ ਦੇਸ਼ ਦੇ ਸਾਰੇ ਦੇਸ਼ ਦੇ ਵਪਾਰੀ ਇਕੱਠੇ ਹੋ ਕੇ ਕਹਿ ਰਹੇ ਆ ਕਿ ਹਾਂ ਤੁਸੀਂ ਲੱਗੋ ਅੱਗੇ, ਅਸੀਂ ਤੁਹਾਡੇ ਪਿੱਛੇ ਲੱਗਣ ਵਾਸਤੇ ਤਿਆਰ। ਮਜ਼ਦੂਰ ਲੱਗ ਰਹੇ ਨੇ, ਦੁਕਾਨ ਵਾਲੇ ਲੱਗ ਰਹੇ ਨੇ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ, ਸਾਡੇ ਹੀ ਲੀਡਰ ਨਹੀਂ ਲੱਗ ਰਹੇ, ਇਹਨਾਂ ਨੂੰ ਵੀ ਰੱਬ ਦਾ ਅਕਲ ਦੇ ਲੱਗ ਜਾਣ। ਸੋ ਇਹ ਸਨ ਸਰਦਾਰ ਗੁਰਨਾਮ ਸਿੰਘ ਚੜੂਨੀ, ਜੋ ਕਹਿ ਰਹੇ ਨੇ ਕਿ ਸਾਨੂੰ ਸਿਸਟਮ ਦੇ ਵਿੱਚ ਆ ਕੇ ਸਿਸਟਮ ਨੂੰ ਬਦਲਣਾ ਪੈਣਾ ਹੈ। ਸਿਆਸਤ ਦੀ ਗੱਲ ਨਹੀਂ ਹੈ, ਇੱਕ ਸਿਸਟਮ ਦੀ ਗੱਲ ਹੈ, ਤਾਂ ਹੀ ਕਿਸਾਨਾਂ ਦਾ ਭਲਾ ਹੋਵੇਗਾ। R19 ਨਿਊਜ਼ ਲਈ ਮੈਂ ਸ਼ਰਨਜੀਤ ਬੈਂਸ, ਲੁਧਿਆਣਾ। ਇੱਕ ਤੁਹਾਡਾ ਬਿਆਨ ਆਇਆ ਦਾਦੂਵਾਲ ਦੇ ਖਿਲਾਫ, ਤੁਸੀਂ ਉਹਨਾਂ ਨੂੰ ਕਿਹਾ ਵਿੱਚ ਤੁਹਾਡੇ ਇਸ ਬਿਆਨ ਦਾ ਬੜਾ ਗਲਤ ਮੈਸੇਜ ਗਿਆ ਕਿ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਤੁਸੀਂ ਇੱਕ RSS ਬੰਦੇ ਨਾਲ ਸੰਬੋਧਿਤ ਕੀਤਾ। ਪਹਿਲਾਂ ਤੇ ਜਾ ਕੇ CM ਨਾਲ ਮਿਲਿਆ, ਕਿਸਾਨ ਜਿਹੜਾ ਅੰਦੋਲਨ ਹੈ ਉਹਦੇ ਪ੍ਰਤੀ ਉਹ ਗਲਤ ਸੀ। ਦੂਜਾ, ਅਸੀਂ ਜਿਹੜਾ BJP ਦੇ ਲੀਡਰਾਂ ਦਾ ਵਿਰੋਧ ਕਰ ਰਹੇ ਹਾਂ, ਉਹ BJP ਦੇ ਲੀਡਰ ਨੂੰ ਬੁਲਾ ਰਹੇ ਆ, ਨਹੀਂ ਬੁਲਾਉਣਾ ਚਾਹੀਦਾ। ਜੇ ਆਪਾਂ ਹੁਣ ਉਹਨੂੰ ਸਿੱਖ ਸਮਾਜ ਤੇ ਲੈ ਕੇ ਵੜ ਜਾਈਏ, ਉਹਨੂੰ ਧਰਮ ਪ੍ਰਚਾਰਕ ਤੇ ਲੈ ਕੇ ਵੜ ਜਾਈਏ, ਇਹ ਕੋਈ ਗੱਲ ਥੋੜ੍ਹਾ ਹੀ ਹੈ। ਉਹਨੇ ਪਰਚਾ ਦਰਜ ਕਰਾਤਾ ਹੈ, 600 ਕਿਸਾਨਾਂ ਦੇ ਪਰਚਾ ਦਰਜ ਹੋ ਗਿਆ ਹੈ, ਤੇ ਅਸੀਂ ਕਹਿ ਰਹੇ ਉਹਨੂੰ ਭਰਾਓ, ਉਹਨੂੰ ਵਾਪਸ ਕਰਾ ਪਰਚੇ ਨੂੰ। 32 ਕਿਸਾਨ ਜਥੇਬੰਦੀਆਂ ਦੀਆਂ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ, ਸਰਕਾਰ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗ ਕਰ ਰਹੀ ਹੈ। ਇਹਦਾ ਤੁਸੀਂ ਕੀ ਭਾਵ ਲੈਂਦੇ? ਸਿੱਖੀ ਦਾ ਮਤਲਬ ਕਿ ਮਸਲਾ ਕਿੱਥੋਂ ਆ ਗਿਆ ਵਿੱਚ? ਕਿਉਂਕਿ ਉਹ ਦਾਦੂਵਾਲ ਸਾਹਿਬ ਇੱਕ ਸਿੱਖ ਪ੍ਰਚਾਰਕ ਨੇ। ਸਾਡੇ ਸਮਾਜ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਛੋਟੀ ਜਿਹੀ ਗੱਲ ਨੂੰ ਜਾ ਕੇ ਧਰਮ ਤੇ ਵਾੜਦੇ ਨੇ, ਛੋਟੀ ਜਿਹੀ ਗੱਲ ਨੂੰ ਜਾ ਕੇ ਤੂਲ ਦਿੰਦੇ ਨੇ ਉਹਨੂੰ। ਜਦੋਂ ਜਿੰਨੀ ਵਾਰ ਉਹਨਾਂ ਨੇ ਬੁਲਾਏ ਉਨੀ ਵਾਰ ਗੱਲਬਾਤ ਵਾਸਤੇ ਗਏ, ਹੁਣ ਬੁਲਾਉਣਗੇ ਫਿਰ ਜਾਵਾਂਗੇ। ਪਰ ਉਹਦੇ ਜਿਹੜੇ ਬਿਆਨ ਨੇ, ਉਹ ਬਿਆਨ ਲੋਕਤਾਂਤਰਿਕ ਨਹੀਂ ਹੈ। ਬਿਆਨ ਉਹ ਦੇ ਰਿਹਾ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ। ਭੀੜ ਇਕੱਠੀ ਕਰਨ ਦਾ ਸਰਕਾਰ ਬਦਲ ਜਾਂਦੀ, ਤੂੰ ਕਹਿੰਦਾ ਕਾਨੂੰਨ ਨਹੀਂ ਬਦਲੇ ਜਾਂਦੇ। ਉਹ ਕਹਿੰਦਾ ਜੀ ਇਹ ਕਾਨੂੰਨਾਂ ਨੂੰ ਤੇ ਅਸੀਂ ਰੱਦ ਕਰਨਾ ਨਹੀਂ, ਕੋਈ ਹੋਰ ਗੱਲ ਕਰਨੀ ਹੈ ਤੇ ਆ ਜਾਓ, ਫਿਰ ਹੋਰ ਕੀ ਮੱਥਾ ਟੇਕਣ ਜਾਈਏ। ਜੋਗਿੰਦਰ ਯਾਦਵ ਨੇ ਵੀ ਆਪਣੇ ਪੋਸਟਰ ਲਾਏ ਨੇ, ਪੋਸਟਰ ਬਣਾ ਕੇ ਵੀ ਸੰਯੁਕਤ ਮੋਰਚੇ ਦੁਆਰਾ ਸਮਰਥਿਤ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਫਲਾਣਾ ਸਿੰਘ ਉੱਤੇ ਯੋਗਿੰਦਰ ਯਾਦਵ ਦੀ ਫੋਟੋ ਲੱਗੀ ਹੈ, ਕੈਂਡੀਡੇਟ ਦੀ ਫੋਟੋ ਲੱਗੀ ਹੈ। ਠੀਕ ਹੈ, ਇਹ ਤੇ ਕਈ ਗਲਤ। ਸੰਯੁਕਤ ਮੋਰਚੇ ਨੇ ਕਿਹੜਾ ਸਮਰਥਨ ਕਰਤਾ? ਪਰ ਉਹ ਮਿਸਯੂਜ਼ ਕਰ ਰਹੇ ਨੇ, ਕੋਈ ਕਾਰਵਾਈ ਨਹੀਂ। ਰਾਜਨੀਤੀ ਦਾ ਮਤਲਬ ਹੁੰਦਾ ਹੈ ਰਾਜ ਕਰਨ ਦੀ ਨੀਤੀ। ਪਰ ਹੋਇਆ ਕੀ, ਚਾਣਕਿਆ ਨੇ ਵੀ ਕਿਹਾ ਹੈ, ਜੇ ਚੰਗੇ ਲੋਕ ਰਾਜਨੀਤੀ ਤੋਂ ਦੂਰ ਰਹਿਣਗੇ ਤੇ ਬੁਰੇ ਲੋਕ ਤੁਹਾਡੇ ਤੇ ਰਾਜ ਕਰਨਗੇ। ਉਹ ਹੋ ਗਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ R19 ਨਿਊਜ਼ TV, ਮੈਂ ਹਾਂ ਸ਼ਰਨਜੀਤ ਬੈਂਸ। ਕਿਸਾਨੀ ਮਸਲਾ ਸਿਖਰਾਂ ਤੇ ਪਹੁੰਚਿਆ ਹੋਇਆ। ਸਿੰਘੂ ਬਾਰਡਰ ਤੇ ਕਿਸਾਨਾਂ ਨੇ 9 ਮਹੀਨਿਆਂ ਤੋਂ ਧਰਨੇ ਲਾਏ ਹੋਏ ਨੇ। ਦਿੱਲੀ ਦੀ ਬਰੂਹਾਂ ਤੇ ਕਿਸਾਨ ਆਗੂ ਰੋਜ਼ ਹੀ ਮੀਟਿੰਗਾਂ ਕਰਦੇ ਨੇ, PC ਕਰਦੇ ਨੇ। ਹੁਣ ਕਿਸਾਨ ਆਗੂ ਰੋਜ਼ ਜੰਤਰ ਮੰਤਰ ਤੇ ਜਾ ਕੇ ਸੰਸਦ ਲਾਉਂਦੇ ਨੇ। ਸਾਡੇ ਨਾਲ ਅੱਜ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਦੇ ਅਧਿਕਸ਼ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ। ਚੜੂਨੀ ਜੀ, R19 ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਚੜੂਨੀ ਜੀ। ਅੱਜ ਤੁਸੀਂ ਮੱਤੇਵਾੜੇ ਦੇ ਜੰਗਲਾਂ ਵਿੱਚ ਜਾ ਕੇ ਆਏ ਹੋ, ਉਹਨਾਂ ਦੀ ਤੁਸੀਂ ਗੱਲਬਾਤ ਕੀਤੀ, ਮਸਲੇ ਸੁਣੇ ਨੇ। ਕੀ ਲੱਗਦਾ ਕਿ ਸਰਕਾਰ ਨੂੰ ਉੱਥੇ ਇੰਡਸਟਰੀ ਲਾਉਣੀ ਚਾਹੀਦੀ ਹੈ ਜਾਂ ਨਹੀਂ ਲਾਉਣੀ ਚਾਹੀਦੀ? ਦੇਖੋ, ਸਰਕਾਰ ਜਿਹੜੀ ਹੈ ਉਹ ਲੋਕਾਂ ਨੂੰ ਵਸਾਉਣ ਵਾਸਤੇ ਹੁੰਦੀ ਹੈ। ਉਸ ਜ਼ਮੀਨ 'ਤੇ ਜਿਹੜੇ ਲੋਕ ਖੇਤੀ ਕਰ ਰਹੇ ਨੇ, ਜਿਨ੍ਹਾਂ ਦਾ ਉੱਥੋਂ ਪਰਿਵਾਰ ਚੱਲ ਰਿਹਾ ਹੈ, ਇੱਕ ਤੇ ਉਹਨਾਂ ਵਾਸਤੇ ਕੋਈ ਮੁਆਵਜ਼ਾ ਤੈਅ ਨਹੀਂ ਕੀਤਾ। ਦੂਜੀ ਗੱਲ, ਜਿਹੜਾ ਪ੍ਰਦੂਸ਼ਣ ਹੈ ਉਹ ਪੰਜਾਬ ਦੇ ਵਿੱਚ ਜਿਸ ਕਦਰ ਫੈਲ ਰਿਹਾ, ਹਰ ਘਰ 'ਚ ਕੈਂਸਰ ਦਾ ਮਰੀਜ਼ ਹੋ ਗਿਆ। ਕਈ ਜ਼ਿਲ੍ਹੇ ਇਸ ਤਰ੍ਹਾਂ ਦੇ ਨੇ ਬਈ ਜਿੱਥੇ ਹਰ ਘਰ ਦੇ ਵਿੱਚ ਕੈਂਸਰ ਹੋ ਗਿਆ। ਅਤੇ ਆਹ ਜਿਹੜਾ ਫੈਕਟਰੀਆਂ ਦਾ ਜਿਹੜਾ ਪਾਣੀ ਥੱਲੇ ਜਾ ਰਿਹਾ ਹੈ, ਜਾਂ ਉਹਨੂੰ ਨਹਿਰਾਂ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ, ਨਦੀਆਂ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ, ਉਹ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਖਰਾਬ ਹੋ ਗਿਆ। ਜੇ ਪੀਣ ਵਾਲਾ ਪਾਣੀ ਹੀ ਖਰਾਬ ਹੋ ਗਿਆ, ਫਿਰ ਤੇ ਪ੍ਰਕਿਰਤੀ ਦਾ ਇੱਕ ਤੱਤ ਖਰਾਬ ਹੋ ਗਿਆ, ਅਤੇ ਫਿਰ ਪੰਜਾਬ ਬਚੇਗਾ ਕਿੱਥੇ? ਅਤੇ ਇਸ ਕਰਕੇ ਸਰਕਾਰ ਦਾ ਇਹਨਾਂ ਚੀਜ਼ਾਂ 'ਤੇ ਕੋਈ ਧਿਆਨ ਨਹੀਂ ਜਾ ਰਿਹਾ, ਅਤੇ ਉਹ ਲੋਕ ਵਿਚਾਰੇ ਅੰਦੋਲਨ ਕਰ ਰਹੇ ਨੇ ਅਤੇ ਸਰਕਾਰ ਉਹਨਾਂ ਦੀ ਸੁਣ ਨਹੀਂ ਰਹੀ। NGTV ਜਿਹੜਾ ਹੈ, ਜਿੰਨਾ ਸਟੈਂਡ ਉਹਨੂੰ ਲੈਣਾ ਚਾਹੀਦਾ ਹੈ, ਉਹ ਵੀ ਜਿਹੜਾ ਹੈ ਪੂਰਾ ਉਹਨਾਂ ਨੂੰ
ਨਿਸ਼ਚਿੰਤ ਨਹੀਂ ਕਰ ਰਹੇ। ਰੂਨੀ ਸਾਹਿਬ, ਇੱਕ ਤੁਹਾਡਾ ਬਿਆਨ ਆਇਆ ਦਾਦੂਵਾਲ ਦੇ ਖਿਲਾਫ, ਤੁਸੀਂ ਉਹਨਾਂ ਨੂੰ ਕਿਹਾ ਵਿੱਚ ਤੁਹਾਡੇ ਇਸ ਬਿਆਨ ਦਾ ਬੜਾ ਗਲਤ ਮੈਸੇਜ ਗਿਆ ਕਿ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਤੁਸੀਂ ਇੱਕ ਆਰਐਸਐਸ ਦੇ ਬੰਦੇ ਨਾਲ ਸੰਬੋਧਿਤ ਕੀਤਾ, ਕੀ ਕਹਿਣਾ ਚਾਹੋਗੇ ਜੀ? ਨਹੀਂ, ਸਿੱਖ ਸੰਗਤਾਂ ਦੇ ਵਿਰੁੱਧ ਮੈਂ ਕੁਝ ਨਹੀਂ ਕਿਹਾ ਜੀ। ਤੇ ਉਹਦਾ ਵੀ ਕੋਈ ਇਹ ਨਹੀਂ ਹੈ ਕਿ ਵੀ ਕੋਈ ਮੈਂ ਸਿੱਖ ਪ੍ਰਚਾਰਕ ਦੇ ਵਿਰੁੱਧ ਕੁਝ ਬੋਲਿਆ ਵਾਂ। ਪਰ ਗੱਲ ਇਹ ਹੈ ਕਿ ਉਹ ਪਹਿਲਾਂ ਤੇ ਜਾ ਕੇ ਸੀਐਮ ਨਾਲ ਮਿਲਿਆ, ਕਿਸਾਨ ਜਿਹੜਾ ਅੰਦੋਲਨ ਹੈ ਉਹਦੇ ਪ੍ਰਤੀ ਉਹ ਗਲਤ ਸੀ। ਦੂਜਾ, ਅਸੀਂ ਜਿਹੜਾ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਕਰ ਰਹੇ ਹਾਂ, ਉਹ ਬੀਜੇਪੀ ਦੇ ਲੀਡਰ ਨੂੰ ਬੁਲਾ ਰਹੇ ਹੈ, ਨਹੀਂ ਬੁਲਾਉਣਾ ਚਾਹੀਦਾ, ਨਹੀਂ ਬੁਲਾਉਣਾ ਚਾਹੀਦਾ। ਜਿੱਧਰ ਸਮਾਜ ਜਾਂਦਾ ਹੈ, ਜੇ ਆਪਾਂ ਹੁਣ ਉਹਨੂੰ ਸਿੱਖ ਸਮਾਜ ਤੇ ਲੈ ਕੇ ਵੜ ਜਾਈਏ, ਉਹਨੂੰ ਧਰਮ ਪ੍ਰਚਾਰਕ ਤੇ ਲੈ ਕੇ ਵੜ ਜਾਈਏ, ਇਹ ਕੋਈ ਗੱਲ ਥੋੜ੍ਹਾ ਹੀ ਹੈ। ਇਹ ਉਹਨੇ ਪਰਚਾ ਦਰਜ ਕਰਾਤਾ ਹੈ, 600 ਕਿਸਾਨਾਂ ਦੇ ਪਰਚਾ ਦਰਜ ਹੋ ਗਿਆ ਹੈ, ਤੇ ਅਸੀਂ ਕਹਿ ਰਹੇ ਉਹਨੂੰ ਭਰਾਓ, ਉਹਨੂੰ ਵਾਪਸ ਕਰਾ ਪਰਚੇ ਨੂੰ। ਪਰਚਾ ਵਾਪਸ ਕਰਾਉਣਾ ਨਹੀਂ ਬਣਦਾ। ਹੁਣ ਜਾਣ 600 ਕਿਸਾਨ ਜਿਹੜੇ 'ਚ ਕੀ ਗੁਨਾਹ ਕਰਤਾ ਉਹਨਾਂ ਨੇ, ਤੇ ਉਹ ਤੇ ਉੱਥੇ ਆਇਆ ਵੀ ਨਹੀਂ। ਨਹੀਂ, 32 ਕਿਸਾਨ ਜਥੇਬੰਦੀਆਂ ਦੀਆਂ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ, ਸਰਕਾਰ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗ ਕਰ ਰਹੀ ਹੈ, ਇਹਦਾ ਤੁਸੀਂ ਕੀ ਭਾਵ ਲੈਂਦੇ ਹੋ ਜੀ? ਜੇ ਸਿੱਖ ਪ੍ਰਚਾਰਕ ਤੇ ਸਿੱਖ ਪ੍ਰਚਾਰਕਾਂ ਨਾਲ ਮੀਟਿੰਗ ਕਰਨੀ ਤਾਂ ਕੋਈ ਮਾੜੀ ਨਹੀਂ, ਸਿੱਖ ਪ੍ਰਚਾਰ ਕਰਨਾ ਕੋਈ ਬੁਰਾ ਹੈ, ਕਰਨਾ ਚਾਹੀਦਾ ਹੈ। ਤੇ ਉਹ ਕਿਸਾਨ ਜਥੇਬੰਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵੀ ਸਿੱਖ ਪ੍ਰਚਾਰਕਾਂ ਨਾਲ ਹੋ ਰਹੀ ਹੈ ਨਾ, ਜਿਹੜੇ ਵੱਖ-ਵੱਖ ਸਿੱਖ ਪ੍ਰਚਾਰਕ ਨੇ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਨੇ, ਉਧਰ ਸਰਕਾਰ ਵੀ ਕਰ ਰਹੀ ਹੈ। ਮੈਨੂੰ ਨਹੀਂ ਪਤਾ ਉਹ ਕਰ ਰਹੇ ਨੇ ਕੀ ਕਰ ਰਹੇ ਨੇ, ਸਿੱਖ ਪ੍ਰਚਾਰਕਾਂ ਨਾਲ ਕਰ ਰਹੀ ਹੈ। ਸਿੱਖੀ ਦਾ ਮਤਲਬ ਕਿ ਮਸਲਾ ਕਿੱਥੋਂ ਆ ਗਿਆ ਵਿੱਚ? ਨਹੀਂ, ਕਿਉਂਕਿ ਉਹ ਦਾਦੂਵਾਲ ਸਾਹਿਬ ਇੱਕ ਸਿੱਖ ਪ੍ਰਚਾਰਕ ਨੇ, ਇੱਕ ਧਰਮ ਦੇ ਨਾਂ ਤੇ ਉਹ ਸਿੱਖ ਪ੍ਰਚਾਰ ਕਰਦੇ ਨੇ। ਗਲਤ ਗਲਤ ਗਲਤ। ਐਜ਼ ਏ ਸਿੱਖ ਪ੍ਰਚਾਰਕ ਅਸੀਂ ਥੋੜਾ ਹੀ ਕੁਝ ਕਿਹਾ। ਉਸ ਗੱਲ ਨੂੰ ਘੁਮਾਓ ਨਾ, ਉਸ ਗੱਲ ਨੂੰ, ਇਹ ਤੇ ਸਾਡੇ ਸਮਾਜ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਛੋਟੀ ਜਿਹੀ ਗੱਲ ਨੂੰ ਜਾ ਕੇ ਧਰਮ ਤੇ ਵਾੜਦੇ ਨੇ, ਛੋਟੀ ਜਿਹੀ ਗੱਲ ਨੂੰ ਜਾ ਕੇ ਤੂਲ ਦਿੰਦੇ ਨੇ ਉਹਨੂੰ। ਮਸਲਾ ਉਹ ਨਹੀਂ ਹੈ, ਮਸਲਾ ਬੀਜੇਪੀ ਦੇ ਲੀਡਰ ਨੂੰ ਬੁਲਾਉਣ ਦਾ ਹੈ। ਆਪਾਂ ਇਸ ਦੇਸ਼ ਨੂੰ ਬਚਾਉਣ ਵਾਸਤੇ ਲੱਗੇ ਕਿ ਬਰਬਾਦ ਕਰਨ ਵਾਸਤੇ ਲੱਗੇ ਆ? ਧਰਮ ਦਾ ਮਸਲਾ ਵਿੱਚ ਕਿੱਥੋਂ ਆ ਗਿਆ? ਉਹ ਤੇ ਬੀਜੇਪੀ ਨੂੰ ਬੁਲਾਉਣ ਦਾ ਮਤਲਬ ਹੈ, ਧਰਮ ਦਾ ਮਸਲਾ ਕਿੱਥੋਂ ਆ ਗਿਆ ਵਿੱਚ? ਖੇਤੀ ਮੰਤਰੀ ਤੋਮਰ ਸਾਹਿਬ ਦਾ ਬਾਰ-ਬਾਰ ਅਖਬਾਰਾਂ 'ਚ ਬਿਆਨ ਆਉਂਦਾ, ਟੀਵੀ 'ਤੇ ਬਿਆਨ ਆਉਂਦਾ ਕਿ ਅਸੀਂ ਸਰਕਾਰ ਗੱਲਬਾਤ ਲਈ ਤਿਆਰ ਹੈ, ਸਰਕਾਰ ਗੱਲਬਾਤ ਲਈ ਤਿਆਰ ਹੈ। ਕੀ 32 ਕਿਸਾਨ ਜਥੇਬੰਦੀਆਂ ਜਾਂ ਤੁਸੀਂ ਵੀ ਉਹਨਾਂ ਨਾਲ ਰਾਬਤਾ ਕਾਇਮ ਕਰ ਰਹੇ ਹੋ ਕਿ ਅਸੀਂ ਆਵਾਂਗੇ, ਗੱਲਬਾਤ ਕਰਾਂਗੇ? ਅਸੀਂ ਤੇ ਗੱਲਬਾਤ ਤੋਂ ਕਦੇ ਮਨਾ ਹੀ ਨਹੀਂ ਕੀਤਾ। ਜਦੋਂ ਜਿੰਨੀ ਵਾਰ ਉਹਨਾਂ ਨੇ ਬੁਲਾਏ ਉਨੀ ਵਾਰ ਗੱਲਬਾਤ ਵਾਸਤੇ ਗਏ, ਹੁਣ ਬੁਲਾਉਣਗੇ ਫਿਰ ਜਾਵਾਂਗੇ। ਪਰ ਉਹਦੇ ਜਿਹੜੇ ਬਿਆਨ ਨੇ, ਉਹ ਬਿਆਨ ਲੋਕਤਾਂਤਰਿਕ ਨਹੀਂ ਹੈ। ਬਿਆਨ ਉਹ ਦੇ ਰਿਹਾ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ। ਭੀੜ ਇਕੱਠੀ ਕਰਨ ਦਾ ਸਰਕਾਰ ਬਦਲ ਜਾਂਦੀ ਹੈ, ਤੂੰ ਕਹਿੰਦਾ ਕਾਨੂੰਨ ਨਹੀਂ ਬਦਲੇ ਜਾਂਦੇ। ਉਹ ਕਹਿੰਦਾ ਹੈ ਜੀ ਇਹ ਕਾਨੂੰਨਾਂ ਨੂੰ ਤੇ ਅਸੀਂ ਰੱਦ ਕਰਨਾ ਨਹੀਂ, ਕੋਈ ਹੋਰ ਗੱਲ ਕਰਨੀ ਹੈ ਤੇ ਆ ਜਾਓ। ਫਿਰ ਹੋਰ ਕੀ ਮੱਥਾ ਟੇਕਣ ਜਾਈਏ? ਜੇ ਕਾਨੂੰਨਾਂ 'ਤੇ ਗੱਲ ਨਹੀਂ ਕਰਨੀ, ਜੇ ਕਾਨੂੰਨ ਵਾਪਸ ਹੀ ਨਹੀਂ ਕਰਨੇ, ਕਾਹਦੇ ਵਾਸਤੇ ਜਾਈਏ? ਹੋਰ ਫਿਰ 8 ਮਹੀਨੇ ਹੋਏ ਕਾਹਦੇ ਵਾਸਤੇ ਬੈਠੇ ਆ? ਤੇ ਉਹ ਖਾਲੀ ਲੋਕਾਂ ਦਾ ਇੱਕ ਜਿਵੇਂ ਗੁੰਮਰਾਹ ਕਰਨਾ ਹੁੰਦਾ ਹੈ, ਉਸ ਤਰ੍ਹਾਂ ਦੇ ਬਿਆਨ ਦਿੰਦੇ ਨੇ। 8-9 ਮਹੀਨੇ ਹੋ ਗਏ, ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ, ਚੱਲ ਰਿਹਾ ਹੈ। ਲੋਕੀ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਨੇ, ਹੁਣ ਜੰਤਰ ਮੰਤਰ 'ਤੇ ਜਾ ਕੇ ਸੰਸਦ ਵੀ ਤੁਸੀਂ ਲਾ ਰਹੇ ਹੋ, ਠੀਕ ਹੈ। ਕੀ ਸਮਝਦੇ ਹੋ ਕਿ ਹੁਣ ਕਿਸਾਨ ਅੰਦੋਲਨ ਕਿੱਥੇ ਖੜਾ ਹੈ? ਦੇਖੋ, ਸ਼ਾਂਤੀਪੂਰਵਕ ਕਿਸਾਨ ਅੰਦੋਲਨ ਚੱਲ ਰਿਹਾ ਹੈ, ਪਿਛਲੇ 8.5 ਮਹੀਨਿਆਂ ਤੋਂ ਚੱਲ ਰਿਹਾ ਹੈ। 600 ਕਿਸਾਨ ਸ਼ਹੀਦ ਵੀ ਧਰਨੇ 'ਤੇ ਬੈਠੇ ਹੋ ਗਏ ਨੇ, ਤੇ ਇੰਨਾ ਵੱਡਾ ਅੰਦੋਲਨ ਸ਼ਾਇਦ ਪਹਿਲੇ ਵਾਰੀ ਅਸੀਂ ਦੇਸ਼ ਦੇ ਵਿੱਚ ਦੇਖ ਰਹੇ ਹਾਂ। ਤੇ ਪਰ ਸਰਕਾਰ ਜਿਹੜੀ ਹੈ ਉਹ ਲੋਕਤੰਤਰ ਦੇ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਉਹ ਖਾਲੀ ਪੂੰਜੀਪਤੀਆਂ ਵਾਸਤੇ ਕਾਨੂੰਨ ਬਣਾ ਕੇ ਤੇ ਲੋਕਤੰਤਰ ਦੀ ਅਣਦੇਖੀ ਕਰ ਰਹੀ ਹੈ। ਤੇ ਅਸੀਂ ਇਹ ਅੰਦੋਲਨ ਉਦੋਂ ਤੱਕ ਚਲਾਉਂਦੇ ਰਹਾਂਗੇ ਜਦੋਂ ਤੱਕ ਆਪਾਂ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਾ ਲੈਂਦੇ। ਤੁਸੀਂ ਕਿਹਾ ਕਿ ਜੇ ਅਸੀਂ ਕਾਨੂੰਨ ਰੱਦ ਕਰਾਉਣੇ ਨੇ, ਜੇ ਅਸੀਂ ਆਪਣੀ ਕਿਸਾਨੀ ਨੂੰ ਬਚਾਉਣਾ ਹੈ ਜਾਂ ਆਪਣੇ ਮਜ਼ਦੂਰਾਂ ਨੂੰ ਬਚਾਉਣਾ ਹੈ, ਤਾਂ ਸਾਨੂੰ ਇਸ ਸਿਸਟਮ ਦੇ ਵਿੱਚ ਵੜਨਾ ਪਊਗਾ। ਤੁਸੀਂ ਇੱਕ ਮਿਸ਼ਨ ਪੰਜਾਬ ਚਲਾ ਰਹੇ ਹੋ, ਤੁਸੀਂ ਮਿਸ਼ਨ ਪੰਜਾਬ ਸ਼ੁਰੂ ਕੀਤਾ ਹੈ। ਇਸ ਬਿਆਨ 'ਤੇ ਤੁਹਾਨੂੰ 32 ਕਿਸਾਨ ਜਥੇਬੰਦੀਆਂ ਨੇ 1 ਹਫ਼ਤੇ ਲਈ ਸਸਪੈਂਡ ਵੀ ਕੀਤਾ। ਪਰ ਇਹ ਹੈ ਵੀ ਮਿਸ਼ਨ ਪੰਜਾਬ, ਪਹਿਲਾਂ ਮਿਸ਼ਨ ਬੰਗਾਲ ਚਲਾਇਆ, ਸਾਂਝੇ ਤੌਰ 'ਤੇ ਚੱਲਿਆ ਸਾਰਾ ਮਿਸ਼ਨ ਬੰਗਾਲ। ਸਾਰੇ ਕਿਸਾਨ ਆਗੂ ਜਾ ਕੇ ਉੱਥੇ ਉਹਨਾਂ ਨੇ ਕਵਰੇਜ ਕੀਤੀ ਔਰ ਉਹਨਾਂ ਨੇ ਬੋਲੇ ਵੀ ਨੇ। ਹੁਣ ਮਿਸ਼ਨ ਉੱਤਰ ਪ੍ਰਦੇਸ਼ ਯੂਪੀ ਚਲਾ ਰਹੇ ਹੋ। ਜੋਗਿੰਦਰ ਯਾਦਵ ਜੀ ਆਪ ਚੋਣ ਲੜਦੇ ਨੇ, ਉਹਨਾਂ ਨੂੰ ਕਿਉਂ ਨਹੀਂ ਸਸਪੈਂਡ ਕੀਤਾ ਗਿਆ ਜਾਂ ਉਹਨਾਂ ਦੇ ਖਿਲਾਫ 32 ਕਿਸਾਨ ਜਥੇਬੰਦੀਆਂ ਨੇ ਕਿਉਂ ਨਹੀਂ ਐਕਸ਼ਨ ਲਿਆ ਜੀ? ਇਹ ਤਾਂ ਉਹਨਾਂ ਨੂੰ ਪੁੱਛੋ ਯਾਰ, ਕਿਉਂ ਨਹੀਂ ਲਿਆ? ਤੁਹਾਡੇ ਕੀ ਵਿਚਾਰ?
ਨਹੀਂ, ਦੇਖੋ ਅਸੂਲ ਸਾਰਿਆਂ ਵਾਸਤੇ ਇੱਕੋ ਜਿਹੇ ਹੋਣੇ ਚਾਹੀਦੇ ਨੇ। ਜਿਹੜਾ ਸੰਯੁਕਤ ਮੋਰਚੇ ਦੀ ਜਿਹੜਾ ਕਿਸਾਨ ਸੰਸਦ ਲਾਈ ਹੈ ਉਹਦੇ 'ਚ ਬਿਹਾਰ ਦਾ ਇੱਕ ਪੂਰਵ ਮੰਤਰੀ ਬਿਠਾਇਆ ਗਿਆ ਜੀ, ਉਹਦਾ ਬੇਟਾ ਮੌਜੂਦਾ ਸਰਕਾਰ ਦੇ ਵਿੱਚ ਮੰਤਰੀ ਹੈ। ਕਾਰਵਾਈ ਤਾਂ ਉਹਨਾਂ ਤੇ ਹੀ ਬਣਦੀ ਹੈ, ਕਿਉਂ ਬਿਠਾਇਆ? ਮਤਲਬ ਤੁਸੀਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਸਵਾਲ ਕਰ ਰਹੇ ਹੋ। ਹੁੰਦਾ ਕੀ ਹੈ, ਗਲਤੀਆਂ ਹੁੰਦੀਆਂ ਨੇ ਜਾਂ ਜਾਣ ਕੇ ਕਰਦੇ ਨੇ, ਪਰ ਮੈਂ ਉਹਨਾਂ ਨੂੰ ਬਰਦਾਸ਼ਤ ਕਰ ਜਾਂਦਾ, ਮੈਂ ਉਹਨਾਂ ਨੂੰ ਜ਼ਿਆਦਾ ਚੱਕਦਾ ਨਹੀਂ। ਯੋਗੇਂਦਰ ਯਾਦਵ ਨੇ ਵੀ ਆਪਣੇ ਪੋਸਟਰ ਲਾਏ ਨੇ, ਪੋਸਟਰ ਬਣਾ ਕੇ ਵੀ ਸੰਯੁਕਤ ਮੋਰਚੇ ਦੁਆਰਾ ਸਮਰਥਿਤ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਫਲਾਣਾ ਸਿੰਘ ਉੱਤੇ ਯੋਗੇਂਦਰ ਯਾਦਵ ਦੀ ਫੋਟੋ ਲੱਗੀ ਹੈ, ਕੈਂਡੀਡੇਟ ਦੀ ਫੋਟੋ ਲੱਗੀ ਹੈ। ਠੀਕ ਹੈ, ਇਹ ਤੇ ਕਈ ਗਲਤ। ਸੰਯੁਕਤ ਮੋਰਚੇ ਨੇ ਕਿਹੜਾ ਸਮਰਥਨ ਕਰਤਾ, ਔਰ ਉਹ ਮਿਸਯੂਜ਼ ਕਰ ਰਹੇ ਨੇ, ਕੋਈ ਕਾਰਵਾਈ ਨਹੀਂ। ਠੀਕ ਹੈ, ਤੇ ਮਤਲਬ ਅਸੀਂ ਜਿਹੜਾ ਹੈ ਗੱਲ ਨੂੰ ਤੋਲ ਨਹੀਂ ਦੇਣਾ ਚਾਹੁੰਦੇ। ਉਹਨੇ ਮੇਰੇ ਖਿਲਾਫ ਕਾਰਵਾਈ ਕੀਤੀ ਹੈ, ਕੋਈ ਗੱਲ ਨਹੀਂ, ਬਰਦਾਸ਼ਤ ਕਰ ਲਈ, ਪਰ ਆਪਾਂ ਇਸ ਮੋਰਚੇ ਨੂੰ ਤੋੜਨਾ ਨਹੀਂ ਚਾਹੁੰਦੇ। ਜਿਹੜਾ ਮੋਰਚਾ ਬਣਿਆ ਹੋਇਆ ਆਪਾਂ ਲੜਾਂਗੇ। ਕੋਈ ਉਹ ਮੇਰੇ ਖਿਲਾਫ ਹੀ ਕਰ ਜਾਣ, ਦੂਜੇ ਦਿਨ ਨਾ ਵੀ ਕਰਨ ਤਾਂ ਕੋਈ ਨਹੀਂ ਗੱਲ, ਆਪਾਂ ਬਰਦਾਸ਼ਤ ਕਰ। ਤੁਸੀਂ ਇਹ ਸਮਝਦੇ ਹੋ, ਮਤਲਬ ਨਿੱਜੀ ਤੌਰ ਤੇ ਸਮਝਦੇ ਹੋ ਕਿ ਇੱਕ ਪਾਸੜ ਕਾਰਵਾਈ ਕੀਤੀ ਗਈ ਹੈ? ਇੱਕ ਪਾਸੇ ਤੇ ਹੈ ਹੀ ਹੈ, ਪਰ ਕੋਈ ਗੱਲ ਨਹੀਂ, ਜੇ ਹੋਈ ਆਪਾਂ ਉਹਦੇ ਨਾਲ ਵੀ ਨਿਪਟਾਂਗੇ, ਕੋਈ ਦਿੱਕਤ ਨਹੀਂ। ਸਾਰਾ ਪੰਜਾਬ ਜਾਣਦਾ ਹੈ, ਸਾਰਾ ਸੰਯੁਕਤ ਮੋਰਚਾ ਵੀ ਜਾਣਦਾ ਕਿ ਤੁਸੀਂ ਇਕੱਲੇ ਹੀ ਪੰਜਾਬ ਮਿਸ਼ਨ ਪੰਜਾਬ ਚਲਾ ਰਹੇ ਹੋ। ਜੇ 32 ਕਿਸਾਨ ਜਥੇਬੰਦੀਆਂ ਬੰਗਾਲ ਵਿੱਚ ਸਾਂਝੇ ਤੌਰ ਤੇ ਉਹਨਾਂ ਨੇ ਜਿਹੜਾ ਮਿਸ਼ਨ ਚਲਾਇਆ, ਫਿਰ ਉਹ ਹੁਣ ਯੂਪੀ ਦੇ ਵਿੱਚ ਸਾਂਝੇ ਤੌਰ ਤੇ ਚਲਾ ਰਹੇ ਨੇ, ਤੁਹਾਡੇ ਨਾਲ ਕਿਉਂ ਨਹੀਂ ਪੰਜਾਬ ਦੇ ਵਿੱਚ ਉਹ ਆ ਰਹੇ? ਇਹ ਤੇ ਉਹਨਾਂ ਨੂੰ ਪਤਾ ਹੋਣਾ ਕਿਉਂ ਨਹੀਂ ਆ ਰਹੇ, ਪਰ ਆ ਜਾਣਗੇ ਹੌਲੀ ਹੌਲੀ, ਮੈਨੂੰ ਲੱਗਦਾ ਹੈ। ਪਰ ਜੇ ਸਾਰੇ ਮਨ ਨਾਲ ਲੱਗ ਜਾਣ ਨਾ, ਤੇ ਸਰਕਾਰ ਦਾ ਤਖਤਾ ਪਲਟਿਆ ਲੈ। ਪੰਜਾਬ ਦੀ ਗੱਲ ਕਰਦੇ ਹੋ? ਪੰਜਾਬ ਦੀ ਗੱਲ ਕਰ ਰਿਹਾ ਮੈਂ। ਕਹਿੰਦਾ 117 ਚੋਂ ਇਹਨਾਂ ਦੀ ਨਹੀਂ 17 ਵੀ ਆਉਣੀ ਆ। ਇੰਨਾ ਤਖਤਾ ਪਲਟ ਹੋਏਗਾ ਜੇ ਸਾਰੇ ਆ ਜਾਣ। ਤੇ ਦੂਜਾ, ਇਹਨਾਂ ਦਾ ਇਲਾਜ ਵੀ ਨਹੀਂ ਹੈ। ਜੇ ਆਪਾਂ ਸੋਚੀਏ ਵੀ ਆਪਾਂ ਅੰਦੋਲਨਾਂ ਨਾਲ ਕੋਈ ਸੁਧਾਰ ਕਰਾ ਲਿਆਂਗੇ, ਕੋਈ 20 ਸਾਲ ਤੋਂ ਲੜ ਰਿਹਾ, ਕੋਈ 30 ਸਾਲ ਤੋਂ ਲੜ ਰਿਹਾ, ਤੇ ਅਜੇ ਤੱਕ ਤੇ ਸੁਧਾਰ ਕੋਈ ਹੋਇਆ ਨਹੀਂ। ਸੁਸਾਈਡ ਪਹਿਲਾਂ ਤੇ ਹੈ ਵੀ ਨਹੀਂ ਸੀ, ਹੁਣ ਸੁਸਾਈਡ ਵੀ ਹੋ ਰਹੇ। ਹੁਣ ਲੋਕਾਂ ਦੀ ਜ਼ਮੀਨਾਂ ਵੀ ਵਿਕਰੀਆਂ, ਕਰਜ਼ੇ ਦੇ ਵਿੱਚ ਸਾਡੀ ਪੋਜੀਸ਼ਨ, ਕੀ ਹਾਲ ਸਾਡਾ ਹੋ ਗਿਆ। ਹੁਣ ਸਾਡੀ ਫਸਲਾਂ ਵੀ ਖਰੀਦ ਬੰਦ ਕਰਤੀ। ਹੁਣ ਸਾਡਾ ਖੇਤੀ ਕਾਨੂੰਨ ਜਿਹੜਾ ਆਪ ਸਾਰਾ ਕਾਰੋਬਾਰ ਕਾਰਪੋਰੇਟ ਨੂੰ ਦਿੱਤਾ। ਯੂ ਸੰਗਠਨਾਂ ਦੇ ਹੁੰਦੇ ਆ। 8 ਮਹੀਨੇ ਤੋਂ ਬੈਠੇ ਆ, ਕੋਈ ਕੱਖ ਵੀ ਨਹੀਂ ਅੱਜ ਤੱਕ ਕਿਸੇ ਨੇ ਸੁਣਿਆ। 600 ਬੰਦੇ ਮਰ ਗਏ, ਕੋਈ ਪਰਵਾਹ ਨਹੀਂ। ਤੇ ਇਹਦਾ ਦੂਜਾ ਇਲਾਜ ਨਹੀਂ ਹੈ। ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੁੰਦੀ ਹੈ। ਰਾਜਨੀਤੀ ਦਾ ਮਾਰਿਆ ਦੇਸ਼ ਰਾਜਨੀਤੀ ਨਾਲ ਹੀ ਬਚੇਗਾ। ਰਾਜਨੀਤੀ ਨਾਲ ਮਾਰਿਆ ਕਿਸਾਨ ਰਾਜਨੀਤੀ ਨਾਲ ਹੀ ਬਚੇਗਾ। ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੁੰਦੀ ਹੈ। ਇਸ ਕਰਕੇ ਇਹ ਰਾਜਨੀਤੀ ਨੇ ਖੇਤੀ ਸਾਡੀ ਤਬਾਹ ਕੀਤੀ ਹੈ। ਰਾਜਨੀਤੀ ਨੇ ਕਾਰਪੋਰੇਟ ਦੇ ਪੱਖ ਦੇ ਕਾਨੂੰਨ ਬਣਾਏ ਨੇ, ਖੇਤੀ ਦੇ ਵਿਰੁੱਧ ਕਾਨੂੰਨ ਬਣਾਏ ਨੇ। ਉਸੇ ਰਾਜਨੀਤੀ ਨਾਲ ਹੀ ਖੇਤੀ ਦੇ ਪੱਖ ਦੇ ਕਾਨੂੰਨ ਬਣਨਗੇ। ਉਹ ਤਾਂ ਬਣਨਗੇ ਜਿਹਦੇ ਵਿੱਚ ਇੰਟਰ ਕਰੋਗੇ। ਕੀ ਹੁਣ ਸਮਝ ਲਿਆ ਜਾਵੇ ਕਿ ਗੁਰਨਾਮ ਸਿੰਘ ਚੜੂਨੀ ਜੀ ਕਿਸਾਨ ਆਗੂ ਨਹੀਂ, ਇੱਕ ਸਿਆਸੀ ਲੀਡਰ ਬਣ ਗਏ ਨੇ? ਹਾਂਜੀ, ਗੁਰਨਾਮ ਸਿੰਘ ਚੜੂਨੀ ਜੀ ਕਿਸਾਨ ਆਗੂ ਨਹੀਂ ਰਹਿ ਗਏ, ਹੁਣ ਇੱਕ ਸਿਆਸੀ ਲੀਡਰ ਬਣ ਗਏ ਨੇ। ਤੁਸੀਂ ਸਿਆਸੀ ਲੀਡਰ ਕੀ ਮੰਨਦੇ ਹੋ? ਸਿਆਸੀ ਹੁੰਦਾ ਕੀ ਹੈ? ਸਿਆਸੀ ਕੀ ਹੁੰਦਾ ਹੈ? ਸਿਆਸੀ ਕੋਈ ਪਾਪ ਕਰਨ ਵਾਲਾ ਹੁੰਦਾ ਹੈ? ਆਪਾਂ ਉਹਦਾ ਅਰਥ ਗਲਤ ਕੱਢ ਲਿਆ। ਰਾਜਨੀਤੀ ਦਾ ਮਤਲਬ ਹੁੰਦਾ ਹੈ ਰਾਜ ਕਰਨ ਦੀ ਨੀਤੀ। ਪਰ ਹੋਇਆ ਕੀ, ਚਾਣਕਿਆ ਨੇ ਵੀ ਕਿਹਾ ਹੈ, ਜੇ ਚੰਗੇ ਲੋਕ ਰਾਜਨੀਤੀ ਤੋਂ ਦੂਰ ਰਹਿਣਗੇ ਤੇ ਬੁਰੇ ਲੋਕ ਤੁਹਾਡੇ ਤੇ ਰਾਜ ਕਰਨਗੇ। ਉਹ ਹੋ ਗਏ ਚੰਗੇ ਲੋਕਾਂ ਨੇ ਤੇ ਕਹਿਤਾ ਜੀ ਅਸੀਂ ਤਾਂ ਰਾਜਨੀਤੀ ਨਹੀਂ ਜਾਂਦੇ। ਸਿਆਸੀ ਬੜਾ ਇੱਕ ਪਾਪ। ਉਹ ਜਿਹੜਾ ਬੰਦਾ ਰਾਜਨੀਤੀ ਕਰ ਰਿਹਾ, ਉਹ ਕਹਿੰਦਾ ਅੱਛਾ ਇਹ ਰਾਜਨੀਤੀ ਕਰਨ ਵਾਸਤੇ ਅੰਦੋਲਨ ਕਰ ਰਹੇ ਸੀ। ਉਹ ਰਾਜਨੀਤੀ ਕਰਨ ਵਾਲਾ ਜਿਹੜਾ ਪਹਿਲਾ ਮੰਤਰੀ ਹੈ, ਜਿਹਦਾ ਬਾਪ ਮੰਤਰੀ ਸੀ, ਜਿਹਦਾ ਬਾਬਾ ਮੰਤਰੀ ਸੀ, ਉਹ ਕਹਿ ਰਿਹਾ ਅੱਛਾ ਇਹ ਕਿਸਾਨ ਨਾਲੇ ਰਾਜਨੀਤੀ ਵਾਸਤੇ ਕਰ ਰਹੇ। ਜਿਹੜਾ 20 ਸਾਲ ਤੋਂ ਅੰਦੋਲਨ ਕਰ ਰਿਹਾ, 30 ਸਾਲ ਤੋਂ ਅੰਦੋਲਨ ਕਰ ਰਿਹਾ, ਜੇ ਉਹ ਰਾਜਨੀਤੀ ਦੇ ਵਿੱਚ ਜਾਂਦਾ ਤੇ ਬੜਾ ਵੱਡਾ ਗੁਨਾਹ। ਜਿਵੇਂ ਡਾਕਾ ਮਾਰ ਲਿਆ, ਜਿਵੇਂ ਚੋਰ ਹੋਏ, ਤੇ ਜਿਹੜਾ ਰਾਜਨੀਤੀ 'ਚ ਲੁੱਟ ਕੇ ਖਾ ਗਿਆ, ਆਪਣੇ ਦੇਸ਼ ਨੂੰ ਲੁੱਟ ਕੇ ਵਿਦੇਸ਼ਾਂ 'ਚ ਪੈਸਾ ਜਮ੍ਹਾਂ ਕਰਾਤਾ, ਕਹਿੰਦਾ ਇਹ ਠੀਕ ਹੈ। ਤੇ ਜਦੋਂ ਤੱਕ ਆਪਾਂ ਇਹ ਸੋਚਾਂਗੇ ਉਦੋਂ ਤੱਕ ਤਬਾਹੀ ਸਾਡੇ ਸਾਹਮਣੇ ਰਹੇਗੀ। ਤੁਸੀਂ ਕਿਹਾ ਅਸੀਂ ਸਿਸਟਮ ਦੇ ਵਿੱਚ ਆਵਾਂਗੇ, ਅਸੀਂ ਸਿਸਟਮ ਆਪ ਠੀਕ ਕਰਾਂਗੇ। ਕੀ ਤੁਸੀਂ 117 ਸੀਟਾਂ ਦੇ ਆਪਣੇ ਉਮੀਦਵਾਰ ਖੜੇ ਕਰਾਓਗੇ? ਅਜੇ ਤੇ ਆਪਾਂ ਇੱਕ ਆਵਾਜ਼ ਦੇ ਰਹੇ ਹਾਂ। ਅਜੇ ਤੇ ਆਪਾਂ ਇੱਕ ਗੱਲ ਛੱਡੀ ਹੈ। ਅਜੇ ਤੇ ਆਪਾਂ ਨਰਸਰੀ ਤਿਆਰ ਕਰ ਰਹੇ ਹਾਂ।
ਆਪਾਂ ਪਹਿਲਾਂ ਕਿਵੇਂ ਕਹਿ ਦਈਏ ਵੀ ਉਹ ਆਪਾਂ ਕਿੰਨਾ ਬੀਜਾਂਗੇ। ਆਪਾਂ ਇੱਥੇ ਨਰਸਰੀ ਤਿਆਰ ਕਰ ਰਹੇ ਹਾਂ ਵੀ ਹੁੰਦਾ ਕੀ ਹੈ, ਲੋਕਾਂ ਦੀ ਭਾਵਨਾ ਕੀ ਆਉਂਦੀ ਹੈ, ਲੋਕ ਕੀ ਚਾਹੁੰਦੇ ਨੇ। 2022 ਦੇ ਇਲੈਕਸ਼ਨ ਤੁਸੀਂ ਲੜੋਗੇ ਜਾਂ ਆਪਣੇ ਉਮੀਦਵਾਰ ਖੜੇ ਕਰੋਗੇ? ਮੈਂ ਉਹੀ ਕਹਿ ਰਿਹਾ ਤੇ ਅਸੀਂ ਵਿਚਾਰ ਛੱਡ ਰਹੇ ਹਾਂ ਲੋਕਾਂ ਦੇ ਵਿੱਚ, ਲੋਕ ਕਿੰਨਾ ਐਕਸੈਪਟ ਕਰ ਰਹੇ ਨੇ ਉਸ ਚੀਜ਼ ਤੇ ਨਿਰਭਰ ਕਰੇਗਾ। ਲੋਕਾਂ ਦੀ ਆਵਾਜ਼ ਸੁਣਨ ਤੋਂ ਬਾਅਦ ਤੁਸੀਂ ਆਪਣੇ ਉਮੀਦਵਾਰ ਦਿਓਗੇ? ਲੋਕਾਂ ਦੀ ਆਵਾਜ਼ ਸੁਣਨ ਤੋਂ ਬਾਅਦ ਕਿੰਨਾ ਰਿਸਪੌਂਸ ਆਇਆ ਹੈ, ਕੀ ਲੋਕ ਚਾਹੁੰਦੇ ਨੇ, ਉਸ ਤੋਂ ਬਾਅਦ। ਜੇ ਤੁਸੀਂ ਉਮੀਦਵਾਰ ਖੜੇ ਕਰਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਪਾਰਟੀ ਪੰਜਾਬ ਦੇ ਵਿੱਚ ਤੁਸੀਂ ਉਹਨਾਂ ਨਾਲ ਗੱਠਜੋੜ ਕਰ ਸਕਦੇ ਹੋ ਜਾਂ ਇਕੱਲੇ ਹੀ ਲੜਨਾ ਚਾਹੋਗੇ? ਕਿਉਂ ਗੱਠਜੋੜ ਕਰਨ ਦੀ ਕਿਹੜੀ ਲੋੜ ਪਏਗੀ? ਕਿਸਾਨਾਂ ਦੀ 80 ਲੱਖ ਵੋਟ ਤੋਂ 80 ਤੋਂ 90 ਲੱਖ ਵੋਟ ਦੇ ਵਿਚਕਾਰ ਕਿਸਾਨਾਂ ਦੀ ਹੈ। 59 ਲੱਖ ਵੋਟ ਨਾਲ ਸਰਕਾਰ ਬਣੀ ਹੈ। ਇਹ ਆਪਣੀ ਵੋਟ ਆਪਣੇ ਕੋਲ ਨਹੀਂ ਪਾ ਸਕਦੇ। ਸੜਕਾਂ ਤੇ ਅਸੀਂ ਜਿਹੜਾ ਹੈ ਹੱਡੀਆਂ ਘਸਾ ਰਹੇ ਹਾਂ। 2 ਡਿਗਰੀ ਟੈਂਪਰੇਚਰ ਦੇ ਵਿੱਚ ਬੈਠੇ ਆ, 45 ਡਿਗਰੀ ਟੈਂਪਰੇਚਰ ਦੇ ਵਿੱਚ ਬੈਠੇ। ਜਿੱਥੇ ਆਪਾਂ ਇੰਨੀ ਖੇਚਲ ਕਰ ਰਹੇ ਹਾਂ ਉੱਥੇ ਆਪਾਂ ਆਪਣੀ ਵੋਟ ਆਪਣੇ ਕੋਲ ਨਹੀਂ ਪਾ ਸਕਦੇ ਯਾਰ। ਜੇ ਆਪਣੀ ਵੋਟ ਆਪਣੇ ਕੋਲ ਪਾ ਲੈਣ ਤਾਂ ਤੁਹਾਡੀ ਸਰਕਾਰ ਆਉਂਦੀ ਹੈ, ਲੈ ਰੌਲਾ ਖਤਮ ਹੋ ਗਿਆ। ਇੰਨੀ ਤੇ ਗੱਲ ਹੈ। ਉਹ ਤੇ ਆਪਾਂ ਕਦੇ ਉਸ ਦੇ ਪਿੱਛੇ ਲੱਗੇ, ਕਦੇ ਉਸ ਦੇ ਤਲਵੇ ਚੱਟੇ, ਕਦੇ ਉਸ ਦੇ ਤਲਵੇ ਚੱਟੇ। ਉਸ ਟਾਈਮ ਤੇ ਆਪਾਂ ਤਲਵੇ ਚੱਟੇ ਆ ਰਾਜਨੀਤਿਕ ਪਾਰਟੀਆਂ ਦੇ, ਤੇ ਆਪਣੀ ਵੋਟ ਆਪਣੇ ਕੋਲ ਹੀ ਤੇ ਪਾਣੀ ਹੈ। ਸਾਰਾ ਮਜ਼ਦੂਰ ਤੁਹਾਡੇ ਨਾਲ ਲੱਗਣ ਵਾਸਤੇ ਤਿਆਰ ਬੈਠਾ ਹੈ। ਤੇ ਅੱਜ ਦੇ ਤੁਹਾਡੇ ਸਾਹਮਣੇ ਦੇਸ਼ ਦੇ ਸਾਰੇ ਦੇਸ਼ ਦੇ ਵਪਾਰੀ ਇਕੱਠੇ ਹੋ ਕੇ ਕਹਿ ਰਹੇ ਆ ਕਿ ਹਾਂ ਤੁਸੀਂ ਲੱਗੋ ਅੱਗੇ, ਅਸੀਂ ਤੁਹਾਡੇ ਪਿੱਛੇ ਲੱਗਣ ਵਾਸਤੇ ਤਿਆਰ ਹਾਂ। ਮਜ਼ਦੂਰ ਲੱਗ ਰਹੇ ਨੇ, ਦੁਕਾਨ ਵਾਲੇ ਲੱਗ ਰਹੇ ਨੇ। ਮੈਨੂੰ ਇਹ ਨਹੀਂ ਸਮਝ ਆਉਂਦੀ, ਸਾਡੇ ਹੀ ਲੀਡਰ ਨਹੀਂ ਲੱਗ ਰਹੇ, ਇਹਨਾਂ ਨੂੰ ਵੀ ਰੱਬ ਅਕਲ ਦੇ ਲੱਗ ਜਾਣ। ਸੋ ਇਹ ਸਨ ਸਰਦਾਰ ਗੁਰਨਾਮ ਸਿੰਘ ਚੜੂਨੀ, ਜੋ ਕਹਿ ਰਹੇ ਨੇ ਕਿ ਸਾਨੂੰ ਸਿਸਟਮ ਦੇ ਵਿੱਚ ਆ ਕੇ ਸਿਸਟਮ ਨੂੰ ਬਦਲਣਾ ਪੈਣਾ ਹੈ। ਸਿਆਸਤ ਦੀ ਗੱਲ ਨਹੀਂ ਹੈ, ਇੱਕ ਸਿਸਟਮ ਦੀ ਗੱਲ ਹੈ, ਤਾਂ ਹੀ ਕਿਸਾਨਾਂ ਦਾ ਭਲਾ ਹੋਵੇਗਾ। R19 ਨਿਊਜ਼ ਲਈ ਮੈਂ ਸ਼ਰਨਜੀਤ ਬੈਂਸ, ਲੁਧਿਆਣਾ। ਇੱਕ ਤੁਹਾਡਾ ਬਿਆਨ ਆਇਆ ਦਾਦੂਵਾਲ ਦੇ ਖਿਲਾਫ, ਤੁਸੀਂ ਉਹਨਾਂ ਨੂੰ ਕਿਹਾ ਵਿੱਚ ਤੁਹਾਡੇ ਇਸ ਬਿਆਨ ਦਾ ਬੜਾ ਗਲਤ ਮੈਸੇਜ ਗਿਆ ਕਿ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਤੁਸੀਂ ਇੱਕ RSS ਬੰਦੇ ਨਾਲ ਸੰਬੋਧਿਤ ਕੀਤਾ। ਪਹਿਲਾਂ ਤੇ ਜਾ ਕੇ CM ਨਾਲ ਮਿਲਿਆ, ਕਿਸਾਨ ਜਿਹੜਾ ਅੰਦੋਲਨ ਹੈ ਉਹਦੇ ਪ੍ਰਤੀ ਉਹ ਗਲਤ ਸੀ। ਦੂਜਾ ਅਸੀਂ ਜਿਹੜਾ BJP ਦੇ ਲੀਡਰਾਂ ਦਾ ਵਿਰੋਧ ਕਰ ਰਹੇ ਹਾਂ, ਉਹ BJP ਦੇ ਲੀਡਰ ਨੂੰ ਬੁਲਾ ਰਹੇ ਆ, ਨਹੀਂ ਬੁਲਾਉਣਾ ਚਾਹੀਦਾ। ਜੇ ਆਪਾਂ ਹੁਣ ਉਹਨੂੰ ਸਿੱਖ ਸਮਾਜ ਤੇ ਲੈ ਕੇ ਵੜ ਜਾਈਏ, ਉਹਨੂੰ ਧਰਮ ਪ੍ਰਚਾਰਕ ਤੇ ਲੈ ਕੇ ਵੜ ਜਾਈਏ, ਇਹ ਕੋਈ ਗੱਲ ਥੋੜ੍ਹੀ ਹੀ ਹੈ। ਉਹਨੇ ਪਰਚਾ ਦਰਜ ਕਰਾਤਾ ਹੈ, 600 ਕਿਸਾਨਾਂ ਦੇ ਪਰਚਾ ਦਰਜ ਹੋ ਗਿਆ ਹੈ, ਤੇ ਅਸੀਂ ਕਹਿ ਰਹੇ ਉਹਨੂੰ ਭਰਾਓ, ਉਹਨੂੰ ਵਾਪਸ ਕਰਾ ਪਰਚੇ ਨੂੰ। 32 ਕਿਸਾਨ ਜਥੇਬੰਦੀਆਂ ਦੀ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ, ਸਰਕਾਰ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗ ਕਰ ਰਹੀ ਹੈ। ਇਹਦਾ ਤੁਸੀਂ ਕੀ ਭਾਵ ਲੈਂਦੇ ਹੋ? ਸਿੱਖੀ ਦਾ ਮਤਲਬ ਕਿ ਮਸਲਾ ਕਿੱਥੋਂ ਆ ਗਿਆ ਵਿੱਚ? ਕਿਉਂਕਿ ਉਹ ਦਾਦੂਵਾਲ ਸਾਹਿਬ ਇੱਕ ਸਿੱਖ ਪ੍ਰਚਾਰਕ ਨੇ। ਸਾਡੇ ਸਮਾਜ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਛੋਟੀ ਜਿਹੀ ਗੱਲ ਨੂੰ ਜਾ ਕੇ ਧਰਮ ਤੇ ਵਾੜਦੇ ਨੇ, ਛੋਟੀ ਜਿਹੀ ਗੱਲ ਨੂੰ ਜਾ ਕੇ ਤੂਲ ਦਿੰਦੇ ਨੇ ਉਹਨੂੰ। ਜਦੋਂ ਜਿੰਨੀ ਵਾਰ ਉਹਨਾਂ ਨੇ ਬੁਲਾਏ ਉਨੀ ਵਾਰ ਗੱਲਬਾਤ ਵਾਸਤੇ ਗਏ, ਹੁਣ ਬੁਲਾਉਣਗੇ ਫਿਰ ਜਾਵਾਂਗੇ। ਪਰ ਉਹਦੇ ਜਿਹੜੇ ਬਿਆਨ ਨੇ, ਉਹ ਬਿਆਨ ਲੋਕਤਾਂਤਰਿਕ ਨਹੀਂ ਹੈ। ਬਿਆਨ ਉਹ ਦੇ ਰਿਹਾ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ। ਭੀੜ ਇਕੱਠੀ ਕਰਨ ਦਾ ਸਰਕਾਰ ਬਦਲ ਜਾਂਦੀ, ਤੂੰ ਕਹਿੰਦਾ ਕਾਨੂੰਨ ਨਹੀਂ ਬਦਲੇ ਜਾਂਦੇ। ਉਹ ਕਹਿੰਦਾ ਹੈ ਜੀ ਇਹ ਕਾਨੂੰਨਾਂ ਨੂੰ ਤੇ ਅਸੀਂ ਰੱਦ ਕਰਨਾ ਨਹੀਂ, ਕੋਈ ਹੋਰ ਗੱਲ ਕਰਨੀ ਹੈ ਤੇ ਆ ਜਾਓ, ਫਿਰ ਹੋਰ ਕੀ ਮੱਥਾ ਟੇਕਣ ਜਾਈਏ। ਜੋਗਿੰਦਰ ਯਾਦਵ ਨੇ ਵੀ ਆਪਣੇ ਪੋਸਟਰ ਲਾਏ ਨੇ, ਪੋਸਟਰ ਬਣਾ ਕੇ ਵੀ ਸੰਯੁਕਤ ਮੋਰਚੇ ਦੁਆਰਾ ਸਮਰਥਿਤ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਫਲਾਣਾ ਸਿੰਘ ਉੱਤੇ ਜੋਗਿੰਦਰ ਯਾਦਵ ਦੀ ਫੋਟੋ ਲੱਗੀ ਹੈ, ਕੈਂਡੀਡੇਟ ਦੀ ਫੋਟੋ ਲੱਗੀ ਹੈ। ਠੀਕ ਹੈ, ਇਹ ਤੇ ਕਈ ਗਲਤ। ਸੰਯੁਕਤ ਮੋਰਚੇ ਨੇ ਕਿਹੜਾ ਸਮਰਥਨ ਕਰਤਾ, ਪਰ ਉਹ ਮਿਸਯੂਜ਼ ਕਰ ਰਹੇ ਨੇ, ਕੋਈ ਕਾਰਵਾਈ ਨਹੀਂ। ਰਾਜਨੀਤੀ ਦਾ ਮਤਲਬ ਹੁੰਦਾ ਹੈ ਰਾਜ ਕਰਨ ਦੀ ਨੀਤੀ। ਪਰ ਹੋਇਆ ਕੀ, ਚਾਣਕਿਆ ਨੇ ਵੀ ਕਿਹਾ ਹੈ ਜੇ ਚੰਗੇ ਲੋਕ ਰਾਜਨੀਤੀ ਤੋਂ ਦੂਰ ਰਹਿਣਗੇ ਤੇ ਬੁਰੇ ਲੋਕ ਤੁਹਾਡੇ ਤੇ ਰਾਜ ਕਰਨਗੇ। ਉਹ ਹੋ ਗਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ R19 ਨਿਊਜ਼ TV, ਮੈਂ ਹਾਂ ਸ਼ਰਨਜੀਤ ਬੈਂਸ। ਕਿਸਾਨੀ ਮਸਲਾ ਸਿਖਰਾਂ ਤੇ ਪਹੁੰਚਿਆ ਹੋਇਆ। ਸਿੰਘੂ ਬਾਰਡਰ ਤੇ ਕਿਸਾਨਾਂ ਨੇ 9 ਮਹੀਨਿਆਂ ਤੋਂ ਧਰਨੇ ਲਾਏ ਹੋਏ ਨੇ। ਦਿੱਲੀ ਦੀ ਬਰੂਹਾਂ ਤੇ ਕਿਸਾਨ ਆਗੂ ਰੋਜ਼ ਹੀ ਮੀਟਿੰਗਾਂ ਕਰਦੇ ਨੇ, PC ਕਰਦੇ ਨੇ। ਹੁਣ ਕਿਸਾਨ ਆਗੂ ਰੋਜ਼ ਜੰਤਰ ਮੰਤਰ ਤੇ ਜਾ ਕੇ ਸੰਸਦ ਲਾਉਂਦੇ ਨੇ। ਸਾਡੇ ਨਾਲ ਅੱਜ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਦੇ ਅਧਿਕਸ਼ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ। ਚੜੂਨੀ ਜੀ, R19 ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ। ਚੜੂਨੀ ਜੀ, ਅੱਜ ਤੁਸੀਂ ਮੱਤੇਵਾੜੇ ਦੇ ਜੰਗਲਾਂ ਵਿੱਚ ਜਾ ਕੇ ਆਏ ਹੋ, ਉਹਨਾਂ ਦੀ ਤੁਸੀਂ ਗੱਲਬਾਤ ਕੀਤੀ, ਮਸਲੇ ਸੁਣੇ ਨੇ। ਕੀ ਲੱਗਦਾ ਕਿ ਸਰਕਾਰ ਨੂੰ ਉੱਥੇ ਇੰਡਸਟਰੀ ਲਾਉਣੀ ਚਾਹੀਦੀ ਹੈ ਜਾਂ ਨਹੀਂ ਲਾਉਣੀ ਚਾਹੀਦੀ? ਦੇਖੋ, ਸਰਕਾਰ ਜਿਹੜੀ ਹੈ ਉਹ ਲੋਕਾਂ ਨੂੰ ਵਸਾਉਣ ਵਾਸਤੇ ਹੁੰਦੀ ਹੈ। ਉਸ ਜ਼ਮੀਨ 'ਤੇ ਜਿਹੜੇ ਲੋਕ ਖੇਤੀ ਕਰ ਰਹੇ ਨੇ, ਜਿਨ੍ਹਾਂ ਦਾ ਉੱਥੋਂ ਪਰਿਵਾਰ ਚੱਲ ਰਿਹਾ ਹੈ,
ਇੱਕ ਤੇ ਉਹਨਾਂ ਵਾਸਤੇ ਕੋਈ ਮੁਆਵਜ਼ਾ ਤੈਅ ਨਹੀਂ ਕੀਤਾ। ਦੂਜੀ ਗੱਲ, ਜਿਹੜਾ ਪ੍ਰਦੂਸ਼ਣ ਹੈ ਉਹ ਪੰਜਾਬ ਦੇ ਵਿੱਚ ਜਿਸ ਕਦਰ ਫੈਲ ਰਿਹਾ, ਹਰ ਘਰ 'ਚ ਕੈਂਸਰ ਦਾ ਮਰੀਜ਼ ਹੋ ਗਿਆ। ਕਈ ਜ਼ਿਲ੍ਹੇ ਇਸ ਤਰ੍ਹਾਂ ਦੇ ਨੇ ਬਈ ਜਿੱਥੇ ਹਰ ਘਰ ਦੇ ਵਿੱਚ ਕੈਂਸਰ ਹੋ ਗਿਆ। ਤੇ ਆ ਜਿਹੜਾ ਫੈਕਟਰੀਆਂ ਦਾ ਜਿਹੜਾ ਪਾਣੀ ਥੱਲੇ ਜਾ ਰਿਹਾ ਹੈ, ਜਾਂ ਉਹਨੂੰ ਨਹਿਰਾਂ ਦੇ ਵਿੱਚ ਛੱਡ ਦਿੱਤਾ ਜਾਂਦਾ, ਨਦੀਆਂ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ, ਉਹ ਜਿਹੜਾ ਪੀਣ ਵਾਲਾ ਪਾਣੀ ਉਹ ਖਰਾਬ ਹੋ ਗਿਆ। ਜੇ ਪੀਣ ਵਾਲਾ ਪਾਣੀ ਹੀ ਖਰਾਬ ਹੋ ਗਿਆ, ਫਿਰ ਤੇ ਪ੍ਰਕਿਰਤੀ ਦਾ ਇੱਕ ਤੱਤ ਖਰਾਬ ਹੋ ਗਿਆ, ਤੇ ਫਿਰ ਪੰਜਾਬ ਬਚੇਗਾ ਕਿੱਥੇ? ਤੇ ਇਸ ਕਰਕੇ ਸਰਕਾਰ ਦਾ ਇਹਨਾਂ ਚੀਜ਼ਾਂ 'ਤੇ ਕੋਈ ਧਿਆਨ ਨਹੀਂ ਜਾ ਰਿਹਾ, ਤੇ ਉਹ ਲੋਕ ਵਿਚਾਰੇ ਅੰਦੋਲਨ ਕਰ ਰਹੇ ਨੇ ਤੇ ਸਰਕਾਰ ਨੂੰ ਉਹਦੀ ਸੁਣ ਨਹੀਂ ਰਹੀ। NGTV ਜਿਹੜਾ ਹੈ, ਜਿੰਨਾ ਸਟੈਂਡ ਉਹਨੂੰ ਲੈਣਾ ਚਾਹੀਦਾ ਹੈ, ਉਹ ਵੀ ਜਿਹੜਾ ਹੈ ਪੂਰਾ ਉਹਨਾਂ ਨੂੰ ਨਿਸ਼ਚਿੰਤ ਨਹੀਂ ਕਰ ਰਹੇ। ਅਡੂਨੀ ਸਾਹਿਬ, ਇੱਕ ਤੁਹਾਡਾ ਬਿਆਨ ਆਇਆ ਦਾਦੂਵਾਲ ਦੇ ਖਿਲਾਫ, ਤੁਸੀਂ ਉਹਨਾਂ ਨੂੰ ਕਿਹਾ ਵਿੱਚ ਤੁਹਾਡੇ ਇਸ ਬਿਆਨ ਦਾ ਬੜਾ ਗਲਤ ਮੈਸੇਜ ਗਿਆ ਕਿ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਤੁਸੀਂ ਇੱਕ RSS ਬੰਦੇ ਨਾਲ ਸੰਬੋਧਿਤ ਕੀਤਾ, ਕੀ ਕਹਿਣਾ ਚਾਹੋਗੇ? ਨਹੀਂ, ਸਿੱਖ ਸੰਗਤਾਂ ਦੇ ਵਿਰੁੱਧ ਮੈਂ ਕੁਛ ਨਹੀਂ ਕਿਹਾ ਜੀ। ਤੇ ਉਹਦਾ ਵੀ ਕੋਈ ਇਹ ਨਹੀਂ ਹੈ ਕਿ ਵੀ ਕੋਈ ਮੈਂ ਸਿੱਖ ਪ੍ਰਚਾਰਕ ਦੇ ਵਿਰੁੱਧ ਕੁਛ ਬੋਲਿਆ ਵਾਂ। ਪਰ ਗੱਲ ਇਹ ਹੈ ਕਿ ਉਹ ਪਹਿਲਾਂ ਤੇ ਜਾ ਕੇ CM ਨਾਲ ਮਿਲਿਆ, ਕਿਸਾਨ ਜਿਹੜਾ ਅੰਦੋਲਨ ਹੈ ਉਹਦੇ ਪ੍ਰਤੀ ਉਹ ਗਲਤ ਸੀ। ਦੂਜਾ, ਅਸੀਂ ਜਿਹੜਾ BJP ਦੇ ਲੀਡਰਾਂ ਦਾ ਵਿਰੋਧ ਕਰ ਰਹੇ ਹਾਂ, ਉਹ BJP ਦੇ ਲੀਡਰ ਨੂੰ ਬੁਲਾ ਰਹੇ ਹੈ, ਨਹੀਂ ਬੁਲਾਉਣਾ ਚਾਹੀਦਾ, ਨਹੀਂ ਬੁਲਾਉਣਾ ਚਾਹੀਦਾ। ਜਿੱਧਰ ਸਮਾਜ ਜਾਂਦਾ ਹੈ, ਜੇ ਆਪਾਂ ਹੁਣ ਉਹਨੂੰ ਸਿੱਖ ਸਮਾਜ 'ਤੇ ਲੈ ਕੇ ਵੜ ਜਾਈਏ, ਉਹਨੂੰ ਧਰਮ ਪ੍ਰਚਾਰਕ 'ਤੇ ਲੈ ਕੇ ਵੜ ਜਾਈਏ, ਇਹ ਕੋਈ ਗੱਲ ਥੋੜ੍ਹਾ ਹੀ ਹੈ। ਇਹ ਉਹਨੇ ਪਰਚਾ ਦਰਜ ਕਰਾਤਾ ਹੈ, 600 ਕਿਸਾਨਾਂ ਦੇ ਪਰਚਾ ਦਰਜ ਹੋ ਗਿਆ ਹੈ, ਤੇ ਅਸੀਂ ਕਹਿ ਰਹੇ ਉਹਨੂੰ ਭਰਾਓ, ਉਹਨੂੰ ਵਾਪਸ ਕਰਾ ਪਰਚੇ ਨੂੰ। ਪਰਚਾ ਵਾਪਸ ਕਰਾਉਣਾ ਨਹੀਂ ਬਣਦਾ। ਹੁਣ ਜਾਣ 600 ਕਿਸਾਨ ਜਿਹੜੇ 'ਚ ਕੀ ਗੁਨਾਹ ਕਰਤਾ ਉਹਨਾਂ ਨੇ, ਤੇ ਉਹ ਤੇ ਉੱਥੇ ਆਇਆ ਵੀ ਨਹੀਂ। ਨਹੀਂ, 32 ਕਿਸਾਨ ਜਥੇਬੰਦੀਆਂ ਦੀਆਂ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ, ਸਰਕਾਰ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗ ਕਰ ਰਹੀ ਹੈ, ਇਹਦਾ ਤੁਸੀਂ ਕੀ ਭਾਵ ਲੈਂਦੇ ਹੋ ਜੀ? ਜੇ ਸਿੱਖ ਪ੍ਰਚਾਰਕ ਤੇ ਸਿੱਖ ਪ੍ਰਚਾਰਕਾਂ ਨਾਲ ਮੀਟਿੰਗ ਕਰਨੀ ਤਾਂ ਕੋਈ ਮਾੜੀ ਨਹੀਂ, ਸਿੱਖ ਪ੍ਰਚਾਰ ਕਰਨਾ ਕੋਈ ਬੁਰਾ ਹੈ? ਕਰਨਾ ਚਾਹੀਦਾ ਹੈ। ਤੇ ਉਹ ਕਿਸਾਨ ਜਥੇਬੰਦੀਆਂ, 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵੀ ਸਿੱਖ ਪ੍ਰਚਾਰਕਾਂ ਨਾਲ ਹੋ ਰਹੀ ਹੈ ਨਾ, ਜਿਹੜੇ ਵੱਖ-ਵੱਖ ਸਿੱਖ ਪ੍ਰਚਾਰਕ ਨੇ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਨੇ, ਉਧਰ ਸਰਕਾਰ ਵੀ ਕਰ ਰਹੀ ਹੈ ਜੀ। ਮੈਨੂੰ ਨਹੀਂ ਪਤਾ ਉਹ ਕਰ ਰਹੇ ਨੇ ਕੀ ਕਰ ਰਹੇ ਨੇ, ਸਿੱਖ ਪ੍ਰਚਾਰਕਾਂ ਨਾਲ ਕਰ ਰਹੀ ਹੈ। ਸਿੱਖੀ ਦਾ ਮਤਲਬ ਕਿ ਮਸਲਾ ਕਿੱਥੋਂ ਆ ਗਿਆ ਵਿੱਚ? ਕਿਉਂਕਿ ਉਹ ਦਾਦੂਵਾਲ ਸਾਹਿਬ ਇੱਕ ਸਿੱਖ ਪ੍ਰਚਾਰਕ ਨੇ, ਇੱਕ ਧਰਮ ਦੇ ਨਾਂ ਤੇ ਉਹ ਸਿੱਖ ਪ੍ਰਚਾਰ ਕਰਦੇ ਨੇ। ਗਲਤ। ਐਜ਼ ਏ ਸਿੱਖ ਪ੍ਰਚਾਰਕ ਅਸੀਂ ਥੋੜਾ ਹੀ ਕੁਛ ਕਿਹਾ ਹੈ। ਉਸ ਗੱਲ ਨੂੰ ਘੁਮਾਓ ਨਾ, ਉਸ ਗੱਲ ਨੂੰ, ਇਹ ਤੇ ਸਾਡੇ ਸਮਾਜ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਛੋਟੀ ਜਿਹੀ ਗੱਲ ਨੂੰ ਜਾ ਕੇ ਧਰਮ ਤੇ ਵਾੜਦੇ ਨੇ, ਛੋਟੀ ਜਿਹੀ ਗੱਲ ਨੂੰ ਜਾ ਕੇ ਤੂਲ ਦਿੰਦੇ ਨੇ ਉਹਨੂੰ। ਮਸਲਾ ਉਹ ਨਹੀਂ ਹੈ, ਮਸਲਾ BJP ਦੇ ਲੀਡਰ ਨੂੰ ਬੁਲਾਉਣ ਦਾ ਹੈ। ਆਪਾਂ ਇਹ ਦੇਸ਼ ਨੂੰ ਬਚਾਉਣ ਵਾਸਤੇ ਲੱਗੇ ਕਿ ਬਰਬਾਦ ਕਰਨ ਵਾਸਤੇ ਲੱਗੇ ਆ? ਧਰਮ ਦਾ ਮਸਲਾ ਵਿੱਚ ਕਿੱਥੋਂ ਆ ਗਿਆ? ਉਹ ਤੇ BJP ਨੂੰ ਬੁਲਾਉਣ ਦਾ ਮਤਲਬ ਹੈ, ਧਰਮ ਦਾ ਮਸਲਾ ਕਿੱਥੋਂ ਆ ਗਿਆ ਵਿੱਚ? ਖੇਤੀ ਮੰਤਰੀ ਤੋਮਰ ਸਾਹਿਬ ਦਾ ਬਾਰ-ਬਾਰ ਅਖਬਾਰਾਂ 'ਚ ਬਿਆਨ ਆਉਂਦਾ, TV 'ਤੇ ਬਿਆਨ ਆਉਂਦਾ ਕਿ ਅਸੀਂ ਸਰਕਾਰ ਗੱਲਬਾਤ ਲਈ ਤਿਆਰ ਹੈ, ਸਰਕਾਰ ਗੱਲਬਾਤ ਲਈ ਤਿਆਰ ਹੈ। ਕੀ 32 ਕਿਸਾਨ ਜਥੇਬੰਦੀਆਂ ਜਾਂ ਤੁਸੀਂ ਵੀ ਉਹਨਾਂ ਨਾਲ ਰਾਬਤਾ ਕਾਇਮ ਕਰ ਰਹੇ ਹੋ ਕਿ ਅਸੀਂ ਆਵਾਂਗੇ, ਗੱਲਬਾਤ ਕਰਾਂਗੇ? ਅਸੀਂ ਤੇ ਗੱਲਬਾਤ ਤੋਂ ਕਦੇ ਮਨਾ ਹੀ ਨਹੀਂ ਕੀਤਾ। ਜਦੋਂ ਜਿੰਨੀ ਵਾਰ ਉਹਨਾਂ ਨੇ ਬੁਲਾਏ ਉਨੀ ਵਾਰ ਗੱਲਬਾਤ ਵਾਸਤੇ ਗਏ, ਹੁਣ ਬੁਲਾਉਣਗੇ ਫਿਰ ਜਾਵਾਂਗੇ। ਪਰ ਉਹਦੇ ਜਿਹੜੇ ਬਿਆਨ ਨੇ, ਉਹ ਬਿਆਨ ਲੋਕਤਾਂਤਰਿਕ ਨਹੀਂ ਹੈ। ਬਿਆਨ ਉਹ ਦੇ ਰਿਹਾ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ। ਭੀੜ ਇਕੱਠੀ ਕਰਨ ਦਾ ਸਰਕਾਰ ਬਦਲ ਜਾਂਦੀ, ਤੂੰ ਕਹਿੰਦਾ ਕਾਨੂੰਨ ਨਹੀਂ ਬਦਲੇ ਜਾਂਦੇ। ਉਹ ਕਹਿੰਦਾ ਹੈ ਜੀ ਇਹ ਕਾਨੂੰਨਾਂ ਨੂੰ ਤੇ ਅਸੀਂ ਰੱਦ ਕਰਨਾ ਨਹੀਂ, ਕੋਈ ਹੋਰ ਗੱਲ ਕਰਨੀ ਹੈ ਤੇ ਆ ਜਾਓ। ਫਿਰ ਹੋਰ ਕੀ ਮੱਥਾ ਟੇਕਣ ਜਾਈਏ? ਜੇ ਕਾਨੂੰਨਾਂ 'ਤੇ ਗੱਲ ਨਹੀਂ ਕਰਨੀ, ਜੇ ਕਾਨੂੰਨ ਵਾਪਸ ਹੀ ਨਹੀਂ ਕਰਨੇ, ਕਾਹਦੇ ਵਾਸਤੇ ਜਾਈਏ? ਹੋਰ ਫਿਰ 8 ਮਹੀਨੇ ਹੋਏ ਕਾਹਦੇ ਵਾਸਤੇ ਬੈਠੇ ਆ? ਤੇ ਉਹ ਖਾਲੀ ਲੋਕਾਂ ਦਾ ਇੱਕ ਜਿਵੇਂ ਗੁੰਮਰਾਹ ਕਰਨਾ ਹੁੰਦਾ ਹੈ, ਉਸ ਤਰ੍ਹਾਂ ਦੇ ਬਿਆਨ ਦਿੰਦੇ ਨੇ। 8-9 ਮਹੀਨੇ ਹੋ ਗਏ, ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ, ਚੱਲ ਰਿਹਾ ਹੈ। ਲੋਕੀ ਦਿੱਲੀ ਦੀਆਂ ਬਰੂਹਾਂ 'ਤੇ ਬੈਠੇ ਨੇ, ਹੁਣ ਜੰਤਰ ਮੰਤਰ 'ਤੇ ਜਾ ਕੇ ਸੰਸਦ ਵੀ ਤੁਸੀਂ ਲਾ ਰਹੇ ਹੋ, ਠੀਕ ਹੈ। ਕੀ ਸਮਝਦੇ ਹੋ ਕਿ ਹੁਣ ਕਿਸਾਨ ਅੰਦੋਲਨ ਕਿੱਥੇ ਖੜਾ ਹੈ? ਦੇਖੋ, ਸ਼ਾਂਤੀਪੂਰਵਕ ਕਿਸਾਨ ਅੰਦੋਲਨ ਚੱਲ ਰਿਹਾ ਹੈ, ਪਿਛਲੇ 8.5 ਮਹੀਨਿਆਂ ਤੋਂ ਚੱਲ ਰਿਹਾ ਹੈ। 600 ਕਿਸਾਨ ਸ਼ਹੀਦ ਵੀ ਧਰਨੇ 'ਤੇ ਬੈਠੇ ਹੋ ਗਏ ਨੇ, ਤੇ ਇੰਨਾ ਵੱਡਾ ਅੰਦੋਲਨ ਸ਼ਾਇਦ ਪਹਿਲੇ ਵਾਰੀ ਅਸੀਂ ਦੇਸ਼ ਦੇ ਵਿੱਚ ਦੇਖ ਰਹੇ ਹਾਂ। ਤੇ
ਪਰ ਸਰਕਾਰ ਜਿਹੜੀ ਹੈ ਉਹ ਲੋਕਤੰਤਰ ਦੇ ਤਰੀਕੇ ਨਾਲ ਕੰਮ ਨਹੀਂ ਕਰ ਰਹੀ। ਉਹ ਖਾਲੀ ਪੂੰਜੀਪਤੀਆਂ ਵਾਸਤੇ ਕਾਨੂੰਨ ਬਣਾ ਕੇ ਤੇ ਲੋਕਤੰਤਰ ਦੀ ਅਣਦੇਖੀ ਕਰ ਰਹੀ ਹੈ। ਤੇ ਅਸੀਂ ਇਹ ਅੰਦੋਲਨ ਉਦੋਂ ਤੱਕ ਚਲਾਉਂਦੇ ਰਹਾਂਗੇ ਜਦੋਂ ਤੱਕ ਆਪਾਂ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਾ ਲੈਂਦੇ। ਤੁਸੀਂ ਕਿਹਾ ਕਿ ਜੇ ਅਸੀਂ ਕਾਨੂੰਨ ਰੱਦ ਕਰਾਉਣੇ ਨੇ, ਜੇ ਅਸੀਂ ਆਪਣੀ ਕਿਸਾਨੀ ਨੂੰ ਬਚਾਉਣਾ ਹੈ ਜਾਂ ਆਪਣੇ ਮਜ਼ਦੂਰਾਂ ਨੂੰ ਬਚਾਉਣਾ ਹੈ, ਤਾਂ ਸਾਨੂੰ ਇਸ ਸਿਸਟਮ ਦੇ ਵਿੱਚ ਵੜਨਾ ਪਊਗਾ। ਤੁਸੀਂ ਇੱਕ ਮਿਸ਼ਨ ਪੰਜਾਬ ਚਲਾ ਰਹੇ ਹੋ, ਤੁਸੀਂ ਮਿਸ਼ਨ ਪੰਜਾਬ ਸ਼ੁਰੂ ਕੀਤਾ ਹੈ। ਇਸ ਬਿਆਨ ਤੇ ਤੁਹਾਨੂੰ 32 ਕਿਸਾਨ ਜਥੇਬੰਦੀਆਂ ਨੇ 1 ਹਫ਼ਤੇ ਲਈ ਸਸਪੈਂਡ ਵੀ ਕੀਤਾ। ਪਰ ਇਹ ਹੈ ਵੀ ਮਿਸ਼ਨ ਪੰਜਾਬ ਪਹਿਲਾਂ ਮਿਸ਼ਨ ਬੰਗਾਲ ਚਲਾਇਆ, ਸਾਂਝੇ ਤੌਰ ਤੇ ਚੱਲੇ ਸਾਰਾ ਮਿਸ਼ਨ ਬੰਗਾਲ। ਸਾਰੇ ਕਿਸਾਨ ਆਗੂ ਜਾ ਕੇ ਉੱਥੇ ਉਹਨਾਂ ਨੇ ਕਵਰੇਜ ਕੀਤੀ ਔਰ ਉਹਨਾਂ ਨੇ ਬੋਲੇ ਵੀ ਨੇ। ਹੁਣ ਮਿਸ਼ਨ ਉੱਤਰ ਪ੍ਰਦੇਸ਼ ਯੂਪੀ ਚਲਾ ਰਹੇ ਹੋ, ਜੋਗਿੰਦਰ ਯਾਦਵ ਜੀ ਆਪ ਚੋਣ ਲੜਦੇ ਨੇ, ਉਹਨਾਂ ਨੂੰ ਕਿਉਂ ਨਹੀਂ ਸਸਪੈਂਡ ਕੀਤਾ ਗਿਆ ਜਾਂ ਉਹਨਾਂ ਦੇ ਖਿਲਾਫ 32 ਕਿਸਾਨ ਜਥੇਬੰਦੀਆਂ ਨੇ ਕਿਉਂ ਨਹੀਂ ਐਕਸ਼ਨ ਲਿਆ? ਇਹ ਤਾਂ ਉਹਨਾਂ ਨੂੰ ਪੁੱਛੋ ਯਾਰ, ਕਿਉਂ ਨਹੀਂ ਲਿਆ? ਤੁਹਾਡੇ ਕੀ ਵਿਚਾਰ? ਨਹੀਂ, ਦੇਖੋ ਅਸੂਲ ਸਾਰਿਆਂ ਵਾਸਤੇ ਇੱਕੋ ਜਿਹੇ ਹੋਣੇ ਚਾਹੀਦੇ ਨੇ। ਜਿਹੜਾ ਸੰਯੁਕਤ ਮੋਰਚੇ ਦੀ ਜਿਹੜਾ ਕਿਸਾਨ ਸੰਸਦ ਲਾਈ ਹੈ, ਉਹਦੇ 'ਚ ਬਿਹਾਰ ਦਾ ਇੱਕ ਪੂਰਵ ਮੰਤਰੀ ਬਿਠਾਇਆ ਗਿਆ ਜੀ। ਉਹਦਾ ਬੇਟਾ ਮੌਜੂਦਾ ਸਰਕਾਰ ਦੇ ਵਿੱਚ ਮੰਤਰੀ ਹੈ। ਕਾਰਵਾਈ ਤਾਂ ਉਹਨਾਂ ਤੇ ਹੀ ਬਣਦੀ ਹੈ, ਕਿਉਂ ਬਿਠਾਇਆ? ਮਤਲਬ ਤੁਸੀਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਸਵਾਲ ਕਰ ਰਹੇ ਹੋ? ਹੁੰਦਾ ਕੀ ਹੈ, ਗਲਤੀਆਂ ਹੁੰਦੀਆਂ ਨੇ ਜਾਂ ਜਾਣ ਕੇ ਕਰਦੇ ਨੇ, ਪਰ ਮੈਂ ਉਹਨਾਂ ਨੂੰ ਬਰਦਾਸ਼ਤ ਕਰ ਜਾਂਦਾ, ਮੈਂ ਉਹਨਾਂ ਨੂੰ ਜ਼ਿਆਦਾ ਚੱਕਦਾ ਨਹੀਂ। ਜੋਗਿੰਦਰ ਯਾਦਵ ਨੇ ਵੀ ਆਪਣੇ ਪੋਸਟਰ ਲਾਏ ਨੇ, ਪੋਸਟਰ ਬਣਾ ਕੇ ਵੀ ਸੰਯੁਕਤ ਮੋਰਚੇ ਦੁਆਰਾ ਸਮਰਥਿਤ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਫਲਾਣਾ ਸਿੰਘ ਉੱਤੇ ਜੋਗਿੰਦਰ ਯਾਦਵ ਦੀ ਫੋਟੋ ਲੱਗੀ ਹੈ, ਕੈਂਡੀਡੇਟ ਦੀ ਫੋਟੋ ਲੱਗੀ ਹੈ। ਠੀਕ ਹੈ, ਇਹ ਤੇ ਕਈ ਗਲਤ। ਸੰਯੁਕਤ ਮੋਰਚੇ ਨੇ ਕਿਹੜਾ ਸਮਰਥਨ ਕਰਤਾ? ਔਰ ਉਹ ਮਿਸਯੂਜ਼ ਕਰ ਰਹੇ ਨੇ, ਕੋਈ ਕਾਰਵਾਈ ਨਹੀਂ। ਠੀਕ ਹੈ, ਤੇ ਮਤਲਬ ਅਸੀਂ ਜਿਹੜਾ ਹੈ ਗੱਲ ਨੂੰ ਤੋਲ ਨਹੀਂ ਦੇਣਾ ਚਾਹੁੰਦੇ। ਉਹਨੇ ਮੇਰੇ ਖਿਲਾਫ ਕਾਰਵਾਈ ਕੀਤੀ ਹੈ, ਕੋਈ ਗੱਲ ਨਹੀਂ, ਬਰਦਾਸ਼ਤ ਕਰ ਲਈ, ਪਰ ਆਪਾਂ ਇਸ ਮੋਰਚੇ ਨੂੰ ਤੋੜਨਾ ਨਹੀਂ ਚਾਹੁੰਦੇ। ਜਿਹੜਾ ਮੋਰਚਾ ਬਣਿਆ ਹੋਇਆ ਆਪਾਂ ਲੜਾਂਗੇ। ਕੋਈ ਉਹ ਮੇਰੇ ਖਿਲਾਫ ਹੀ ਕਰ ਜਾਣ, ਦੂਜੇ ਦਿਨ ਨਾ ਵੀ ਕਰਨ ਤਾਂ ਕੋਈ ਨਹੀਂ ਗੱਲ, ਆਪਾਂ ਬਰਦਾਸ਼ਤ ਕਰ। ਤੁਸੀਂ ਇਹ ਸਮਝਦੇ ਹੋ, ਮਤਲਬ ਨਿੱਜੀ ਤੌਰ ਤੇ ਸਮਝਦੇ ਹੋ ਕਿ ਇੱਕ ਪਾਸੜ ਕਾਰਵਾਈ ਕੀਤੀ ਗਈ ਹੈ? ਇੱਕ ਪਾਸੇ ਤੇ ਹੈ ਹੀ ਹੈ, ਪਰ ਕੋਈ ਗੱਲ ਨਹੀਂ, ਜੇ ਹੋਈ ਆਪਾਂ ਉਹਦੇ ਨਾਲ ਵੀ ਨਿਪਟਾਂਗੇ, ਕੋਈ ਦਿੱਕਤ ਨਹੀਂ। ਸਾਰਾ ਪੰਜਾਬ ਜਾਣਦਾ ਹੈ, ਸਾਰਾ ਸੰਯੁਕਤ ਮੋਰਚਾ ਵੀ ਜਾਣਦਾ ਕਿ ਤੁਸੀਂ ਇਕੱਲੇ ਹੀ ਪੰਜਾਬ ਮਿਸ਼ਨ ਪੰਜਾਬ ਚਲਾ ਰਹੇ ਹੋ। ਜੇ 32 ਕਿਸਾਨ ਜਥੇਬੰਦੀਆਂ ਬੰਗਾਲ ਵਿੱਚ ਸਾਂਝੇ ਤੌਰ ਤੇ ਉਹਨਾਂ ਨੇ ਜਿਹੜਾ ਮਿਸ਼ਨ ਚਲਾਇਆ, ਫਿਰ ਉਹ ਹੁਣ ਯੂਪੀ ਦੇ ਵਿੱਚ ਸਾਂਝੇ ਤੌਰ ਤੇ ਚਲਾ ਰਹੇ ਨੇ, ਤੁਹਾਡੇ ਨਾਲ ਕਿਉਂ ਨਹੀਂ ਪੰਜਾਬ ਦੇ ਵਿੱਚ ਉਹ ਆ ਰਹੇ? ਇਹ ਤੇ ਉਹਨਾਂ ਨੂੰ ਪਤਾ ਹੋਣਾ ਕਿਉਂ ਨਹੀਂ ਆ ਰਹੇ, ਪਰ ਆ ਜਾਣਗੇ ਹੌਲੀ ਹੌਲੀ, ਮੈਨੂੰ ਲੱਗਦਾ ਹੈ। ਪਰ ਜੇ ਸਾਰੇ ਮਨ ਨਾਲ ਲੱਗ ਜਾਣ ਨਾ, ਤੇ ਸਰਕਾਰ ਦਾ ਤਖਤਾ ਪਲਟਿਆ ਲੈ। ਪੰਜਾਬ ਦੀ ਗੱਲ ਕਰ ਰਹੇ ਹੋ? ਪੰਜਾਬ ਦੀ ਗੱਲ ਕਰ ਰਿਹਾ ਮੈਂ। ਕਹਿੰਦਾ 117 ਚੋਂ ਇਹਨਾਂ ਦੀ ਨਹੀਂ 17 ਵੀ ਆਉਣੀ ਆ। ਇੰਨਾ ਤਖਤਾ ਪਲਟ ਹੋਏਗਾ ਜੇ ਸਾਰੇ ਆ ਜਾਣ। ਤੇ ਦੂਜਾ, ਇਹਨਾਂ ਦਾ ਇਲਾਜ ਵੀ ਨਹੀਂ ਹੈ। ਜੇ ਆਪਾਂ ਸੋਚੀਏ ਵੀ ਆਪਾਂ ਅੰਦੋਲਨਾਂ ਨਾਲ ਕੋਈ ਸੁਧਾਰ ਕਰਾ ਲਿਆਂਗੇ, ਕੋਈ 20 ਸਾਲ ਤੋਂ ਲੜ ਰਿਹਾ, ਕੋਈ 30 ਸਾਲ ਤੋਂ ਲੜ ਰਿਹਾ, ਤੇ ਅੱਜ ਤੱਕ ਤੇ ਸੁਧਾਰ ਕੋਈ ਹੋਇਆ ਨਹੀਂ। ਸੁਸਾਈਡ ਪਹਿਲਾਂ ਤੇ ਹੈ ਵੀ ਨਹੀਂ ਸੀ, ਹੁਣ ਸੁਸਾਈਡ ਵੀ ਹੋ ਰਹੇ। ਹੁਣ ਲੋਕਾਂ ਦੀ ਜ਼ਮੀਨਾਂ ਹੀ ਵਿਕ ਰਹੀਆਂ, ਕਰਜ਼ੇ ਦੇ ਵਿੱਚ ਸਾਡੀ ਪੋਜੀਸ਼ਨ ਕੀ ਹਾਲ ਸਾਡਾ ਹੋ ਗਿਆ ਹੈ। ਹੁਣ ਸਾਡੀ ਫਸਲਾਂ ਵੀ ਖਰੀਦ ਬੰਦ ਕਰਤੀ। ਹੁਣ ਸਾਡਾ ਖੇਤੀ ਕਾਨੂੰਨ ਜਿਹੜਾ ਆਪ ਸਾਰਾ ਕਾਰੋਬਾਰ ਕਾਰਪੋਰੇਟ ਨੂੰ ਦਿੱਤਾ। ਸੰਗਠਨਾਂ ਦੇ ਹੁੰਦੇ ਆ। 8 ਮਹੀਨੇ ਤੋਂ ਬੈਠੇ ਆ, ਕੋਈ ਕੱਖ ਵੀ ਨਹੀਂ ਅੱਜ ਤੱਕ ਕਿਸੇ ਨੇ ਸੁਣਿਆ। 600 ਬੰਦੇ ਮਰ ਗਏ, ਕੋਈ ਪਰਵਾਹ ਨਹੀਂ। ਤੇ ਇਹਦਾ ਦੂਜਾ ਇਲਾਜ ਨਹੀਂ ਹੈ। ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੁੰਦੀ ਹੈ। ਰਾਜਨੀਤੀ ਦਾ ਮਾਰਿਆ ਦੇਸ਼ ਰਾਜਨੀਤੀ ਨਾਲ ਹੀ ਬਚੇਗਾ। ਰਾਜਨੀਤੀ ਨਾਲ ਮਾਰਿਆ ਕਿਸਾਨ ਰਾਜਨੀਤੀ ਨਾਲ ਹੀ ਬਚੇਗਾ। ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੁੰਦੀ ਹੈ। ਇਸ ਕਰਕੇ ਇਹ ਰਾਜਨੀਤੀ ਨੇ ਖੇਤੀ ਸਾਡੀ ਤਬਾਹ ਕੀਤੀ ਹੈ। ਰਾਜਨੀਤੀ ਨੇ ਕਾਰਪੋਰੇਟ ਦੇ ਪੱਖ ਦੇ ਕਾਨੂੰਨ ਬਣਾਏ ਨੇ, ਖੇਤੀ ਦੇ ਵਿਰੁੱਧ ਕਾਨੂੰਨ ਬਣਾਏ ਨੇ। ਉਸੇ ਰਾਜਨੀਤੀ ਨਾਲ ਹੀ ਖੇਤੀ ਦੇ ਪੱਖ ਦੇ ਕਾਨੂੰਨ ਬਣਨਗੇ। ਉਹ ਤਾਂ ਬਣਨਗੇ ਜਿਹਦੇ ਵਿੱਚ ਇੰਟਰ ਕਰੋਗੇ। ਕੀ ਹੁਣ ਸਮਝ ਲਿਆ ਜਾਵੇ ਕਿ ਗੁਰਨਾਮ ਸਿੰਘ ਚੜੂਨੀ ਜੀ ਕਿਸਾਨ ਆਗੂ ਨਹੀਂ, ਇੱਕ ਸਿਆਸੀ ਲੀਡਰ ਬਣ ਗਏ ਨੇ? ਹਾਂਜੀ, ਗੁਰਨਾਮ ਸਿੰਘ ਚੜੂਨੀ ਜੀ ਕਿਸਾਨ ਆਗੂ ਨਹੀਂ ਰਹਿ ਗਿਆ, ਹੁਣ ਇੱਕ ਸਿਆਸੀ ਲੀਡਰ ਬਣ ਗਏ ਨੇ। ਤੁਸੀਂ ਸਿਆਸੀ ਲੀਡਰ ਕੀ ਮੰਨਦੇ ਹੋ? ਸਿਆਸੀ ਹੁੰਦਾ ਕੀ ਹੈ? ਸਿਆਸੀ ਕੀ ਹੁੰਦਾ ਹੈ? ਸਿਆਸੀ ਕੋਈ ਪਾਪ ਕਰਨ ਵਾਲਾ ਹੁੰਦਾ ਹੈ? ਆਪਾਂ ਉਹਦਾ ਅਰਥ ਗਲਤ ਕੱਢ ਲਿਆ। ਰਾਜਨੀਤੀ ਦਾ ਮਤਲਬ ਹੁੰਦਾ ਹੈ ਰਾਜ ਕਰਨ ਦੀ ਨੀਤੀ। ਪਰ ਹੋਇਆ ਕੀ, ਚਾਣਕਿਆ ਨੇ ਵੀ ਕਿਹਾ ਹੈ, ਜੇ ਚੰਗੇ ਲੋਕ ਰਾਜਨੀਤੀ ਤੋਂ ਦੂਰ ਰਹਿਣਗੇ ਤੇ ਬੁਰੇ ਲੋਕ ਤੁਹਾਡੇ ਤੇ ਰਾਜ ਕਰਨਗੇ। ਉਹ ਹੋ ਗਏ।
ਅਸੀਂ ਚੰਗੇ ਲੋਕਾਂ ਨੇ ਕਹਿਤਾ ਜੀ ਅਸੀਂ ਤਾਂ ਰਾਜਨੀਤੀ ਨਹੀਂ ਜਾਂਦੇ। ਸਿਆਸੀ ਬੜਾ ਇੱਕ ਪਾਪ। ਉਹ ਜਿਹੜਾ ਬੰਦਾ ਰਾਜਨੀਤੀ ਕਰ ਰਿਹਾ ਉਹ ਕਹਿੰਦਾ ਅੱਛਾ ਇਹ ਰਾਜਨੀਤੀ ਕਰਨ ਵਾਸਤੇ ਅੰਦੋਲਨ ਕਰ ਰਹੇ ਸੀ। ਉਹ ਰਾਜਨੀਤੀ ਕਰਨ ਵਾਲਾ ਜਿਹੜਾ ਪਹਿਲਾ ਮੰਤਰੀ ਹੈ, ਜਿਹਦਾ ਬਾਪ ਮੰਤਰੀ ਸੀ, ਜਿਹਦਾ ਬਾਬਾ ਮੰਤਰੀ ਸੀ, ਉਹ ਕਹਿ ਰਿਹਾ ਅੱਛਾ ਇਹ ਕਿਸਾਨੀ ਨਾਲੇ ਰਾਜਨੀਤੀ ਵਾਸਤੇ ਕਰ ਰਹੇ। ਜਿਹੜਾ 20 ਸਾਲ ਤੋਂ ਅੰਦੋਲਨ ਕਰ ਰਿਹਾ, 30 ਸਾਲ ਤੋਂ ਅੰਦੋਲਨ ਕਰ ਰਿਹਾ, ਜੇ ਉਹ ਰਾਜਨੀਤੀ ਦੇ ਵਿੱਚ ਜਾਂਦਾ ਤੇ ਬੜਾ ਵੱਡਾ ਗੁਨਾਹ, ਜਿਵੇਂ ਡਾਕਾ ਮਾਰ ਲਿਆ, ਜਿਵੇਂ ਚੋਰ ਹੋਵੇ। ਤੇ ਜਿਹੜਾ ਰਾਜਨੀਤੀ 'ਚ ਲੁੱਟ ਕੇ ਖਾ ਗਿਆ, ਆਪਣੇ ਦੇਸ਼ ਨੂੰ ਲੁੱਟ ਕੇ ਵਿਦੇਸ਼ਾਂ 'ਚ ਪੈਸਾ ਜਮ੍ਹਾਂ ਕਰਾਤਾ, ਕਹਿੰਦਾ ਇਹ ਠੀਕ ਹੈ। ਤੇ ਜਦੋਂ ਤੱਕ ਆਪਾਂ ਇਹ ਸੋਚਾਂਗੇ ਉਦੋਂ ਤੱਕ ਤਬਾਹੀ ਸਾਡੇ ਸਾਹਮਣੇ ਰਹੇਗੀ। ਤੁਸੀਂ ਕਿਹਾ ਅਸੀਂ ਸਿਸਟਮ ਦੇ ਵਿੱਚ ਆਵਾਂਗੇ, ਅਸੀਂ ਸਿਸਟਮ ਆਪ ਠੀਕ ਕਰਾਂਗੇ। ਕੀ ਤੁਸੀਂ 117 ਸੀਟਾਂ 'ਤੇ ਆਪਣੇ ਉਮੀਦਵਾਰ ਖੜੇ ਕਰਾਓਗੇ? ਅਜੇ ਤੇ ਆਪਾਂ ਇੱਕ ਆਵਾਜ਼ ਦੇ ਰਹੇ ਹਾਂ ਜੀ। ਅਜੇ ਤੇ ਆਪਾਂ ਇੱਕ ਗੱਲ ਛੱਡੀ ਹੈ। ਅਜੇ ਤੇ ਆਪਾਂ ਨਰਸਰੀ ਤਿਆਰ ਕਰ ਰਹੇ ਹਾਂ। ਆਪਾਂ ਪਹਿਲਾਂ ਕਿਵੇਂ ਕਹਿ ਦਈਏ ਵੀ ਆਪਾਂ ਕਿੰਨਾ ਬੀਜਾਂਗੇ। ਆਪਾਂ ਅਜੇ ਤੇ ਨਰਸਰੀ ਤਿਆਰ ਕਰ ਰਹੇ ਹਾਂ ਵੀ ਹੁੰਦਾ ਕੀ ਹੈ, ਲੋਕਾਂ ਦੀ ਭਾਵਨਾ ਕੀ ਆਉਂਦੀ ਹੈ, ਲੋਕ ਕੀ ਚਾਹੁੰਦੇ ਨੇ। 2022 ਦੇ ਇਲੈਕਸ਼ਨ ਤੁਸੀਂ ਲੜੋਗੇ ਜਾਂ ਆਪਣੇ ਉਮੀਦਵਾਰ ਖੜੇ ਕਰੋਗੇ? ਮੈਂ ਉਹੀ ਕਹਿ ਰਿਹਾ ਤੇ ਅਸੀਂ ਵਿਚਾਰ ਛੱਡ ਰਹੇ ਹਾਂ ਲੋਕਾਂ ਦੇ ਵਿੱਚ, ਲੋਕ ਕਿੰਨਾ ਐਕਸੈਪਟ ਕਰ ਰਹੇ ਨੇ, ਉਸ ਚੀਜ਼ 'ਤੇ ਨਿਰਭਰ ਕਰੇਗਾ। ਲੋਕਾਂ ਦੀ ਆਵਾਜ਼ ਸੁਣਨ ਤੋਂ ਬਾਅਦ ਤੁਸੀਂ ਆਪਣੇ ਉਮੀਦਵਾਰ ਦਿਓਗੇ? ਲੋਕਾਂ ਦੀ ਆਵਾਜ਼ ਸੁਣਨ ਤੋਂ ਬਾਅਦ ਕਿੰਨਾ ਰਿਸਪੌਂਸ ਆਇਆ ਹੈ, ਕੀ ਲੋਕ ਚਾਹੁੰਦੇ ਨੇ, ਉਸ ਤੋਂ ਬਾਅਦ। ਜੇ ਤੁਸੀਂ ਉਮੀਦਵਾਰ ਖੜੇ ਕਰਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਪਾਰਟੀ ਪੰਜਾਬ ਦੇ ਵਿੱਚ ਤੁਸੀਂ ਉਹਨਾਂ ਨਾਲ ਗੱਠਜੋੜ ਕਰ ਸਕਦੇ ਹੋ ਜਾਂ ਇਕੱਲੇ ਹੀ ਲੜਨਾ ਚਾਹੋਗੇ? ਕਿਉਂ ਗੱਠਜੋੜ ਕਰਨ ਦੀ ਕਿਹੜੀ ਲੋੜ ਪਏਗੀ? ਕਿਸਾਨਾਂ ਦੀ 80 ਲੱਖ ਵੋਟ ਤੋਂ 80 ਤੋਂ 90 ਲੱਖ ਵੋਟ ਦੇ ਵਿਚਕਾਰ ਕਿਸਾਨਾਂ ਦੀ ਹੈ। 59 ਲੱਖ ਵੋਟ ਨਾਲ ਸਰਕਾਰ ਬਣੀ ਹੈ। ਇਹ ਆਪਣੀ ਵੋਟ ਆਪਣੇ ਕੋਲ ਨਹੀਂ ਪਾ ਸਕਦੇ। ਸੜਕਾਂ 'ਤੇ ਅਸੀਂ ਜਿਹੜਾ ਹੈ ਹੱਡੀਆਂ ਘਸਾ ਰਹੇ ਹਾਂ। 2 ਡਿਗਰੀ ਟੈਂਪਰੇਚਰ ਦੇ ਵਿੱਚ ਬੈਠੇ ਆ, 45 ਡਿਗਰੀ ਟੈਂਪਰੇਚਰ ਦੇ ਵਿੱਚ ਬੈਠੇ। ਜਿੱਥੇ ਆਪਾਂ ਇੰਨੀ ਖੇਚਲ ਕਰ ਰਹੇ ਹਾਂ ਉੱਥੇ ਆਪਾਂ ਆਪਣੀ ਵੋਟ ਆਪਣੇ ਕੋਲ ਨਹੀਂ ਪਾ ਸਕਦੇ ਯਾਰ। ਜੇ ਆਪਣੀ ਵੋਟ ਆਪਣੇ ਕੋਲ ਪਾ ਲੈਣ ਤਾਂ ਤੁਹਾਡੀ ਸਰਕਾਰ ਆਉਂਦੀ ਹੈ, ਲੈ ਰੌਲਾ ਖਤਮ ਹੋ ਗਿਆ। ਇੰਨੀ ਤੇ ਗੱਲ ਹੈ। ਉਹ ਤੇ ਆਪਾਂ ਕਦੇ ਉਸ ਦੇ ਪਿੱਛੇ ਲੱਗੇ, ਕਦੇ ਉਸ ਦੇ ਤਲਵੇ ਚੱਟੇ, ਕਦੇ ਉਸ ਦੇ ਤਲਵੇ ਚੱਟੇ। ਉਸ ਟਾਈਮ 'ਤੇ ਆਪਾਂ ਤਲਵੇ ਚੱਟੇ ਆ ਰਾਜਨੀਤਿਕ ਪਾਰਟੀਆਂ ਦੇ। ਤੇ ਆਪਣੀ ਵੋਟ ਆਪਣੇ ਕੋਲ ਹੀ ਤੇ ਪਾਣੀ ਹੈ। ਸਾਰਾ ਮਜ਼ਦੂਰ ਤੁਹਾਡੇ ਨਾਲ ਲੱਗਣ ਵਾਸਤੇ ਤਿਆਰ ਬੈਠਾ ਹੈ। ਤੇ ਅੱਜ ਦੇ ਤੁਹਾਡੇ ਸਾਹਮਣੇ ਦੇਸ਼ ਦੇ ਸਾਰੇ ਦੇਸ਼ ਦੇ ਵਪਾਰੀ ਇਕੱਠੇ ਹੋ ਕੇ ਕਹਿ ਰਹੇ ਆ ਕਿ ਹਾਂ ਤੁਸੀਂ ਲੱਗੋ ਅੱਗੇ, ਅਸੀਂ ਤੁਹਾਡੇ ਪਿੱਛੇ ਲੱਗਣ ਵਾਸਤੇ ਤਿਆਰ ਹਾਂ। ਮਜ਼ਦੂਰ ਲੱਗ ਰਹੇ ਨੇ, ਦੁਕਾਨ ਵਾਲੇ ਲੱਗ ਰਹੇ ਨੇ। ਪਰ ਮੈਨੂੰ ਇਹ ਨਹੀਂ ਸਮਝ ਆਉਂਦੀ, ਸਾਡੇ ਹੀ ਲੀਡਰ ਨਹੀਂ ਲੱਗ ਰਹੇ, ਇਹਨਾਂ ਨੂੰ ਵੀ ਰੱਬ ਦਾ ਅਕਲ ਦੇ ਲੱਗ ਜਾਣ। ਸੋ ਇਹ ਸਾਨੂੰ ਸਰਦਾਰ ਗੁਰਨਾਮ ਸਿੰਘ ਜੜੂਨੀ ਜੋ ਕਹਿ ਰਹੇ ਨੇ ਕਿ ਸਾਨੂੰ ਸਿਸਟਮ ਦੇ ਵਿੱਚ ਆ ਕੇ ਸਿਸਟਮ ਨੂੰ ਬਦਲਣਾ ਪੈਣਾ ਹੈ। ਸਿਆਸਤ ਦੀ ਗੱਲ ਨਹੀਂ ਹੈ, ਇੱਕ ਸਿਸਟਮ ਦੀ ਗੱਲ ਹੈ, ਤਾਂ ਹੀ ਕਿਸਾਨਾਂ ਦਾ ਭਲਾ ਹੋਵੇਗਾ। R19 ਨਿਊਜ਼ ਲਈ ਮੈਂ ਸ਼ਰਨਜੀਤ ਬੈਂਸ, ਲੁਧਿਆਣਾ। ਇੱਕ ਤੁਹਾਡਾ ਬਿਆਨ ਆਇਆ ਦਾਦੂਵਾਲ ਦੇ ਖਿਲਾਫ, ਤੁਸੀਂ ਉਹਨਾਂ ਨੂੰ ਕਿਹਾ ਵਿੱਚ ਤੁਹਾਡੇ ਇਸ ਬਿਆਨ ਦਾ ਬੜਾ ਗਲਤ ਮੈਸੇਜ ਗਿਆ ਕਿ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਤੁਸੀਂ ਇੱਕ RSS ਬੰਦੇ ਨਾਲ ਸੰਬੋਧਿਤ ਕੀਤਾ। ਪਹਿਲਾਂ ਤੇ ਜਾ ਕੇ CM ਨਾਲ ਮਿਲਿਆ, ਕਿਸਾਨ ਜਿਹੜਾ ਅੰਦੋਲਨ ਹੈ ਉਹਦੇ ਪ੍ਰਤੀ ਉਹ ਗਲਤ ਸੀ। ਦੂਜਾ, ਅਸੀਂ ਜਿਹੜਾ BJP ਦੇ ਲੀਡਰਾਂ ਦਾ ਵਿਰੋਧ ਕਰ ਰਹੇ ਹਾਂ, ਉਹ BJP ਦੇ ਲੀਡਰ ਨੂੰ ਬੁਲਾ ਰਹੇ ਆ, ਨਹੀਂ ਬੁਲਾਉਣਾ ਚਾਹੀਦਾ। ਜੇ ਆਪਾਂ ਹੁਣ ਉਹਨੂੰ ਸਿੱਖ ਸਮਾਜ 'ਤੇ ਲੈ ਕੇ ਵੜ ਜਾਈਏ, ਉਹਨੂੰ ਧਰਮ ਪ੍ਰਚਾਰਕ 'ਤੇ ਲੈ ਕੇ ਵੜ ਜਾਈਏ, ਇਹ ਕੋਈ ਗੱਲ ਥੋੜ੍ਹਾ ਹੀ ਹੈ। ਉਹਨੇ ਪਰਚਾ ਦਰਜ ਕਰਾਤਾ ਹੈ, 600 ਕਿਸਾਨਾਂ ਦੇ ਪਰਚਾ ਦਰਜ ਹੋ ਗਿਆ ਹੈ। ਤੇ ਅਸੀਂ ਕਹਿ ਰਹੇ ਉਹਨੂੰ ਭਰਾ, ਉਹਨੂੰ ਵਾਪਸ ਕਰਾ ਪਰਚੇ ਨੂੰ। 32 ਕਿਸਾਨ ਜਥੇਬੰਦੀਆਂ ਦੀ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ, ਸਰਕਾਰ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗ ਕਰ ਰਹੀ ਹੈ। ਇਹਦਾ ਤੁਸੀਂ ਕੀ ਭਾਵ ਲੈਂਦੇ? ਸਿੱਖੀ ਦਾ ਮਤਲਬ ਕਿ ਮਸਲਾ ਕਿੱਥੋਂ ਆ ਗਿਆ ਵਿੱਚ? ਕਿਉਂਕਿ ਉਹ ਦਾਦੂਵਾਲ ਸਾਹਿਬ ਇੱਕ ਸਿੱਖ ਪ੍ਰਚਾਰਕ ਨੇ। ਸਾਡੇ ਸਮਾਜ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਛੋਟੀ ਜਿਹੀ ਗੱਲ ਨੂੰ ਜਾ ਕੇ ਧਰਮ ਤੇ ਵਾੜਦੇ ਨੇ, ਛੋਟੀ ਜਿਹੀ ਗੱਲ ਨੂੰ ਜਾ ਕੇ ਤੂਲ ਦਿੰਦੇ ਨੇ ਉਹਨੂੰ। ਜਦੋਂ ਜਿੰਨੀ ਵਾਰ ਉਹਨਾਂ ਨੇ ਬੁਲਾਏ ਉਨੀ ਵਾਰ ਗੱਲਬਾਤ ਵਾਸਤੇ ਗਏ, ਹੁਣ ਬੁਲਾਉਣਗੇ ਫਿਰ ਜਾਵਾਂਗੇ। ਪਰ ਉਹਦੇ ਜਿਹੜੇ ਬਿਆਨ ਨੇ ਉਹ ਬਿਆਨ ਲੋਕਤਾਂਤਰਿਕ ਨਹੀਂ ਹੈ। ਬਿਆਨ ਉਹ ਦੇ ਰਿਹਾ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ। ਭੀੜ ਇਕੱਠੀ ਕਰਨ ਦਾ ਸਰਕਾਰ ਬਦਲ ਜਾਂਦੀ, ਤੂੰ ਕਹਿੰਦਾ ਕਾਨੂੰਨ ਨਹੀਂ ਬਦਲੇ ਜਾਂਦੇ। ਉਹ ਕਹਿੰਦਾ ਹੈ ਜੀ ਇਹ ਕਾਨੂੰਨਾਂ ਨੂੰ ਤੇ ਅਸੀਂ ਰੱਦ ਕਰਨਾ ਨਹੀਂ, ਕੋਈ ਹੋਰ ਗੱਲ ਕਰਨੀ ਹੈ ਤੇ ਆ ਜਾਓ, ਫਿਰ ਹੋਰ ਕੀ ਮੱਥਾ ਟੇਕਣ ਜਾਈਏ। ਜੋਗਿੰਦਰ ਯਾਦਵ ਨੇ ਵੀ ਆਪਣੇ ਪੋਸਟਰ ਲਾਏ ਨੇ, ਪੋਸਟਰ ਬਣਾ ਕੇ ਵੀ ਸੰਯੁਕਤ ਮੋਰਚੇ ਦੁਆਰਾ ਸਮਰਥਿਤ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਫਲਾਣਾ ਸਿੰਘ ਉੱਤੇ ਯੋਗਿੰਦਰ ਯਾਦਵ ਦੀ ਫੋਟੋ ਲੱਗੀ ਹੈ, ਕੈਂਡੀਡੇਟ ਦੀ ਫੋਟੋ ਲੱਗੀ ਹੈ। ਠੀਕ ਹੈ, ਇਹ ਤੇ ਕਈ ਗਲਤ। ਸੰਯੁਕਤ ਮੋਰਚੇ ਨੇ ਕਿਹੜਾ ਸਮਰਥਨ ਕਰਤਾ? ਪਰ ਉਹ ਮਿਸਯੂਜ਼ ਕਰ ਰਹੇ ਨੇ, ਕੋਈ ਕਾਰਵਾਈ ਨਹੀਂ। ਰਾਜਨੀਤੀ ਦਾ ਮਤਲਬ ਹੁੰਦਾ ਹੈ ਰਾਜ ਕਰਨ ਦੀ ਨੀਤੀ। ਪਰ
ਹੋਇਆ ਕਿ ਚਾਣਕਿਆ ਨੇ ਵੀ ਕਿਹਾ ਹੈ, ਜੇ ਚੰਗੇ ਲੋਕ ਰਾਜਨੀਤੀ ਤੋਂ ਦੂਰ ਰਹਿਣਗੇ ਤੇ ਬੁਰੇ ਲੋਕ ਤੁਹਾਡੇ ਤੇ ਰਾਜ ਕਰਨਗੇ। ਉਹ ਹੋ ਗਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ R19 ਨਿਊਜ਼ ਟੀਵੀ। ਮੈਂ ਹਾਂ ਸ਼ਰਨਜੀਤ ਬੈਂਸ। ਕਿਸਾਨੀ ਮਸਲਾ ਸਿਖਰਾਂ ਤੇ ਪਹੁੰਚਿਆ ਹੋਇਆ ਸਿੰਗੂ ਬਾਰਡਰ ਤੇ ਕਿਸਾਨਾਂ ਨੇ 9 ਮਹੀਨਿਆਂ ਤੋਂ ਧਰਨੇ ਲਾਏ ਹੋਏ ਨੇ। ਦਿੱਲੀ ਦੀ ਬਰੂਹਾਂ ਤੇ ਕਿਸਾਨ ਆਗੂ ਰੋਜ਼ ਹੀ ਮੀਟਿੰਗਾਂ ਕਰਦੇ ਨੇ, ਪੀਸੀ ਕਰਦੇ ਨੇ। ਹੁਣ ਕਿਸਾਨ ਆਗੂ ਰੋਜ਼ ਜੰਤਰ ਮੰਤਰ ਤੇ ਜਾ ਕੇ ਸੰਸਦ ਲਾਉਂਦੇ ਨੇ। ਸਾਡੇ ਨਾਲ ਅੱਜ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਦੇ ਅਧਿਕਸ਼ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ। ਚੜੂਨੀ ਜੀ, R19 ਤੁਹਾਡਾ ਸਵਾਗਤ ਹੈ ਜੀ। ਧੰਨਵਾਦ। ਚੜੂਨੀ ਜੀ, ਅੱਜ ਤੁਸੀਂ ਮੱਤੇਵਾੜੇ ਦੇ ਜੰਗਲਾਂ ਵਿੱਚ ਜਾ ਕੇ ਆਏ ਹੋ, ਉਹਨਾਂ ਦੀ ਤੁਸੀਂ ਗੱਲਬਾਤ ਕੀਤੀ, ਮਸਲੇ ਸੁਣੇ ਨੇ। ਕੀ ਲੱਗਦਾ ਕਿ ਸਰਕਾਰ ਨੂੰ ਉੱਥੇ ਇੰਡਸਟਰੀ ਲਾਉਣੀ ਚਾਹੀਦੀ ਹੈ ਜਾਂ ਨਹੀਂ ਲਾਉਣੀ ਚਾਹੀਦੀ? ਦੇਖੋ, ਸਰਕਾਰ ਜਿਹੜੀ ਹੈ ਉਹ ਲੋਕਾਂ ਨੂੰ ਵਸਾਉਣ ਵਾਸਤੇ ਹੁੰਦੀ ਹੈ। ਉਸ ਜ਼ਮੀਨ ਤੇ ਜਿਹੜੇ ਲੋਕ ਖੇਤੀ ਕਰ ਰਹੇ ਨੇ, ਜਿਨ੍ਹਾਂ ਦਾ ਉੱਥੋਂ ਪਰਿਵਾਰ ਚੱਲ ਰਿਹਾ ਹੈ, ਇੱਕ ਤੇ ਉਹਨਾਂ ਵਾਸਤੇ ਕੋਈ ਮੁਆਵਜ਼ਾ ਤੈਅ ਨਹੀਂ ਕੀਤਾ। ਦੂਜੀ ਗੱਲ, ਜਿਹੜਾ ਪ੍ਰਦੂਸ਼ਣ ਹੈ ਉਹ ਪੰਜਾਬ ਦੇ ਵਿੱਚ ਜਿਸ ਕਦਰ ਫੈਲ ਰਿਹਾ, ਹਰ ਘਰ 'ਚ ਕੈਂਸਰ ਦਾ ਮਰੀਜ਼ ਹੋ ਗਿਆ। ਕਈ ਜ਼ਿਲ੍ਹੇ ਇਸ ਤਰ੍ਹਾਂ ਦੇ ਨੇ ਬਈ ਜਿੱਥੇ ਹਰ ਘਰ ਦੇ ਵਿੱਚ ਕੈਂਸਰ ਹੋ ਗਿਆ। ਅਤੇ ਆ ਜਿਹੜਾ ਫੈਕਟਰੀਆਂ ਦਾ ਜਿਹੜਾ ਪਾਣੀ ਥੱਲੇ ਜਾ ਰਿਹਾ ਹੈ, ਜਾਂ ਉਹਨੂੰ ਨਹਿਰਾਂ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ, ਨਦੀਆਂ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ, ਉਹ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਖਰਾਬ ਹੋ ਗਿਆ। ਜੇ ਪੀਣ ਵਾਲਾ ਪਾਣੀ ਹੀ ਖਰਾਬ ਹੋ ਗਿਆ, ਫਿਰ ਤੇ ਪ੍ਰਕਿਰਤੀ ਦਾ ਇੱਕ ਤੱਤ ਖਰਾਬ ਹੋ ਗਿਆ, ਅਤੇ ਫਿਰ ਪੰਜਾਬ ਬਚੇਗਾ ਕਿੱਥੇ? ਅਤੇ ਇਸ ਕਰਕੇ ਸਰਕਾਰ ਦਾ ਇਹਨਾਂ ਚੀਜ਼ਾਂ 'ਤੇ ਕੋਈ ਧਿਆਨ ਨਹੀਂ ਜਾ ਰਿਹਾ, ਅਤੇ ਉਹ ਲੋਕ ਵਿਚਾਰੇ ਅੰਦੋਲਨ ਕਰ ਰਹੇ ਨੇ ਅਤੇ ਸਰਕਾਰ ਉਹਨਾਂ ਦੀ ਸੁਣ ਨਹੀਂ ਰਹੀ। NGTV ਜਿਹੜਾ ਹੈ, ਜਿੰਨਾ ਸਟੈਂਡ ਉਹਨੂੰ ਲੈਣਾ ਚਾਹੀਦਾ ਹੈ, ਉਹ ਵੀ ਜਿਹੜਾ ਹੈ ਪੂਰਾ ਉਹਨਾਂ ਨੂੰ ਨਿਸ਼ਚਿੰਤ ਨਹੀਂ ਕਰ ਰਹੇ। ਚੜੂਨੀ ਸਾਹਿਬ, ਇੱਕ ਤੁਹਾਡਾ ਬਿਆਨ ਆਇਆ ਦਾਦੂਵਾਲ ਦੇ ਖਿਲਾਫ। ਤੁਸੀਂ ਉਹਨਾਂ ਨੂੰ ਕਿਹਾ ਵਿੱਚ ਤੁਹਾਡੇ ਇਸ ਬਿਆਨ ਦਾ ਬੜਾ ਗਲਤ ਮੈਸੇਜ ਗਿਆ ਕਿ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਤੁਸੀਂ ਇੱਕ RSS ਦੇ ਬੰਦੇ ਨਾਲ ਸੰਬੋਧਿਤ ਕੀਤਾ। ਕੀ ਕਹਿਣਾ ਚਾਹੋਗੇ ਜੀ? ਨਹੀਂ, ਸਿੱਖ ਸੰਗਤਾਂ ਦੇ ਵਿਰੁੱਧ ਮੈਂ ਕੁਛ ਨਹੀਂ ਕਿਹਾ ਜੀ। ਅਤੇ ਉਹਦਾ ਵੀ ਕੋਈ ਇਹ ਨਹੀਂ ਹੈ ਕਿ ਵੀ ਕੋਈ ਮੈਂ ਸਿੱਖ ਪ੍ਰਚਾਰਕ ਦੇ ਵਿਰੁੱਧ ਕੁਛ ਬੋਲਿਆ ਵਾਂ। ਪਰ ਗੱਲ ਇਹ ਹੈ ਕਿ ਉਹ ਪਹਿਲਾਂ ਤਾਂ ਜਾ ਕੇ CM ਨਾਲ ਮਿਲਿਆ। ਕਿਸਾਨ ਜਿਹੜਾ ਅੰਦੋਲਨ ਹੈ ਉਹਦੇ ਪ੍ਰਤੀ ਉਹ ਗਲਤ ਸੀ। ਦੂਜਾ, ਅਸੀਂ ਜਿਹੜਾ BJP ਦੇ ਲੀਡਰਾਂ ਦਾ ਵਿਰੋਧ ਕਰ ਰਹੇ ਹਾਂ, ਉਹ BJP ਦੇ ਲੀਡਰ ਨੂੰ ਬੁਲਾ ਰਹੇ ਹੈ। ਨਹੀਂ ਬੁਲਾਉਣਾ ਚਾਹੀਦਾ, ਨਹੀਂ ਬੁਲਾਉਣਾ ਚਾਹੀਦਾ। ਜਿੱਧਰ ਸਮਾਜ ਜਾਂਦਾ ਹੈ, ਜੇ ਆਪਾਂ ਹੁਣ ਉਹਨੂੰ ਸਿੱਖ ਸਮਾਜ 'ਤੇ ਲੈ ਕੇ ਵੜ ਜਾਈਏ, ਉਹਨੂੰ ਧਰਮ ਪ੍ਰਚਾਰਕ 'ਤੇ ਲੈ ਕੇ ਵੜ ਜਾਈਏ, ਇਹ ਕੋਈ ਗੱਲ ਥੋੜ੍ਹਾ ਹੀ ਹੈ। ਇਹ ਉਹਨੇ ਪਰਚਾ ਦਰਜ ਕਰਾਤਾ ਹੈ, 600 ਕਿਸਾਨਾਂ ਦੇ ਪਰਚਾ ਦਰਜ ਹੋ ਗਿਆ ਹੈ, ਅਤੇ ਅਸੀਂ ਕਹਿ ਰਹੇ ਉਹਨੂੰ ਭਰਾਓ, ਉਹਨੂੰ ਵਾਪਸ ਕਰਾ ਪਰਚੇ ਨੂੰ। ਪਰਚਾ ਵਾਪਸ ਕਰਾਉਣਾ ਨਹੀਂ ਬਣਦਾ। ਹੁਣ ਜਾਣ 600 ਕਿਸਾਨ ਜਿਹੜੇ 'ਚ ਕੀ ਗੁਨਾਹ ਕਰਤਾ ਉਹਨਾਂ ਨੇ, ਅਤੇ ਉਹ ਤਾਂ ਉੱਥੇ ਆਇਆ ਵੀ ਨਹੀਂ। ਨਹੀਂ, 32 ਕਿਸਾਨ ਜਥੇਬੰਦੀਆਂ ਦੀਆਂ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ, ਸਰਕਾਰ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗ ਕਰ ਰਹੀ ਹੈ। ਇਹਦਾ ਤੁਸੀਂ ਕੀ ਭਾਵ ਲੈਂਦੇ ਹੋ ਜੀ? ਜੇ ਸਿੱਖ ਪ੍ਰਚਾਰਕ ਤੇ ਸਿੱਖ ਪ੍ਰਚਾਰਕਾਂ ਨਾਲ ਮੀਟਿੰਗ ਕਰਨੀ ਤਾਂ ਕੋਈ ਮਾੜੀ ਨਹੀਂ। ਸਿੱਖ ਪ੍ਰਚਾਰ ਕਰਨਾ ਕੋਈ ਬੁਰਾ ਹੈ? ਕਰਨਾ ਚਾਹੀਦਾ ਹੈ। ਅਤੇ ਉਹ ਕਿਸਾਨ ਜਥੇਬੰਦੀਆਂ, 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵੀ ਸਿੱਖ ਪ੍ਰਚਾਰਕਾਂ ਨਾਲ ਹੋ ਰਹੀ ਹੈ ਨਾ, ਜਿਹੜੇ ਵੱਖ-ਵੱਖ ਸਿੱਖ ਪ੍ਰਚਾਰਕ ਨੇ ਉਹਨਾਂ ਨਾਲ ਮੀਟਿੰਗਾਂ ਕਰ ਰਹੇ ਨੇ। ਉਹ ਉੱਧਰ ਸਰਕਾਰ ਵੀ ਕਰ ਰਹੀ ਹੈ। ਮੈਨੂੰ ਨਹੀਂ ਪਤਾ ਉਹ ਕਰ ਰਹੇ ਨੇ ਕੀ ਕਰ ਰਹੇ ਨੇ। ਸਿੱਖ ਪ੍ਰਚਾਰਕਾਂ ਨਾਲ ਕਰ ਰਹੀ ਹੈ। ਸਿੱਖੀ ਦਾ ਮਤਲਬ ਕਿ ਮਸਲਾ ਕਿੱਥੋਂ ਆ ਗਿਆ ਵਿੱਚ? ਨਹੀਂ, ਕਿਉਂਕਿ ਉਹ ਦਾਦੂਵਾਲ ਸਾਹਿਬ ਇੱਕ ਸਿੱਖ ਪ੍ਰਚਾਰਕ ਨੇ, ਇੱਕ ਧਰਮ ਦੇ ਨਾਂ 'ਤੇ ਉਹ ਸਿੱਖ ਪ੍ਰਚਾਰ ਕਰਦੇ ਨੇ। ਗਲਤ। ਐਜ਼ ਏ ਸਿੱਖ ਪ੍ਰਚਾਰਕ ਅਸੀਂ ਥੋੜ੍ਹਾ ਹੀ ਕੁਛ ਕਿਹਾ। ਉਸ ਗੱਲ ਨੂੰ ਘੁਮਾਓ ਨਾ, ਉਸ ਗੱਲ ਨੂੰ। ਇਹ ਤੇ ਸਾਡੇ ਸਮਾਜ ਨੂੰ ਪਤਾ ਨਹੀਂ ਕੀ ਹੋ ਗਿਆ ਹੈ। ਛੋਟੀ ਜਿਹੀ ਗੱਲ ਨੂੰ ਜਾ ਕੇ ਧਰਮ 'ਤੇ ਵਾੜਦੇ ਨੇ, ਛੋਟੀ ਜਿਹੀ ਗੱਲ ਨੂੰ ਜਾ ਕੇ ਤੂਲ ਦਿੰਦੇ ਨੇ ਉਹਨੂੰ। ਮਸਲਾ ਉਹ ਨਹੀਂ ਹੈ। ਮਸਲਾ BJP ਦੇ ਲੀਡਰ ਨੂੰ ਬੁਲਾਉਣ ਦਾ ਹੈ। ਆਪਾਂ ਇਸ ਦੇਸ਼ ਨੂੰ ਬਚਾਉਣ ਵਾਸਤੇ ਲੱਗੇ ਕਿ ਬਰਬਾਦ ਕਰਨ ਵਾਸਤੇ ਲੱਗੇ ਆ? ਧਰਮ ਦਾ ਮਸਲਾ ਵਿੱਚ ਕਿੱਥੋਂ ਆ ਗਿਆ? ਉਹ ਤੇ BJP ਨੂੰ ਬੁਲਾਉਣ ਦਾ ਮਤਲਬ ਹੈ। ਧਰਮ ਦਾ ਮਸਲਾ ਕਿੱਥੋਂ ਆ ਗਿਆ ਵਿੱਚ? ਖੇਤੀ ਮੰਤਰੀ ਤੋਮਰ ਸਾਹਿਬ ਦਾ ਬਾਰ-ਬਾਰ ਅਖਬਾਰਾਂ 'ਚ ਬਿਆਨ ਆਉਂਦਾ, TV 'ਤੇ ਬਿਆਨ ਆਉਂਦਾ ਕਿ ਅਸੀਂ ਸਰਕਾਰ ਗੱਲਬਾਤ ਲਈ ਤਿਆਰ ਹੈ, ਸਰਕਾਰ ਗੱਲਬਾਤ ਲਈ ਤਿਆਰ ਹੈ। ਕੀ 32 ਕਿਸਾਨ ਜਥੇਬੰਦੀਆਂ ਜਾਂ ਤੁਸੀਂ ਵੀ ਉਹਨਾਂ ਨਾਲ ਰਾਬਤਾ ਕਾਇਮ ਕਰ ਰਹੇ ਹੋ ਕਿ ਅਸੀਂ ਆਵਾਂਗੇ, ਗੱਲਬਾਤ ਕਰਾਂਗੇ? ਅਸੀਂ ਤਾਂ ਗੱਲਬਾਤ ਤੋਂ ਕਦੇ ਮਨਾ ਹੀ ਨਹੀਂ ਕੀਤਾ। ਜਦੋਂ ਜਿੰਨੀ ਵਾਰ ਉਹਨਾਂ ਨੇ ਬੁਲਾਏ ਉਨੀ ਵਾਰ ਗੱਲਬਾਤ ਵਾਸਤੇ ਗਏ। ਹੁਣ ਬੁਲਾਉਣਗੇ ਫਿਰ ਜਾਵਾਂਗੇ। ਪਰ ਉਹ ਜਿਹੜੇ ਬਿਆਨ ਨੇ, ਉਹ ਬਿਆਨ ਲੋਕਤਾਂਤਰਿਕ ਨਹੀਂ ਹੈ। ਬਿਆਨ ਉਹ ਦੇ ਰਿਹਾ, ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ।
ਭਰੀ ਭੀੜ ਇਕੱਠੀ ਕਰਨ ਦਾ ਸਰਕਾਰ ਬਦਲ ਜਾਂਦੀ, ਤੂੰ ਕਹਿੰਦਾ ਕਾਨੂੰਨ ਨਹੀਂ ਬਦਲੇ ਜਾਂਦੇ। ਉਹ ਕਹਿੰਦਾ ਜੀ ਇਹ ਕਾਨੂੰਨਾਂ ਨੂੰ ਤੇ ਅਸੀਂ ਰੱਦ ਕਰਨਾ ਨਹੀਂ, ਕੋਈ ਹੋਰ ਗੱਲ ਕਰਨੀ ਹੈ ਤੇ ਆ ਜਾਓ। ਫਿਰ ਹੋਰ ਕੀ ਮੱਥਾ ਟੇਕਣ ਜਾਈਏ ਜੇ ਕਾਨੂੰਨਾਂ ਤੇ ਗੱਲ ਹੀ ਨਹੀਂ ਕਰਨੀ, ਜੇ ਕਾਨੂੰਨ ਵਾਪਸ ਹੀ ਨਹੀਂ ਕਰਨੇ, ਕਾਹਦੇ ਵਾਸਤੇ ਜਾਈਏ ਹੋਰ? ਫਿਰ 8 ਮਹੀਨੇ ਹੋਏ ਕਾਹਦੇ ਵਾਸਤੇ ਬੈਠੇ ਆ? ਤੇ ਉਹ ਖਾਲੀ ਲੋਕਾਂ ਦਾ ਇੱਕ ਜਿਵੇਂ ਗੁੰਮਰਾਹ ਕਰਨਾ ਹੁੰਦਾ ਹੈ ਉਸ ਤਰ੍ਹਾਂ ਦੇ ਬਿਆਨ ਦਿੰਦੇ ਨੇ। 8-9 ਮਹੀਨੇ ਹੋ ਗਏ, ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ, ਚੱਲ ਰਿਹਾ ਹੈ। ਲੋਕੀ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ, ਹੁਣ ਜੰਤਰ ਮੰਤਰ ਤੇ ਜਾ ਕੇ ਸੰਸਦ ਵੀ ਤੁਸੀਂ ਲਾ ਰਹੇ ਹੋ, ਠੀਕ ਹੈ। ਕੀ ਸਮਝਦੇ ਹੋ ਕਿ ਹੁਣ ਕਿਸਾਨ ਅੰਦੋਲਨ ਕਿੱਥੇ ਖੜਾ ਹੈ? ਦੇਖੋ, ਸ਼ਾਂਤੀਪੂਰਵਕ ਕਿਸਾਨ ਅੰਦੋਲਨ ਚੱਲ ਰਿਹਾ ਹੈ, ਪਿਛਲੇ 8.5 ਮਹੀਨਿਆਂ ਤੋਂ ਚੱਲ ਰਿਹਾ ਹੈ। 600 ਕਿਸਾਨ ਸ਼ਹੀਦ ਵੀ ਧਰਨੇ ਤੇ ਬੈਠੇ ਹੋ ਗਏ ਨੇ, ਤੇ ਇੰਨਾ ਵੱਡਾ ਅੰਦੋਲਨ ਸ਼ਾਇਦ ਪਹਿਲੇ ਵਾਰੀ ਅਸੀਂ ਦੇਸ਼ ਦੇ ਵਿੱਚ ਦੇਖ ਰਹੇ ਹਾਂ। ਤੇ ਪਰ ਸਰਕਾਰ ਜਿਹੜੀ ਹੈ ਉਹ ਲੋਕਤੰਤਰ ਦੇ ਤਰੀਕੇ ਨਾਲ ਕੰਮ ਨਹੀਂ ਕਰ ਰਹੀ, ਉਹ ਖਾਲੀ ਪੂੰਜੀਪਤੀਆਂ ਵਾਸਤੇ ਕਾਨੂੰਨ ਬਣਾ ਕੇ ਤੇ ਲੋਕਤੰਤਰ ਦੀ ਅਣਦੇਖੀ ਕਰ ਰਹੀ ਹੈ। ਤੇ ਅਸੀਂ ਇਹ ਅੰਦੋਲਨ ਉਦੋਂ ਤੱਕ ਚਲਾਉਂਦੇ ਰਹਾਂਗੇ ਜਦੋਂ ਤੱਕ ਆਪਾਂ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਾ ਲੈਂਦੇ। ਤੁਸੀਂ ਕਿਹਾ ਕਿ ਜੇ ਅਸੀਂ ਕਾਨੂੰਨ ਰੱਦ ਕਰਾਉਣੇ ਨੇ, ਜੇ ਅਸੀਂ ਆਪਣੀ ਕਿਸਾਨੀ ਨੂੰ ਬਚਾਉਣਾ ਹੈ ਜਾਂ ਆਪਣੇ ਮਜ਼ਦੂਰਾਂ ਨੂੰ ਬਚਾਉਣਾ ਹੈ, ਤਾਂ ਸਾਨੂੰ ਇਸ ਸਿਸਟਮ ਦੇ ਵਿੱਚ ਵੜਨਾ ਪਊਗਾ। ਤੁਸੀਂ ਇੱਕ ਮਿਸ਼ਨ ਪੰਜਾਬ ਚਲਾ ਰਹੇ ਹੋ, ਤੁਸੀਂ ਮਿਸ਼ਨ ਪੰਜਾਬ ਸ਼ੁਰੂ ਕੀਤਾ ਹੈ। ਇਸ ਬਿਆਨ ਤੇ ਤੁਹਾਨੂੰ 32 ਕਿਸਾਨ ਜਥੇਬੰਦੀਆਂ ਨੇ 1 ਹਫ਼ਤੇ ਲਈ ਸਸਪੈਂਡ ਵੀ ਕੀਤਾ। ਪਰ ਇਹ ਹੈ ਵੀ ਮਿਸ਼ਨ ਪੰਜਾਬ ਪਹਿਲਾਂ ਮਿਸ਼ਨ ਬੰਗਾਲ ਚਲਾਇਆ, ਸਾਂਝੇ ਤੌਰ ਤੇ ਚੱਲਿਆ ਸਾਰਾ ਮਿਸ਼ਨ ਬੰਗਾਲ। ਸਾਰੇ ਕਿਸਾਨ ਆਗੂ ਜਾ ਕੇ ਉੱਥੇ ਉਹਨਾਂ ਨੇ ਕਵਰੇਜ ਕੀਤੀ ਔਰ ਉਹਨਾਂ ਨੇ ਬੋਲੇ ਵੀ ਨੇ। ਹੁਣ ਮਿਸ਼ਨ ਉੱਤਰ ਪ੍ਰਦੇਸ਼ ਯੂਪੀ ਚਲਾ ਰਹੇ ਹੋ, ਜੋਗਿੰਦਰ ਯਾਦਵ ਜੀ ਆਪ ਚੋਣ ਲੜਦੇ ਨੇ, ਉਹਨਾਂ ਨੂੰ ਕਿਉਂ ਨਹੀਂ ਸਸਪੈਂਡ ਕੀਤਾ ਗਿਆ ਜਾਂ ਉਹਨਾਂ ਦੇ ਖਿਲਾਫ 32 ਕਿਸਾਨ ਜਥੇਬੰਦੀਆਂ ਨੇ ਕਿਉਂ ਨਹੀਂ ਐਕਸ਼ਨ ਲਿਆ? ਇਹ ਤਾਂ ਉਹਨਾਂ ਨੂੰ ਪੁੱਛੋ ਯਾਰ, ਕਿਉਂ ਨਹੀਂ ਲਿਆ? ਤੁਹਾਡੇ ਕੀ ਵਿਚਾਰ? ਨਹੀਂ, ਦੇਖੋ, ਅਸੂਲ ਸਾਰਿਆਂ ਵਾਸਤੇ ਇੱਕੋ ਜਿਹੇ ਹੋਣੇ ਚਾਹੀਦੇ ਨੇ। ਜਿਹੜਾ ਸੰਯੁਕਤ ਮੋਰਚੇ ਦੀ ਜਿਹੜਾ ਕਿਸਾਨ ਸੰਸਦ ਲਾਈ ਹੈ, ਉਹਦੇ 'ਚ ਬਿਹਾਰ ਦਾ ਇੱਕ ਪੂਰਵ ਮੰਤਰੀ ਬਿਠਾਇਆ ਗਿਆ, ਉਹਦਾ ਬੇਟਾ ਮੌਜੂਦਾ ਸਰਕਾਰ ਦੇ ਵਿੱਚ ਮੰਤਰੀ ਹੈ। ਕਾਰਵਾਈ ਤਾਂ ਉਹਨਾਂ ਤੋਂ ਹੀ ਬਣਦੀ ਹੈ, ਕਿਉਂ ਬਿਠਾਇਆ? ਮਤਲਬ ਤੁਸੀਂ 32 ਕਿਸਾਨ ਜਥੇਬੰਦੀਆਂ ਦੇ ਆਗੂਆਂ ਤੇ ਸਵਾਲ ਕਰ ਰਹੇ ਹੋ? ਹੁੰਦਾ ਕੀ ਹੈ, ਗਲਤੀਆਂ ਹੁੰਦੀਆਂ ਨੇ ਜਾਂ ਜਾਣ ਕੇ ਕਰਦੇ ਨੇ, ਪਰ ਮੈਂ ਉਹਨਾਂ ਨੂੰ ਬਰਦਾਸ਼ਤ ਕਰ ਜਾਂਦਾ, ਮੈਂ ਉਹਨਾਂ ਨੂੰ ਜ਼ਿਆਦਾ ਚੱਕਦਾ ਨਹੀਂ। ਜੋਗਿੰਦਰ ਯਾਦਵ ਨੇ ਵੀ ਆਪਣੇ ਪੋਸਟਰ ਲਾਏ ਨੇ, ਪੋਸਟਰ ਬਣਾ ਕੇ ਵੀ ਸੰਯੁਕਤ ਮੋਰਚੇ ਦੁਆਰਾ ਸਮਰਥਿਤ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਫਲਾਣਾ ਸਿੰਘ ਉੱਤੇ ਜੋਗਿੰਦਰ ਯਾਦਵ ਦੀ ਫੋਟੋ ਲੱਗੀ ਹੈ, ਕੈਂਡੀਡੇਟ ਦੀ ਫੋਟੋ ਲੱਗੀ ਹੈ, ਠੀਕ ਹੈ। ਇਹ ਤੇ ਕਈ ਗਲਤ, ਸੰਯੁਕਤ ਮੋਰਚੇ ਨੇ ਕਿਹੜਾ ਸਮਰਥਨ ਕਰਤਾ, ਔਰ ਉਹ ਮਿਸਯੂਜ਼ ਕਰ ਰਹੇ ਨੇ, ਕੋਈ ਕਾਰਵਾਈ ਨਹੀਂ, ਠੀਕ ਹੈ। ਤੇ ਮਤਲਬ ਅਸੀਂ ਜਿਹੜਾ ਹੈ ਗੱਲ ਨੂੰ ਤੋਲ ਨਹੀਂ ਦੇਣਾ ਚਾਹੁੰਦੇ। ਉਹਨੇ ਮੇਰੇ ਖਿਲਾਫ ਕਾਰਵਾਈ ਕੀਤੀ ਹੈ, ਕੋਈ ਗੱਲ ਨਹੀਂ, ਬਰਦਾਸ਼ਤ ਕਰ ਲਈ, ਪਰ ਆਪਾਂ ਇਸ ਮੋਰਚੇ ਨੂੰ ਤੋੜਨਾ ਨਹੀਂ ਚਾਹੁੰਦੇ। ਜਿਹੜਾ ਮੋਰਚਾ ਬਣਿਆ ਹੋਇਆ ਆਪਾਂ ਲੜਾਂਗੇ। ਕੋਈ ਉਹ ਮੇਰੇ ਖਿਲਾਫ ਹੀ ਕਰ ਜਾਣ, ਦੂਜੇ ਦਿਨ ਨਾ ਵੀ ਕਰਨ ਤਾਂ ਕੋਈ ਨਹੀਂ ਗੱਲ, ਆਪਾਂ ਬਰਦਾਸ਼ਤ ਕਰ। ਤੁਸੀਂ ਸਮਝਦੇ ਹੋ, ਮਤਲਬ ਨਿੱਜੀ ਤੌਰ ਤੇ ਸਮਝਦੇ ਹੋ ਕਿ ਇੱਕ ਪਾਸੜ ਕਾਰਵਾਈ ਕੀਤੀ ਗਈ ਹੈ? ਇੱਕ ਪਾਸੇ ਤੇ ਹੈ ਹੀ ਹੈ, ਪਰ ਕੋਈ ਗੱਲ ਨਹੀਂ, ਜੇ ਹੋਈ ਆਪਾਂ ਉਹਦੇ ਨਾਲ ਵੀ ਨਿਪਟਾਂਗੇ, ਕੋਈ ਦਿੱਕਤ ਨਹੀਂ। ਸਾਰਾ ਪੰਜਾਬ ਜਾਣਦਾ ਹੈ, ਸਾਰਾ ਸੰਯੁਕਤ ਮੋਰਚਾ ਵੀ ਜਾਣਦਾ ਕਿ ਤੁਸੀਂ ਇਕੱਲੇ ਹੀ ਮਿਸ਼ਨ ਪੰਜਾਬ ਚਲਾ ਰਹੇ ਹੋ। ਜੇ 32 ਕਿਸਾਨ ਜਥੇਬੰਦੀਆਂ ਬੰਗਾਲ ਵਿੱਚ ਸਾਂਝੇ ਤੌਰ ਤੇ ਉਹਨਾਂ ਨੇ ਜਿਹੜਾ ਮਿਸ਼ਨ ਚਲਾਇਆ, ਫਿਰ ਹੁਣ ਯੂਪੀ ਦੇ ਵਿੱਚ ਸਾਂਝੇ ਤੌਰ ਤੇ ਚਲਾ ਰਹੇ ਨੇ, ਤੁਹਾਡੇ ਨਾਲ ਕਿਉਂ ਨਹੀਂ ਪੰਜਾਬ ਦੇ ਵਿੱਚ ਉਹ ਆ ਰਹੇ? ਇਹ ਤੇ ਉਹਨਾਂ ਨੂੰ ਪਤਾ ਹੋਣਾ ਕਿਉਂ ਨਹੀਂ ਆ ਰਹੇ, ਪਰ ਆ ਜਾਣਗੇ ਹੌਲੀ ਹੌਲੀ, ਮੈਨੂੰ ਲੱਗਦਾ ਹੈ। ਪਰ ਜੇ ਸਾਰੇ ਮਨ ਨਾਲ ਲੱਗ ਜਾਣ ਨਾ, ਤੇ ਸਰਕਾਰ ਦਾ ਤਖਤਾ ਪਲਟਿਆ ਲੈ। ਪੰਜਾਬ ਦੀ ਗੱਲ ਕਰਦੇ ਹੋ? ਪੰਜਾਬ ਦੀ ਗੱਲ ਕਰ ਰਿਹਾ ਮੈਂ। ਕਹਿੰਦਾ 117 ਚੋਂ ਇਹਨਾਂ ਦੀ ਨਹੀਂ 17 ਵੀ ਆਉਣੀ ਆ। ਇੰਨਾ ਤਖਤਾ ਪਲਟ ਹੋਏਗਾ ਜੇ ਸਾਰੇ ਆ ਜਾਣ। ਤੇ ਦੂਜਾ, ਇਹਨਾਂ ਦਾ ਇਲਾਜ ਵੀ ਨਹੀਂ ਹੈ। ਜੇ ਆਪਾਂ ਸੋਚੀਏ ਵੀ ਆਪਾਂ ਅੰਦੋਲਨਾਂ ਨਾਲ ਕੋਈ ਸੁਧਾਰ ਕਰਾ ਲਿਆਂਗੇ, ਕੋਈ 20 ਸਾਲ ਤੋਂ ਲੜ ਰਿਹਾ, ਕੋਈ 30 ਸਾਲ ਤੋਂ ਲੜ ਰਿਹਾ, ਤੇ ਅੱਜ ਤੱਕ ਤੇ ਸੁਧਾਰ ਕੋਈ ਹੋਇਆ ਨਹੀਂ। ਸੁਸਾਈਡ ਪਹਿਲਾਂ ਤੇ ਹੈ ਵੀ ਨਹੀਂ ਸੀ, ਹੁਣ ਸੁਸਾਈਡ ਵੀ ਹੋ ਰਹੇ। ਹੁਣ ਲੋਕਾਂ ਦੀ ਜ਼ਮੀਨਾਂ ਹੀ ਵਿਕਰੀਆਂ, ਕਰਜ਼ੇ ਦੇ ਵਿੱਚ ਸਾਡੀ ਪੋਜੀਸ਼ਨ, ਕੀ ਹਾਲ ਸਾਡਾ ਹੋ ਗਿਆ। ਹੁਣ ਸਾਡੀ ਫਸਲਾਂ ਵੀ ਖਰੀਦ ਬੰਦ ਕਰਤੀ। ਹੁਣ ਸਾਡਾ ਖੇਤੀ ਕਾਨੂੰਨ ਜਿਹੜੇ ਆਪ ਸਾਰਾ ਕਾਰੋਬਾਰ ਕਾਰਪੋਰੇਟ ਨੂੰ ਦਿੱਤਾ। ਯੂ ਸੰਗਠਨਾਂ ਦੇ ਹੁੰਦੇ ਆ। 8 ਮਹੀਨੇ ਤੋਂ ਬੈਠੇ ਆ, ਕੋਈ ਕੱਖ ਵੀ ਨਹੀਂ ਅੱਜ ਤੱਕ ਕਿਸੇ ਨੇ ਸੁਣਿਆ। 600 ਬੰਦੇ ਮਰ ਗਏ, ਕੋਈ ਪਰਵਾਹ ਨਹੀਂ। ਤੇ ਇਹਦਾ ਦੂਜਾ ਇਲਾਜ ਨਹੀਂ ਹੈ। ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੁੰਦੀ ਹੈ। ਰਾਜਨੀਤੀ ਦਾ ਮਾਰਿਆ ਦੇਸ਼ ਰਾਜਨੀਤੀ ਨਾਲ ਹੀ ਬਚੇਗਾ। ਰਾਜਨੀਤੀ ਨਾਲ ਮਾਰਿਆ ਕਿਸਾਨ ਰਾਜਨੀਤੀ ਨਾਲ ਹੀ ਬਚੇਗਾ।
ਪਾਣੀ ਦੀ ਮਾਰੀ ਖੇਤੀ ਪਾਣੀ ਨਾਲ ਹੀ ਹਰੀ ਹੁੰਦੀ ਹੈ। ਇਸ ਕਰਕੇ ਇਹ ਰਾਜਨੀਤੀ ਨੇ ਖੇਤੀ ਸਾਡੀ ਤਬਾਹ ਕੀਤੀ ਹੈ। ਰਾਜਨੀਤੀ ਨੇ ਕਾਰਪੋਰੇਟ ਦੇ ਪੱਖ ਦੇ ਕਾਨੂੰਨ ਬਣਾਏ ਨੇ, ਖੇਤੀ ਦੇ ਵਿਰੁੱਧ ਕਾਨੂੰਨ ਬਣਾਏ ਨੇ। ਉਸੇ ਰਾਜਨੀਤੀ ਨਾਲ ਹੀ ਖੇਤੀ ਦੇ ਪੱਖ ਦੇ ਕਾਨੂੰਨ ਬਣਨਗੇ, ਉਹ ਤਾਂ ਬਣਨਗੇ ਜਿਹਦੇ ਵਿੱਚ ਇੰਟਰ ਕਰੋਗੇ। ਕੀ ਹੁਣ ਸਮਝ ਲਿਆ ਜਾਵੇ ਕਿ ਗੁਰਨਾਮ ਸਿੰਘ ਚੜੂਨੀ ਜੀ ਕਿਸਾਨ ਆਗੂ ਨਹੀਂ, ਇੱਕ ਸਿਆਸੀ ਲੀਡਰ ਬਣ ਗਏ ਨੇ? ਹਾਂਜੀ, ਗੁਰਨਾਮ ਸਿੰਘ ਚੜੂਨੀ ਜੀ ਕਿਸਾਨ ਆਗੂ ਨਹੀਂ ਰਹਿ ਗਿਆ, ਹੁਣ ਇੱਕ ਸਿਆਸੀ ਲੀਡਰ ਬਣ ਗਏ ਨੇ। ਤੁਸੀਂ ਸਿਆਸੀ ਲੀਡਰ ਕੀ ਮੰਨਦੇ ਹੋ? ਸਿਆਸੀ ਹੁੰਦਾ ਕੀ ਹੈ? ਸਿਆਸੀ ਕੀ ਹੁੰਦਾ ਹੈ? ਸਿਆਸੀ ਕੋਈ ਪਾਪ ਕਰਨ ਵਾਲਾ ਹੁੰਦਾ ਹੈ? ਆਪਾਂ ਉਹਦਾ ਅਰਥ ਗਲਤ ਕੱਢ ਲਿਆ। ਰਾਜਨੀਤੀ ਦਾ ਮਤਲਬ ਹੁੰਦਾ ਹੈ ਰਾਜ ਕਰਨ ਦੀ ਨੀਤੀ। ਪਰ ਹੋਇਆ ਕੀ, ਚਾਣਕਿਆ ਨੇ ਵੀ ਕਿਹਾ ਹੈ, ਜੇ ਚੰਗੇ ਲੋਕ ਰਾਜਨੀਤੀ ਤੋਂ ਦੂਰ ਰਹਿਣਗੇ ਤੇ ਬੁਰੇ ਲੋਕ ਤੁਹਾਡੇ ਤੇ ਰਾਜ ਕਰਨਗੇ। ਉਹ ਹੋ ਗਏ ਅਸੀਂ ਚੰਗੇ ਲੋਕਾਂ ਨੇ ਤੇ ਕਹਿਤਾ ਜੀ ਅਸੀਂ ਤੇ ਰਾਜਨੀਤੀ ਨਹੀਂ ਜਾਂਦੇ। ਸਿਆਸੀ ਬੜਾ ਇੱਕ ਪਾਪ। ਉਹ ਜਿਹੜਾ ਬੰਦਾ ਰਾਜਨੀਤੀ ਕਰ ਰਿਹਾ ਉਹ ਕਹਿੰਦਾ ਅੱਛਾ ਇਹ ਰਾਜਨੀਤੀ ਕਰਨ ਵਾਸਤੇ ਅੰਦੋਲਨ ਕਰ ਰਹੇ ਸੀ। ਉਹ ਰਾਜਨੀਤੀ ਕਰਨ ਵਾਲਾ ਜਿਹੜਾ ਪਹਿਲਾ ਮੰਤਰੀ ਹੈ, ਜਿਹਦਾ ਬਾਪ ਮੰਤਰੀ ਸੀ, ਜਿਹਦਾ ਬਾਬਾ ਮੰਤਰੀ ਸੀ, ਉਹ ਕਹਿ ਰਿਹਾ ਅੱਛਾ ਇਹ ਕਿਸਾਨ ਨਾਲੇ ਰਾਜਨੀਤੀ ਵਾਸਤੇ ਕਰ ਰਹੇ। ਜਿਹੜਾ 20 ਸਾਲ ਤੋਂ ਅੰਦੋਲਨ ਕਰ ਰਿਹਾ, 30 ਸਾਲ ਤੋਂ ਅੰਦੋਲਨ ਕਰ ਰਿਹਾ, ਜੇ ਉਹ ਰਾਜਨੀਤੀ ਦੇ ਵਿੱਚ ਜਾਂਦਾ ਤੇ ਬੜਾ ਵੱਡਾ ਗੁਨਾਹ, ਜਿਵੇਂ ਡਾਕਾ ਮਾਰ ਲਿਆ, ਜਿਵੇਂ ਚੋਰ ਹੋਏ। ਤੇ ਜਿਹੜਾ ਰਾਜਨੀਤੀ 'ਚ ਲੁੱਟ ਕੇ ਖਾ ਗਿਆ, ਆਪਣੇ ਦੇਸ਼ ਨੂੰ ਲੁੱਟ ਕੇ ਵਿਦੇਸ਼ਾਂ 'ਚ ਪੈਸਾ ਜਮ੍ਹਾਂ ਕਰਾਤਾ, ਕਹਿੰਦਾ ਇਹ ਠੀਕ ਹੈ। ਤੇ ਜਦੋਂ ਤੱਕ ਆਪਾਂ ਇਹ ਸੋਚਾਂਗੇ ਉਦੋਂ ਤੱਕ ਤਬਾਹੀ ਸਾਡੇ ਸਾਹਮਣੇ ਰਹੇਗੀ। ਤੁਸੀਂ ਕਿਹਾ ਅਸੀਂ ਸਿਸਟਮ ਦੇ ਵਿੱਚ ਆਵਾਂਗੇ, ਅਸੀਂ ਸਿਸਟਮ ਆਪ ਠੀਕ ਕਰਾਂਗੇ। ਕੀ ਤੁਸੀਂ 117 ਸੀਟਾਂ ਦੇ ਆਪਣੇ ਉਮੀਦਵਾਰ ਖੜੇ ਕਰਾਓਗੇ? ਅਜੇ ਤੇ ਆਪਾਂ ਇੱਕ ਆਵਾਜ਼ ਦੇ ਰਹੇ ਹਾਂ ਜੀ। ਅਜੇ ਤੇ ਆਪਾਂ ਇੱਕ ਗੱਲ ਛੱਡੀ ਹੈ। ਅਜੇ ਤੇ ਆਪਾਂ ਨਰਸਰੀ ਤਿਆਰ ਕਰ ਰਹੇ ਹਾਂ। ਆਪਾਂ ਪਹਿਲਾਂ ਕਿਵੇਂ ਕਹਿ ਦਈਏ ਵੀ ਆਪਾਂ ਕਿੰਨਾ ਬੀਜਾਂਗੇ? ਆਪਾਂ ਇੱਥੇ ਨਰਸਰੀ ਤਿਆਰ ਕਰ ਰਹੇ ਹਾਂ ਵੀ ਹੁੰਦਾ ਕੀ ਹੈ, ਲੋਕਾਂ ਦੀ ਭਾਵਨਾ ਕੀ ਆਉਂਦੀ ਹੈ, ਲੋਕ ਕੀ ਚਾਹੁੰਦੇ ਨੇ। 2022 ਦੇ ਇਲੈਕਸ਼ਨ ਤੁਸੀਂ ਲੜੋਗੇ ਜਾਂ ਆਪਣੇ ਉਮੀਦਵਾਰ ਖੜੇ ਕਰੋਗੇ? ਮੈਂ ਉਹੀ ਕਹਿ ਰਿਹਾ, ਤੇ ਅਸੀਂ ਵਿਚਾਰ ਛੱਡ ਰਹੇ ਹਾਂ ਲੋਕਾਂ ਦੇ ਵਿੱਚ। ਲੋਕ ਕਿੰਨਾ ਐਕਸੈਪਟ ਕਰ ਰਹੇ ਨੇ, ਉਸ ਚੀਜ਼ 'ਤੇ ਨਿਰਭਰ ਕਰੇਗਾ। ਲੋਕਾਂ ਦੀ ਆਵਾਜ਼ ਸੁਣਨ ਤੋਂ ਬਾਅਦ ਤੁਸੀਂ ਆਪਣੇ ਉਮੀਦਵਾਰ ਦਿਓਗੇ? ਲੋਕਾਂ ਦੀ ਆਵਾਜ਼ ਸੁਣਨ ਤੋਂ ਬਾਅਦ ਕਿੰਨਾ ਰਿਸਪੌਂਸ ਆਇਆ ਹੈ, ਕੀ ਲੋਕ ਚਾਹੁੰਦੇ ਨੇ, ਉਸ ਤੋਂ ਬਾਅਦ। ਜੇ ਤੁਸੀਂ ਉਮੀਦਵਾਰ ਖੜੇ ਕਰਦੇ ਹੋ ਤਾਂ ਤੁਹਾਨੂੰ ਕੀ ਲੱਗਦਾ ਵੀ ਕਿਹੜੀ ਪਾਰਟੀ ਪੰਜਾਬ ਦੇ ਵਿੱਚ ਤੁਸੀਂ ਉਹਨਾਂ ਨਾਲ ਗੱਠਜੋੜ ਕਰ ਸਕਦੇ ਹੋ ਜਾਂ ਇਕੱਲੇ ਹੀ ਲੜਨਾ ਚਾਹੋਗੇ? ਕਿਉਂ ਗੱਠਜੋੜ ਕਰਨ ਦੀ ਕਿਹੜੀ ਲੋੜ ਪਏਗੀ? ਕਿਸਾਨਾਂ ਦੀ 80 ਲੱਖ ਵੋਟ ਤੋਂ 80 ਤੋਂ 90 ਲੱਖ ਵੋਟ ਦੇ ਵਿਚਕਾਰ ਕਿਸਾਨਾਂ ਦੀ ਹੈ। 59 ਲੱਖ ਵੋਟ ਨਾਲ ਸਰਕਾਰ ਬਣੀ ਹੈ। ਇਹ ਆਪਣੀ ਵੋਟ ਆਪਣੇ ਕੋਲ ਨਹੀਂ ਪਾ ਸਕਦੇ। ਸੜਕਾਂ 'ਤੇ ਅਸੀਂ ਜਿਹੜਾ ਹੈ ਹੱਡੀਆਂ ਘਸਾ ਰਹੇ ਹਾਂ। 2 ਡਿਗਰੀ ਟੈਂਪਰੇਚਰ ਦੇ ਵਿੱਚ ਬੈਠੇ ਆ, 45 ਡਿਗਰੀ ਟੈਂਪਰੇਚਰ ਦੇ ਵਿੱਚ ਬੈਠੇ। ਜਿੱਥੇ ਆਪਾਂ ਇੰਨੀ ਖੇਚਲ ਕਰ ਰਹੇ ਹਾਂ, ਉੱਥੇ ਆਪਾਂ ਆਪਣੀ ਵੋਟ ਆਪਣੇ ਕੋਲ ਨਹੀਂ ਪਾ ਸਕਦੇ ਯਾਰ। ਜੇ ਆਪਣੀ ਵੋਟ ਆਪਣੇ ਕੋਲ ਪਾ ਲੈਣ ਤੇ ਤੁਹਾਡੀ ਸਰਕਾਰ ਆਉਂਦੀ ਹੈ, ਲੈ ਰੌਲਾ ਖਤਮ ਹੋ ਗਿਆ। ਇੰਨੀ ਤੇ ਗੱਲ ਹੈ। ਉਹ ਤੇ ਆਪਾਂ ਕਦੇ ਉਸ ਦੇ ਪਿੱਛੇ ਲੱਗੇ, ਕਦੇ ਉਸ ਦੇ ਤਲਵੇ ਚੱਟੇ, ਕਦੇ ਉਸ ਦੇ ਤਲਵੇ ਚੱਟੇ। ਉਸ ਟਾਈਮ ਤੇ ਆਪਾਂ ਤਲਵੇ ਚੱਟੇ ਆ ਰਾਜਨੀਤਿਕ ਪਾਰਟੀਆਂ ਦੇ, ਤੇ ਆਪਣੀ ਵੋਟ ਆਪਣੇ ਕੋਲ ਹੀ ਤੇ ਪਾਣੀ ਹੈ। ਸਾਰਾ ਮਜ਼ਦੂਰ ਤੁਹਾਡੇ ਨਾਲ ਲੱਗਣ ਵਾਸਤੇ ਤਿਆਰ ਬੈਠਾ ਹੈ। ਤੇ ਅੱਜ ਦੇ ਤੁਹਾਡੇ ਸਾਹਮਣੇ ਦੇਸ਼ ਦੇ ਸਾਰੇ ਦੇਸ਼ ਦੇ ਵਪਾਰੀ ਇਕੱਠੇ ਹੋ ਕੇ ਕਹਿ ਰਹੇ ਆ ਕਿ ਹਾਂ ਤੁਸੀਂ ਲੱਗੋ ਅੱਗੇ, ਅਸੀਂ ਤੁਹਾਡੇ ਪਿੱਛੇ ਲੱਗਣ ਵਾਸਤੇ ਤਿਆਰ ਹਾਂ। ਮਜ਼ਦੂਰ ਲੱਗ ਰਹੇ ਨੇ, ਦੁਕਾਨ ਵਾਲੇ ਲੱਗ ਰਹੇ ਨੇ। ਮੈਨੂੰ ਇਹ ਨਹੀਂ ਸਮਝ ਆਉਂਦੀ, ਸਾਡੇ ਹੀ ਲੀਡਰ ਨਹੀਂ ਲੱਗ ਰਹੇ, ਇਹਨਾਂ ਨੂੰ ਵੀ ਰੱਬ ਅਕਲ ਦੇ ਲੱਗ ਜਾਣ। ਸੋ ਇਹ ਸਨ ਸਰਦਾਰ ਗੁਰਨਾਮ ਸਿੰਘ ਚੜੂਨੀ, ਜੋ ਕਹਿ ਰਹੇ ਨੇ ਕਿ ਸਾਨੂੰ ਸਿਸਟਮ ਦੇ ਵਿੱਚ ਆ ਕੇ ਸਿਸਟਮ ਨੂੰ ਬਦਲਣਾ ਪੈਣਾ ਹੈ। ਸਿਆਸਤ ਦੀ ਗੱਲ ਨਹੀਂ ਹੈ, ਇੱਕ ਸਿਸਟਮ ਦੀ ਗੱਲ ਹੈ, ਤਾਂ ਹੀ ਕਿਸਾਨਾਂ ਦਾ ਭਲਾ ਹੋਵੇਗਾ। R19 ਨਿਊਜ਼ ਲਈ ਮੈਂ ਸ਼ਰਨਜੀਤ ਬੈਂਸ, ਲੁਧਿਆਣਾ। ਇੱਕ ਤੁਹਾਡਾ ਬਿਆਨ ਆਇਆ ਦਾਦੂਵਾਲ ਦੇ ਖਿਲਾਫ, ਤੁਸੀਂ ਉਹਨਾਂ ਨੂੰ ਕਿਹਾ ਵਿੱਚ ਤੁਹਾਡੇ ਇਸ ਬਿਆਨ ਦਾ ਬੜਾ ਗਲਤ ਮੈਸੇਜ ਗਿਆ ਕਿ ਸਾਡੇ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਤੁਸੀਂ ਇੱਕ RSS ਬੰਦੇ ਨਾਲ ਸੰਬੋਧਿਤ ਕੀਤਾ। ਪਹਿਲਾਂ ਤੇ ਜਾ ਕੇ CM ਨਾਲ ਮਿਲਿਆ, ਕਿਸਾਨ ਜਿਹੜਾ ਅੰਦੋਲਨ ਹੈ ਉਹਦੇ ਪ੍ਰਤੀ ਉਹ ਗਲਤ ਸੀ। ਦੂਜਾ, ਅਸੀਂ ਜਿਹੜਾ BJP ਦੇ ਲੀਡਰਾਂ ਦਾ ਵਿਰੋਧ ਕਰ ਰਹੇ ਹਾਂ, ਉਹ BJP ਦੇ ਲੀਡਰ ਨੂੰ ਬੁਲਾ ਰਹੇ ਆ, ਨਹੀਂ ਬੁਲਾਉਣਾ ਚਾਹੀਦਾ। ਜੇ ਆਪਾਂ ਹੁਣ ਉਹਨੂੰ ਸਿੱਖ ਸਮਾਜ 'ਤੇ ਲੈ ਕੇ ਵੜ ਜਾਈਏ, ਉਹਨੂੰ ਧਰਮ ਪ੍ਰਚਾਰਕ 'ਤੇ ਲੈ ਕੇ ਵੜ ਜਾਈਏ, ਇਹ ਕੋਈ ਗੱਲ ਥੋੜ੍ਹੀ ਹੀ ਹੈ। ਉਹਨੇ ਪਰਚਾ ਦਰਜ ਕਰਾਤਾ ਹੈ, 600 ਕਿਸਾਨਾਂ ਦੇ ਪਰਚਾ ਦਰਜ ਹੋ ਗਿਆ ਹੈ, ਤੇ ਅਸੀਂ ਕਹਿ ਰਹੇ ਉਹਨੂੰ ਭਰਾਓ, ਉਹਨੂੰ ਵਾਪਸ ਕਰਾ ਪਰਚੇ ਨੂੰ। 32 ਕਿਸਾਨ ਜਥੇਬੰਦੀਆਂ ਦੀਆਂ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗਾਂ ਹੋ ਰਹੀਆਂ ਨੇ, ਸਰਕਾਰ ਵੀ ਸਿੱਖ ਪ੍ਰਚਾਰਕਾਂ ਨਾਲ ਮੀਟਿੰਗ ਕਰ ਰਹੀ ਹੈ। ਇਹਦਾ ਤੁਸੀਂ ਕੀ ਭਾਵ ਲੈਂਦੇ ਹੋ? ਸਿੱਖੀ ਦਾ ਮਤਲਬ ਕਿ ਮਸਲਾ ਕਿੱਥੋਂ ਆ ਗਿਆ ਵਿੱਚ? ਕਿਉਂਕਿ ਉਹ ਦਾਦੂਵਾਲ ਸਾਹਿਬ ਇੱਕ ਸਿੱਖ ਪ੍ਰਚਾਰਕ ਨੇ। ਸਾਡੇ ਸਮਾਜ ਨੂੰ ਪਤਾ ਨਹੀਂ ਕੀ ਹੋ ਗਿਆ ਹੈ।
ਛੋਟੀ ਜਿਹੀ ਗੱਲ ਨੂੰ ਜਾ ਕੇ ਧਰਮ ਤੇ ਵਾੜਦੇ ਨੇ, ਛੋਟੀ ਜਿਹੀ ਗੱਲ ਨੂੰ ਜਾ ਕੇ ਤੂਲ ਦਿੰਦੇ ਨੇ ਉਹਨੂੰ। ਜਦੋਂ ਜਿੰਨੀ ਵਾਰ ਉਹਨਾਂ ਨੇ ਬੁਲਾਏ ਉਨੀ ਵਾਰ ਗੱਲਬਾਤ ਵਾਸਤੇ ਗਏ, ਹੁਣ ਬੁਲਾਣਗੇ ਫਿਰ ਜਾਵਾਂਗੇ। ਪਰ ਉਹਦੇ ਜਿਹੜੇ ਬਿਆਨ ਨੇ ਉਹ ਬਿਆਨ ਲੋਕਤਾਂਤਰਿਕ ਨਹੀਂ ਹੈ। ਬਿਆਨ ਉਹ ਦੇ ਰਿਹਾ ਭੀੜ ਇਕੱਠੀ ਕਰਨ ਨਾਲ ਕਾਨੂੰਨ ਨਹੀਂ ਬਦਲੇ ਜਾਂਦੇ। ਭੀੜ ਇਕੱਠੀ ਕਰਨ ਦਾ ਸਰਕਾਰ ਬਦਲ ਜਾਂਦੀ ਹੈ, ਤੂੰ ਕਹਿੰਦਾ ਕਾਨੂੰਨ ਨਹੀਂ ਬਦਲੇ ਜਾਂਦੇ। ਉਹ ਕਹਿੰਦਾ ਹੈ ਜੀ ਇਹ ਕਾਨੂੰਨਾਂ ਨੂੰ ਤੇ ਅਸੀਂ ਰੱਦ ਕਰਨਾ ਨਹੀਂ, ਕੋਈ ਹੋਰ ਗੱਲ ਕਰਨੀ ਹੈ ਤੇ ਆ ਜਾਓ, ਫਿਰ ਹੋਰ ਕੀ ਮੱਥਾ ਟੇਕਣ ਜਾਈਏ। ਜੋਗਿੰਦਰ ਯਾਦਵ ਨੇ ਵੀ ਆਪਣੇ ਪੋਸਟਰ ਲਾਏ ਨੇ, ਪੋਸਟਰ ਬਣਾ ਕੇ ਵੀ ਸੰਯੁਕਤ ਮੋਰਚੇ ਦੁਆਰਾ ਸਮਰਥਿਤ ਜ਼ਿਲ੍ਹਾ ਪਰਿਸ਼ਦ ਉਮੀਦਵਾਰ ਫਲਾਣਾ ਸਿੰਘ ਉੱਤੇ ਜੋਗਿੰਦਰ ਯਾਦਵ ਦੀ ਫੋਟੋ ਲੱਗੀ ਹੈ, ਕੈਂਡੀਡੇਟ ਦੀ ਫੋਟੋ ਲੱਗੀ ਹੈ। ਠੀਕ ਹੈ, ਇਹ ਤੇ ਕਈ ਗਲਤ। ਸੰਯੁਕਤ ਮੋਰਚੇ ਨੇ ਕਿਹੜਾ ਸਮਰਥਨ ਕਰਤਾ, ਪਰ ਉਹ ਮਿਸਯੂਜ਼ ਕਰ ਰਹੇ ਨੇ, ਕੋਈ ਕਾਰਵਾਈ ਨਹੀਂ। ਰਾਜਨੀਤੀ ਦਾ ਮਤਲਬ ਹੁੰਦਾ ਹੈ ਰਾਜ ਕਰਨ ਦੀ ਨੀਤੀ। ਪਰ ਹੋਇਆ ਕੀ, ਚਾਣਕਿਆ ਨੇ ਵੀ ਕਿਹਾ ਹੈ ਜੇ ਚੰਗੇ ਲੋਕ ਰਾਜਨੀਤੀ ਤੋਂ ਦੂਰ ਰਹਿਣਗੇ ਤੇ ਬੁਰੇ ਲੋਕ ਤੁਹਾਡੇ ਤੇ ਰਾਜ ਕਰਨਗੇ। ਉਹ ਹੋ ਗਏ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ R19 ਨਿਊਜ਼ ਟੀਵੀ। ਮੈਂ ਹਾਂ ਸ਼ਰਨਜੀਤ ਬੈਂਸ। ਕਿਸਾਨੀ ਮਸਲਾ ਸਿਖਰਾਂ ਤੇ ਪਹੁੰਚਿਆ ਹੋਇਆ ਸਿੰਗੂ ਬਾਰਡਰ ਤੇ ਕਿਸਾਨਾਂ ਨੇ 9 ਮਹੀਨਿਆਂ ਤੋਂ ਧਰਨੇ ਲਾਏ ਹੋਏ ਨੇ ਦਿੱਲੀ ਦੀ ਬਰੂਹਾਂ ਤੇ। ਕਿਸਾਨ ਆਗੂ ਰੋਜ਼ ਹੀ ਮੀਟਿੰਗਾਂ ਕਰਦੇ ਨੇ, ਪੀਸੀ ਕਰਦੇ ਨੇ। ਹੁਣ ਕਿਸਾਨ ਆਗੂ ਰੋਜ਼ ਜੰਤਰ ਮੰਤਰ ਤੇ ਜਾ ਕੇ ਸੰਸਦ ਲਾਉਂਦੇ ਨੇ। ਸਾਡੇ ਨਾਲ ਅੱਜ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਦੇ ਅਧਿਕਸ਼ ਸਰਦਾਰ ਗੁਰਨਾਮ ਸਿੰਘ ਚੜੂਨੀ ਜੀ। ਚੜੂਨੀ ਜੀ, R19 ਤੁਹਾਡਾ ਸਵਾਗਤ ਹੈ ਜੀ। ਧੰਨਵਾਦ ਜੀ। ਚੜੂਨੀ ਜੀ, ਅੱਜ ਤੁਸੀਂ ਮੱਤੇਵਾੜੇ ਦੇ ਜੰਗਲਾਂ ਵਿੱਚ ਜਾ ਕੇ ਆਏ ਹੋ, ਉਹਨਾਂ ਦੀ ਤੁਸੀਂ ਗੱਲਬਾਤ ਕੀਤੀ, ਮਸਲੇ ਸੁਣੇ ਨੇ। ਕੀ ਲੱਗਦਾ ਕਿ ਸਰਕਾਰ ਨੂੰ ਉੱਥੇ ਇੰਡਸਟਰੀ ਲਾਉਣੀ ਚਾਹੀਦੀ ਹੈ ਜਾਂ ਨਹੀਂ ਲਾਉਣੀ ਚਾਹੀਦੀ? ਦੇਖੋ, ਸਰਕਾਰ ਜਿਹੜੀ ਹੈ ਉਹ ਲੋਕਾਂ ਨੂੰ ਵਸਾਉਣ ਵਾਸਤੇ ਹੁੰਦੀ ਹੈ। ਉਸ ਜ਼ਮੀਨ 'ਤੇ ਜਿਹੜੇ ਲੋਕ ਖੇਤੀ ਕਰ ਰਹੇ ਨੇ, ਜਿਨ੍ਹਾਂ ਦਾ ਉੱਥੋਂ ਪਰਿਵਾਰ ਚੱਲ ਰਿਹਾ ਹੈ, ਇੱਕ ਤਾਂ ਉਹਨਾਂ ਵਾਸਤੇ ਕੋਈ ਮੁਆਵਜ਼ਾ ਤੈਅ ਨਹੀਂ ਕੀਤਾ। ਦੂਜੀ ਗੱਲ, ਜਿਹੜਾ ਪ੍ਰਦੂਸ਼ਣ ਹੈ ਉਹ ਪੰਜਾਬ ਦੇ ਵਿੱਚ ਜਿਸ ਕਦਰ ਫੈਲ ਰਿਹਾ, ਹਰ ਘਰ 'ਚ ਕੈਂਸਰ ਦਾ ਮਰੀਜ਼ ਹੋ ਗਿਆ। ਕਈ ਜ਼ਿਲ੍ਹੇ ਇਸ ਤਰ੍ਹਾਂ ਦੇ ਨੇ ਬਈ ਜਿੱਥੇ ਹਰ ਘਰ ਦੇ ਵਿੱਚ ਕੈਂਸਰ ਹੋ ਗਿਆ। ਅਤੇ ਆ ਜਿਹੜਾ ਫੈਕਟਰੀਆਂ ਦਾ ਜਿਹੜਾ ਪਾਣੀ ਥੱਲੇ ਜਾ ਰਿਹਾ ਹੈ, ਜਾਂ ਉਹਨੂੰ ਨਹਿਰਾਂ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ, ਨਦੀਆਂ ਦੇ ਵਿੱਚ ਛੱਡ ਦਿੱਤਾ ਜਾਂਦਾ ਹੈ, ਉਹ ਜਿਹੜਾ ਪੀਣ ਵਾਲਾ ਪਾਣੀ ਉਹ ਖਰਾਬ ਹੋ ਗਿਆ। ਜੇ ਪੀਣ ਵਾਲਾ ਪਾਣੀ ਹੀ ਖਰਾਬ ਹੋ ਗਿਆ, ਫਿਰ ਤੇ ਪ੍ਰਕਿਰਤੀ ਦਾ ਇੱਕ ਤੱਤ ਖਰਾਬ ਹੋ ਗਿਆ, ਅਤੇ ਫਿਰ ਪੰਜਾਬ ਬਚੇਗਾ ਕਿੱਥੇ? ਅਤੇ ਇਸ ਕਰਕੇ ਸਰਕਾਰ ਦਾ ਇਹਨਾਂ ਚੀਜ਼ਾਂ 'ਤੇ ਕੋਈ ਧਿਆਨ ਨਹੀਂ ਜਾ ਰਿਹਾ, ਅਤੇ ਉਹ ਲੋਕ ਵਿਚਾਰੇ ਅੰਦੋਲਨ ਕਰ ਰਹੇ ਨੇ ਅਤੇ ਸਰਕਾਰ ਨੂੰ ਉਹਦੀ ਸੁਣ ਨਹੀਂ ਰਹੀ। NGTV ਜਿਹੜਾ ਹੈ, ਜਿੰਨਾ ਸਟੈਂਡ ਉਹਨੂੰ ਲੈਣਾ ਚਾਹੀਦਾ ਹੈ, ਉਹ ਵੀ ਜਿਹੜਾ ਹੈ ਪੂਰਾ